ਨਾਨਕ ਹੋਸੀ ਭੀ ਸਚ। ਸ੍ਰੀ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ੍ਰੀ ਗੁਰ ਰਾਮਦਾਸ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਜੀ ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਾਰ ਜੋਰੀ ਜੀ ਨਮੋ ਕਾਰ ਜੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਸ਼ਟਮ ਤਨ ਧਰ ਸ੍ਰੀ ਗੁਰੂ ਤਖਤ ਬਿਰਾਜੇ ਦੀਹ। ਮੂਰਤ ਅਲਪ ਸਰੀਰ ਹੈ ਹਿਰਦਾ ਗੂੜ ਬਚ ਲੀਹ। ਅਸ਼ਟਮ ਤਨ ਧਰ ਸ੍ਰੀ ਗੁਰੂ ਤਖਤ ਬਿਰਾਜੇ ਦੀਹ। ਮੂਰਤ ਅਲਪ ਸਰੀਰ ਹੈ ਹਿਰਦਾ ਗੂੜ ਬਚ ਲੀਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਭਗਤ ਵਛਲ ਦਇਆ ਨਿਧ ਕਿਰਪਾ ਦੇ ਖਜ਼ਾਨੇ ਹਾਜ਼ਰਾ ਹਜੂਰ ਜ਼ਾਹਰਾ ਜਹੂਰ। ਲੋਕ ਪਰਲੋਕ ਦੇ ਰਕ ਸ਼ਾਹੇ ਸ਼ਹਿਨਸ਼ਾਹ ਸਭ ਦਾ ਅਵਤਾਰ ਧੰਨ 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 ਸਾਹਿਬ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਨੇਤਰਾਂ ਨੂੰ ਸਫਲ ਕਰ ਰਹੇ ਹੋ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ। ਔਰ ਸਤਿਗੁਰਾਂ ਦੀ ਤਰਸ ਮਿਹਰ ਸਦਕਾ ਲੜੀਵਾਰ ਰੂਪ ਅੰਦਰ ਪਾਵਨ ਪਵਿੱਤਰ ਦਾਸ ਦੀ ਚੱਲ ਰਹੀ ਕਥਾ, ਜਿਸ ਨੂੰ ਆਪ ਜੀ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਨੇਮ ਅਰ ਪ੍ਰੇਮ ਦੇ ਨਾਲ ਸਰਵਣ ਕਰਕੇ ਬਹੁਤ ਭਾਰੀ ਲਾਹਾ ਲੰਬੇਰੇ ਸਮੇਂ ਤੋਂ ਪ੍ਰਾਪਤ ਕਰ ਰਹੇ ਹੋ।
ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਗਰੀਬ ਨਵਾਜ ਜੀ ਦੇ ਪਵਿੱਤਰ ਜੀਵਨ ਦੇ ਪ੍ਰਸੰਗ ਆਪਾਂ ਸ਼ਰਵਣ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨ ਅੰਦਰ ਜਿਵੇਂ ਪਾਤਸ਼ਾਹ ਮਹਾਰਾਜ ਸਤਵੇਂ ਧੰਨ ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰ 'ਤੇ ਜੋ ਸਰੂਪ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਹੋਇਆ, ਉਹ ਜਿਵੇਂ ਜੋਤ ਉਹਾ ਜੁਗਤ ਸਾਈ ਸਹਿਕਾਇਆਂ ਫੇਰ ਪਲੱਟੀ ਹੈ। ਜੋ ਮਰਿਆਦਾ ਹੁੰਦੀ ਸਰੀਰਾਂ ਦੀ, ਉਸੇ ਤਰ੍ਹਾਂ ਪਾਤਸ਼ਾਹ ਜੀ ਸਤਵੇਂ ਸਰੂਪ ਨੂੰ ਪਲਟਾ ਕੇ ਤੇ ਜੋਤ ਅੱਠਵੇਂ ਥਾਂ ਅੱਠਵਾਂ ਸਰੂਪ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਹੋ ਗਏ। ਸਤਿਗੁਰਾਂ ਜਿਵੇਂ ਕੀਰਤਪੁਰ ਸਾਹਿਬ ਤੋਂ ਸੱਚਖੰਡ ਚਾਲਾ ਮਾਰਿਆ, ਐਸੀ ਪਾਵਨ ਪਵਿੱਤਰ ਕਥਾ ਆਪਾਂ ਸ਼ਰਵਣ ਕੀਤੀ ਹੈ। ਬੇਅੰਤ ਸੰਗਤਾਂ ਨੂੰ ਹੁਕਮਨਾਮੇ ਮਹਾਰਾਜ ਨੇ ਲਿਖੇ ਹੋਏ ਸਨ ਕਿ ਸੰਗਤਾਂ ਕੀਰਤਪੁਰ ਸਾਹਿਬ ਧਰਤੀ ਪਹੁੰਚਣ। ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋਇਆ। ਇਸ ਤਰ੍ਹਾਂ ਬੇਅੰਤ ਮਸੰਦ ਅਤੇ ਗੁਰਮੁਖ ਪਿਆਰੇ ਜਿਹੜੇ ਕੋਈ ਸ਼੍ਰੋਮਣੀ ਸਿੱਖ ਉਹ ਵੀ ਪਹੁੰਚੇ। ਨਾਲ ਗੁਰੂ ਨਾਨਕ ਸਾਹਿਬ ਦੀ ਅੰਸ ਬੰਸ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਸਭ ਕੁੱਲ ਦੇ ਜਿਹੜੇ ਅੱਗੇ ਵੰਸ਼ਜ ਸਨ ਸਾਹਿਬਜ਼ਾਦੇ, ਉਹ ਸਾਰੇ ਹੀ ਪਾਤਸ਼ਾਹ ਨੇ ਸੱਦੇ ਹੋਏ। ਭਾਵ ਕਿ ਸਭ ਦੇ ਸਾਹਮਣੇ ਮਹਾਰਾਜ ਜੀ ਨੇ ਕੌਤਕ ਕਰਨਾ ਹੋਣ ਕਰਕੇ ਪਰੇ ਦੀ ਬਾਣ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ। ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਤਖ਼ਤ 'ਤੇ ਸੁਭਾਏਮਨ ਹਨ। ਮਹਾਰਾਜ ਖੜ੍ਹੇ ਹੋਏ ਅਤੇ ਸਾਹਮਣੇ ਬੈਠੇ ਹੋਏ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਬਾਹੋਂ ਪਕੜਿਆ, ਗੁਰਤਾ ਗੱਦੀ ਤਖ਼ਤ 'ਤੇ ਬਿਠਾਇਆ। ਨਾਰੀਅਲ 5 ਪੈਸੇ ਰੱਖ ਚਰਨਾਂ ਵਿੱਚ 3 ਪਰਿਕਰਮਾ ਕਰ ਪਾਤਸ਼ਾਹ ਨੇ ਮੱਥਾ ਟੇਕਿਆ ਔਰ ਸਭ ਸੰਗਤਾਂ ਨੂੰ ਹੁਕਮ ਕੀਤਾ, ਜੋ ਸਾਡਾ ਸਰੂਪ ਜਾਣ ਕੇ ਭਾਵਨਾ ਕਰਕੇ ਰੱਖ ਕੇ ਸਤਿਗੁਰੂ ਸ੍ਰੀ ਗੁਰੂ ਬਾਲਾ ਪ੍ਰੀਤਮ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨ ਪਰਸੇਗਾ, ਸੰਸਾਰ ਵਿੱਚ ਕੋਈ ਵਸਤੂ ਅਦੇ ਨਹੀਂ ਜਿਹੜੀ ਉਹਨੂੰ ਪ੍ਰਾਪਤ ਨਹੀਂ ਹੋਏਗੀ। ਸਭ ਸੰਗਤਾਂ ਇਹਨਾਂ ਨੂੰ ਸਾਡਾ ਸਰੂਪ ਜਾਣਨ ਅਤੇ ਇੱਦਾਂ ਮਹਾਰਾਜ ਨੇ ਕਿਰਪਾ ਕੀਤੀ। ਬਾਬਾ ਬੁੱਢਾ ਸਾਹਿਬ ਜੀ ਦੇ ਅੰਸ ਵੰਸ ਵਿੱਚੋਂ ਜਿਵੇਂ ਪੋਤਰੇ ਹੈ ਬਾਬਾ ਭਾਈ ਝੰਡਾ ਜੀ, ਇਹਨਾਂ ਤਿਲਕ ਦਿੱਤਾ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਮਸਤਕ 'ਤੇ। ਇੱਦਾਂ ਸਾਧ ਸੰਗਤ ਜੀ ਬੇਅੰਤ ਸੰਗਤਾਂ ਜੋ ਭੇਟਾ ਲੈ ਕੇ ਆਈਆਂ, ਉਹ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨੀ ਭੇਟ ਹੋਣ ਲੱਗੀਆਂ। ਸੰਗਤਾਂ ਵਿੱਚ ਖੁਸ਼ੀਆਂ ਆਨੰਦ ਛਾਇਆ। ਸਭ ਸਿੱਖ ਸਮਝ ਗਏ ਵੀ ਪਾਤਸ਼ਾਹ ਸਤਵੇਂ ਸਤਿਗੁਰਾਂ ਨੇ ਵੱਡੇ ਪੁੱਤਰ ਦਾ ਜ਼ਿਕਰ ਤੱਕ ਨਹੀਂ ਕੀਤਾ ਇੱਥੇ ਸਭਾ ਵਿੱਚ, ਅਤੇ ਮਨੋਂ ਭੁਲਾਇਆ ਹੋਇਆ ਛੋਟੇ ਸਾਹਿਬਜ਼ਾਦੇ ਨੂੰ ਮਹਾਰਾਜ ਨੇ ਰੰਗ ਭਾਗ ਲਾਏ, ਤਖਤ ਬਖਸ਼ਿਆ ਹੈ। ਸਤਿਗੁਰੂ ਦਾ ਸਰੂਪ ਜਾਣ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੱਦੀ ਤਖਤ ਦੇ ਮਾਲਕ ਜਾਣ ਕੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਨੂੰ ਸੰਗਤਾਂ ਮੱਥੇ ਟੇਕਣ ਲੱਗੀਆਂ। ਸਾਰਾ ਦਿਨ ਭਾਰੀ ਆਨੰਦ ਖੁਸ਼ੀਆਂ ਛਾਇਆ ਰਿਹਾ। ਇਸ ਤੋਂ ਬਾਅਦ ਫਿਰ ਸਾਧ ਸੰਗਤ ਜੀ ਉਹ ਜਿਵੇਂ ਸੰਧਿਆ ਹੋਈ, ਰਾਤਰੀ ਬਰਾਜੇ, ਅਗਲਾ ਦਿਨ ਚੜ੍ਹਿਆ। ਮਹਾਰਾਜ ਨੇ ਸੱਚਖੰਡ ਚਾਲੇ ਦਾ ਤਿਆਰਾ ਕੀਤਾ, ਕਰਵਾਇਆ। ਭੋਇੰ 'ਤੇ ਆਸਣ ਲਾ ਲਿਆ। ਮਹਾਰਾਜ ਨੇ ਪਤਾਲਪੁਰੀ ਸਾਹਿਬ ਦੇ ਸਥਾਨ 'ਤੇ ਲਾ ਕੇ ਆਸਣ ਉੱਪਰ ਸੁੰਦਰ ਵਿਛਾਈਆਂ ਹੋਈਆਂ, ਅਤੇ ਪਾਤਸ਼ਾਹ ਦੇ 4 ਚੁਫੇਰੇ ਸੰਗਤਾਂ ਦਰਸ਼ਨ ਕਰਨ ਵਾਸਤੇ, ਕਿਉਂ ਆਖਰੀ ਦਰਸ਼ਨ ਹੈ ਪਾਤਸ਼ਾਹ ਦਾ, ਬੇਅੰਤ ਸੰਗਤ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਪਹੁੰਚੀ ਹੈ। ਸੰਗਤਾਂ ਵਾਹਿਗੁਰੂ 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 ਦਾ ਸਿਮਰਨ ਕਰਦੀਆਂ, ਕਿਤੇ ਪਾਵਨ ਗੁਰਬਾਣੀ ਦੇ ਸ਼ਬਦ ਪੜ੍ਹੇ ਜਾ ਰਹੇ, ਕੀਰਤਨ ਹੋ ਰਿਹਾ ਹੈ, ਅਤੇ ਸੰਗਤਾਂ ਮਹਾਰਾਜ ਦਾ ਆਖਰੀ ਦਰਸ਼ਨ ਰੱਜ ਰੱਜ ਕੇ ਕਰਦੀਆਂ, ਨੇਤਰਾਂ ਦੇ ਵਿੱਚੋਂ ਜਲ ਕੇਰ ਰਹੀਆਂ ਹਨ। ਪਾਤਸ਼ਾਹ ਜੀ ਨੇ ਭੋਇੰ 'ਤੇ ਆਸਣ ਲਾ, ਉੱਪਰ ਚਾਦਰਾ ਲਿਆ,
ਜਿਵੇਂ ਹਾਥੀ ਸੁੱਕੇ ਫੁੱਲਾਂ ਦੀ ਮਾਲਾ ਸੁੰਡ ਨਾਲ ਲਾਹ ਕੇ ਸੁੱਟ ਦਿੰਦਾ ਹੈ। ਝਾਟੀ ਮਹਾਰਾਜ ਨੇ ਸਰੀਰ ਤਿਆਗਿਆ ਤੇ ਜੋਤ ਸਤਿਗੁਰੂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਵਿੱਚ ਪ੍ਰਵੇਸ਼ ਕਰ ਗਈ। ਤੋ ਇੱਦਾਂ ਅੰਤਮ ਕਿਰਿਆ ਜਿਹੜੀ ਗੁਰਮਰਿਆਦਾ ਹੋਈ ਕਿ ਜਿਵੇਂ ਅੰਤਮ ਇਸ਼ਨਾਨ ਹੋਏ, ਫਿਰ ਸੁੰਦਰ ਵਿਬਾਨ ਸਜੇ। ਪਾਤਸ਼ਾਹ ਜੀ ਦਾ ਜਿੱਥੇ ਅੰਤਮ ਸੰਸਕਾਰ ਹੋਣਾ, ਚੰਦਨ ਦੀ ਚਿਖਾ ਚਿਣੀ ਹੈ, ਉੱਥੇ ਸਰੀਰ ਪਾਵਨ ਪਹੁੰਚਾ। ਚੰਦਨ ਦੀ ਚਿਖਾ ਚਿਣ ਕੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਅੰਤਮ ਸੰਸਕਾਰ ਹੋਇਆ, ਸਤਿਗੁਰਾਂ ਦੇ ਪਾਵਨ ਪਵਿੱਤਰ ਸਰੀਰ ਦਾ। ਇੱਦਾਂ ਸਾਧ ਸੰਗਤ ਜੀ ਸਭ ਪਾਸੇ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਗੁਣ ਗਾਏ ਜਾ ਰਹੇ। ਪਾਤਸ਼ਾਹ ਦੇ ਕੀਤੇ ਪਰਉਪਕਾਰਾਂ ਨੂੰ ਸਿੱਖ ਸੰਗਤਾਂ ਯਾਦ ਕਰਦੀਆਂ ਬਹੁਤ ਵਿਰਾਗ ਨੇਤਰਾਂ ਵਿੱਚੋਂ ਘੇਰ ਰਹੀਆਂ ਹਨ। ਐਸੇ ਮਹਾਨ ਜਿਹੜੇ ਪ੍ਰਸੰਗ ਹਨ, ਆਪ ਦੀਆਂ ਪਿਛਲੇ ਸਮੇਂ ਸਰਵਣ ਕੀਤੇ। ਇਹਦੋਂ ਅੱਗੇ ਹੁਣ ਬਾਲਾ ਪ੍ਰੀਤਮ ਸ੍ਰੀ ਗੁਰੂ ਸਤਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਜੀਵਨ ਦੀ ਹੁਣ ਕਥਾ ਸੰਗਤ ਜੀ ਆਰੰਭ ਹੁੰਦੀ ਹੈ। ਜੋ ਕੌਤਕ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਕੀਤੇ, ਉਹ ਪ੍ਰਸੰਗ ਰੋਜ਼ ਆਪਾਂ ਲੜੀਵਾਰ ਰੂਪ ਅੰਦਰ ਅੱਗੇ ਸਰਵਣ ਕਰਾਂਗੇ। ਜਿਵੇਂ ਅੱਗੇ ਮਹਾਰਾਜ ਦੀ ਵਡਿਆਈ ਸੋਭਾ ਦੀ ਕਥਾ ਆਉਂਦੀ ਹੈ, ਕਿਵੇਂ ਮਹਾਰਾਜ ਦਾ ਪ੍ਰਤਾਪ ਦਰਬਾਰ ਕੈਸਾ, ਸੰਗਤਾਂ ਕਿਵੇਂ ਦਰਸ਼ਨ ਕਰਨ ਆਉਂਦੀਆਂ ਅਤੇ ਸੰਗਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਕੀ ਰੂਪ ਮੰਨਦੀਆਂ ਜਾਣਦੀਆਂ, ਅਤੇ ਸ੍ਰੀ ਬਾਲਾ ਪ੍ਰੀਤਮ ਜੀ ਕਿਵੇਂ ਸੰਗਤਾਂ ਨੂੰ ਰੰਗ ਭਾਗ ਲਾ ਰਹੇ। ਉਹ ਸਾਰੀ ਕਥਾ ਆਪ ਜੀ ਸਰਵਣ ਕਰੀਏ ਜੀ। ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਸਭ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਸ਼ਟਮ ਤਨ ਧਰ ਸ੍ਰੀ ਗੁਰੂ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਕਵੀ ਜੀ ਕਹਿੰਦੇ ਹੁਣ 8ਵਾਂ ਸਰੂਪ 8ਵਾਂ ਸਰੀਰ ਧਾਰਨ ਕੀਤਾ ਹੈ। ਤਖਤ ਬਿਰਾਜੇ ਦੀਹ। ਤੇ ਜਿਹੜਾ ਵੱਡਾ ਗੁਰਤਾ ਗੱਦੀ ਤਖਤ ਹੈ ਸਭ ਸੰਸਾਰ ਦਾ ਪੂਜਵੇ ਯੋਗ, ਉਸ ਦੀਹ ਕਹੀਏ ਵੱਡੇ ਤਖਤ ਉੱਪਰ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਪਰ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੋ ਸਜ ਬੈਠੇ ਹੈ। ਮੂਰਤ ਅਲਪ ਸਰੀਰ ਹੈ। ਕਹਿੰਦੇ ਮੂਰਤ ਜਿਹੜੀ ਆ ਨਾ ਗੁਰੂ ਬਾਲਾ ਪ੍ਰੀਤਮ ਸਤਿਗੁਰਾਂ ਦੀ, ਉਹ ਛੋਟਾ ਜਿਹਾ ਸਰੀਰ ਹੈ, ਕਿਉਂਕਿ ਆਯੂ ਥੋੜ੍ਹੀ ਹੈ ਮਹਾਰਾਜ ਦੀ, ਅਤੇ ਇੱਦਾਂ ਥੋੜ੍ਹੀ ਜਿਹੀ ਉਮਰ ਹੈ ਅਤੇ ਛੋਟਾ ਜਿਹਾ ਸਰੀਰ ਹੈ ਸਤਿਗੁਰਾਂ ਦਾ। ਹਿਰਦਾ ਗੂੜ ਬਚ ਲੀਹ। ਜਿਵੇਂ ਬੱਚਿਆਂ ਦਾ ਹੁੰਦਾ, ਇੱਦਾਂ ਬਾਲਕ ਰੂਪ ਹੈ, ਉਮਰਾ ਕਰਕੇ ਬੱਚੇ ਹੈ, ਅਤੇ ਹਿਰਦਾ ਜਿਹੜਾ ਅੰਦਰਲਾ ਸਿਧਾਂਤ ਹੈ ਹਿਰਦੇ ਵਿੱਚ ਉਹ ਬੜਾ ਗੂੜ ਹੈ, ਗੂਝ ਹੈ, ਅਤੇ ਬਚਨ ਬੜੇ ਲੀਹ ਕਹੀਏ ਪਵਿੱਤਰ ਹਨ। ਜਿਹਨੂੰ ਬਚਨ ਕਰ ਦਿੰਦੇ ਉਹ ਬਚਨ ਝੱਟ ਪੂਰੇ ਹੋ ਜਾਂਦੇ। ਬਚਨਾਂ ਦੇ ਪੂਰੇ ਜਿੱਡੇ ਉਮਰ ਛੋਟੀ, ਬਚਨ ਓਨੇ ਹੀ ਮਹਾਨ ਤੇ ਬਲੀ ਤ੍ਰੈ ਕਾਲ ਆਬਾਦ ਸਰੂਪ ਹਨ। ਸਵਈਆ ਸੁੰਦਰ ਸੂਰਤ ਮਾਧੁਰੀ ਮੂਰਤੀ। ਮਹਾਰਾਜ ਦਾ ਸੋਹਣਾ ਸਰੂਪ ਹੈ ਅਤੇ ਛੋਟਾ ਜਿਹਾ ਬੱਚਿਆਂ ਵਾਂਗ ਸਰੀਰ ਹੈ, ਅਤੇ ਮੂਰਤ ਬੜੀ ਮਾਧੁਰੀ ਕਹੀਏ ਮਿੱਠੀ ਹੈ ਜੀ। ਪੁਰਤ ਕਾਮਨਾ ਸਿੱਖਿਅਨ ਕੀ। ਅਤੇ ਮਹਾਰਾਜ ਸਿੱਖਾਂ ਦੀ ਕਾਮਨਾ ਪੂਰੀ ਕਰਦੇ ਹੈ। ਸਰੀਰ ਛੋਟਾ ਹੈ, ਮੂਰਤ ਬੜੀ ਪਿਆਰੀ ਹੈ ਬਾਲਾ ਪ੍ਰੀਤਮ ਦੀ। 5-7 ਸਾਲ ਵਰ੍ਹਿਆਂ ਦੀ ਉਮਰ ਹੈ ਗਰੀਬ ਨਵਾਜ ਦੀ, ਅਤੇ ਬੜਾ ਸੁੰਦਰ ਸਰੂਪ ਹੈ, ਅਤੇ ਕਾਮਨਾ ਇੱਛਾ ਭਾਵਨਾ ਸਭ ਸਿੱਖਾਂ ਦੀਆਂ ਪੂਰੀਆਂ ਕਰ ਰਹੇ ਹੈ, ਤਖਤ ਨੂੰ ਭਾਗ ਲਾ ਰਹੇ ਹਨ। ਸ਼ਾਂਤ ਸਰੂਪ ਧਰੇ ਪ੍ਰਭ ਪੂਰਬ। ਅਤੇ ਇਉਂ ਮਾਨੋ ਵੀ ਸ਼ਾਂਤੀ ਸਰੂਪ ਹੀ ਜਿਹੜਾ ਨਾ ਉਹ ਅਕਾਲ ਪੁਰਖ ਪਰਮੇਸ਼ਰ ਨੇ ਧਰਿਆ ਹੋਇਆ। ਵੀ ਜਿਵੇਂ ਸ਼ਾਂਤੀ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਿਆ, ਉਹ ਅੱਗੇ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੋਂ ਜਿਹੜਾ ਧੰਨ ਗੁਰੂ ਅੰਗਦ ਦੇਵ ਸਾਹਿਬ ਹੋ ਗਏ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ ਜੀ,
ਇਸੇ ਤਰ੍ਹਾਂ ਹੁਣ ਅੱਗੇ ਜੋ ਸ਼ਾਂਤੀ ਨੇ ਪਿਛਲੇ ਸਮੇਂ ਤੋਂ ਸਰੀਰ ਧਾਰਿਆ ਹੋਇਆ ਸੀ ਸੁੰਦਰ, ਆਠਮ ਦੇਹ ਸੋ ਨੌਤਨ ਕੀ। ਉਹ ਹੁਣ ਨਵਾਂ ਸਰੂਪ ਸ਼ਾਂਤੀ ਨੇ, ਕਹਿੰਦੇ ਸ਼ਾਂਤੀ ਤਾਂ ਸ਼ਾਂਤੀ ਹੈ, ਜੋਤ ਜੋਤ ਗੁਰੂ ਨਾਨਕ ਸਾਹਿਬ ਵਾਲੀ ਹੈ, ਪਰ ਸਰੂਪ ਹੁਣ ਅਠਵਾਂ ਬਾਲਾ ਪ੍ਰੀਤਮ ਦਾ ਧਾਰਿਆ ਹੋਇਆ ਬੜਾ ਸੁੰਦਰ ਤੇ ਨਵਾਂ ਸਰੂਪ ਹੈ। ਜਿਉ ਮਹਿ ਪਾਲਿਕ ਪੋਸ਼ ਸਕੋ ਤਜ। ਏਦਾਂ ਮਰਿਆਦਾ ਹੋਈ ਵੀ ਜਿਵੇਂ ਕੋਈ ਰਾਜਾ ਕੋ ਬਾਦਸ਼ਾਹ ਪਹਿਲਾ ਪੁਰਾਣਾ ਪੋਸ਼ਾਕਾ ਲਾਹ ਦੇਵੇ ਤੇ ਨਵੀਂ ਪੋਸ਼ਾਕ ਨਵਾਂ ਕੋ ਜਾਮਾ ਪਹਿਨ ਲੈਂਦਾ ਹੈ। ਪੈ ਪਹਿਰਿਆ ਹਿਤ ਭੰਤਨ ਕੀ। ਤੇ ਏਦਾਂ ਪਹਿਨ ਕੇ ਤੇ ਉਹ ਇਥਾਂ ਫਿਰ ਨਵਾਂ ਪੋਸ਼ਾਕਾ ਲੱਗਣ ਲੱਗ ਪੈਂਦਾ ਨਾ, ਚੋਲਾ ਹੀ ਬਦਲਿਆ, ਉਹ ਰਾਜਾ ਤਾਂ ਉਹੀ ਹੈ। ਇਸੇ ਤਰ੍ਹਾਂ ਸਰੀਰ ਬਦਲਿਆ ਹੈ, ਸਰੂਪ ਬਦਲਿਆ ਤੇ ਜੋਤ ਉਹਾ ਜੁਗਤ ਸਾਇਸ ਹੈ, ਕਾਇਆ ਫਿਰ ਪਲਟੀ ਹੈ। ਉਹ ਜੋਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੀ ਹੀ ਹੈ। ਸ੍ਰੀ ਹਰਿ ਕ੍ਰਿਸ਼ਨ ਤਥਾ ਦੁਤ ਪਾਵਤ। ਸੁਭਾਏਮਾਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਸ ਤਰ੍ਹਾਂ ਬੜੀ ਭਾਰੀ ਸ਼ੋਭਾ ਪਾ ਰਹੇ ਹਨ। ਸੰਗਤ ਪ੍ਰੀਤ ਕਰੇ ਮਨ ਕੀ। ਤੇ ਸੰਗਤਾਂ ਬੜੀ ਪ੍ਰੀਤੀ ਕਰਦੀਆਂ ਮਨ ਕਰਕੇ ਬਾਲਾ ਪ੍ਰੀਤ ਦੇ ਨਾਲ। ਸੰਗਤਾਂ ਦੇ ਹਿਰਦੇ ਅੰਦਰ ਬਹੁਤ ਭਾਰੀ ਪ੍ਰੇਮ ਹੈ, ਬੜਾ ਪਿਆਰ ਹੋ ਰਿਹਾ ਹੈ। ਗੁਰੂ ਨਾਨਕ ਆਦਿ ਤੇ ਜਿਉ ਨਿਸ਼ਚਾ ਮਨ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਦਿ ਗੁਰਾਂ ਤੋਂ ਲੈ ਕੇ ਤੇ ਹੁਣ ਤੱਕ ਗੁਰੂ ਹਰਿਰਾਏ ਸਾਹਿਬ ਤੱਕ ਸੰਗਤਾਂ ਦੇ ਹਿਰਦੇ ਅੰਦਰ ਨਿਸ਼ਚਾ ਸੀ ਨਾ, ਗੁਰੂ ਪਾਤਸ਼ਾਹ ਦੇ ਪਰਥਾਏ ਸਤਿਗੁਰੂ ਕਰਕੇ ਪਿੱਛੇ 7 ਸਰੂਪਾਂ ਨੂੰ ਪੂਜਦੀਆਂ ਰਹੀਆਂ ਹਨ। ਤਿਉ ਬ੍ਰਹਮ ਗਿਆਨ ਮਹਾ ਰਸ ਹੋਵਾ। ਤੇ ਉਸੇ ਤਰ੍ਹਾਂ ਹੀ ਸੰਗਤਾਂ ਦੇ ਹਿਰਦੇ ਵਿੱਚ ਬਾਲਾ ਪ੍ਰੀਤਮ ਦੇ ਪਰਥਾਏ ਭਰੋਸਾ ਬਹੁਤ ਹੈ। ਕੋਈ ਨਹੀਂ ਇਹ ਮਨ ਵਿੱਚ ਸੰਗਤ ਜਣਾਉਂਦੀ ਵੀ ਇਹਨਾਂ ਦੀ ਉਮਰ ਥੋੜ੍ਹੀ ਹੈ। ਤੋ ਇੱਦਾਂ ਮਹਾਰਾਜ ਨੂੰ ਸਰੂਪ ਗੁਰੂ ਨਾਨਕ ਸਾਹਿਬ ਦਾ ਕਰਕੇ ਸੰਗਤਾਂ ਜਾਣਦੀਆਂ। ਅਤੇ ਇੱਧਰ ਬਾਲਾ ਪ੍ਰੀਤਮ ਵੀ ਉਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਸਾਹਿਬ ਸਨ, ਉਹੀ ਬ੍ਰਹਮ ਗਿਆਨ ਜਿਹੜਾ ਹੈ ਉਹ ਹਿਰਦੇ ਅੰਦਰ ਬਹੁਤ ਭਾਰੀ ਬ੍ਰਹਮ ਗਿਆਨ ਦਾ ਰਸ ਹੋ ਰਿਹਾ ਹੈ। ਸਿੱਖ ਸੰਗਤ ਕੇ ਅਘ ਨਾਸ਼ਨ ਕੋ। ਬਾਲਾ ਪ੍ਰੀਤਮ ਪਾਤਸ਼ਾਹ ਜੀ ਸਭ ਸਿੱਖ ਸੰਗਤਾਂ ਦੇ ਅਗ ਕਹੀਏ ਪਾਪਾਂ ਨੂੰ ਨਾਸ਼ਣ ਵਾਸਤੇ, ਨਾਸ ਕਰਨ ਵਾਸਤੇ ਦਰਸ਼ਨ ਦਿਖਾਏ ਭਲੇ ਦੁਖ ਖੋਵਾ। ਸੰਗਤਾਂ ਨੂੰ ਦਰਸ਼ਨ ਦੇ ਰਹੇ ਹੈ ਤੇ ਦਰਸ਼ਨ ਕਰ ਕਰਕੇ ਸੰਗਤਾਂ ਸਭ ਆਪਣੇ ਪਾਪਾਂ ਨੂੰ ਦੁੱਖਾਂ ਨੂੰ ਨਾਸ਼ ਕਰ ਰਹੀਆਂ ਹਨ। ਹਰ ਪੋਤਰ ਗੁਰੂ ਹਰ ਗੋਬਿੰਦ ਕੋ। ਤੇ ਪੜਪੋਤੇ ਹੈ, ਪਰ ਪੋਤਰ ਇਕੱਠਾ ਹੀ ਪਾਠ ਕਰ ਲੈਣਾ। ਪੜਪੋਤਰੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਦੀ ਹੋਏ ਪੋਤਰੇ ਲੱਗੇ 6ਵੇਂ ਪਾਤਸ਼ਾਹ ਦੇ। ਇਹ ਹੁਣ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਅੱਗੇ ਪੁੱਤਰ ਧੰਨ 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 ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੜਪੋਤਰੇ ਹਨ। ਗੁਰਤਾ ਕਹੋ ਭਾਰ ਸਹਾਰ ਖਰੋਵਾ। ਤੇ ਥੋੜੀ ਜਿਹੀ ਉਮਰ ਦੇ ਵਿੱਚ ਵੇਖੋ ਪੜਪੋਤਰੇ ਗੁਰੂ ਹਰਿਰਾਏ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਤਾ ਗੱਦੀ ਦਾ ਭਾਰ ਆਪਦੇ ਉੱਪਰ ਠੱਲ ਕੇ, ਭਾਵ ਸਿਰ ਤੇ ਸਾਰੇ ਸੰਸਾਰ ਦਾ ਭਾਰ ਚੁੱਕ ਕੇ ਸਜੇ ਹੋਏ ਹਨ। ਗਨ ਮੇਲ ਮਸੰਦ ਬਿਲੰਦ ਮਿਲੇ। ਦੀਵਾਨ ਸਜਿਆ ਬਾਲਾ ਪ੍ਰੀਤਮ ਦਾ, ਬੇਅੰਤ ਸੰਗਤਾਂ ਦਾ ਮੇਲ ਜੋੜ ਹੋ ਰਿਹਾ। ਬੜੇ ਬੜੇ ਮਸੰਦ ਆ ਬੈਠੇ ਹਨ। ਜਿਮ ਸ੍ਰੀ ਹਰਿ ਰਾਏ ਸਭਾ ਤਿਮ ਜੋਵਾ। ਜਿਵੇਂ ਧੰਨ ਗੁਰੂ ਹਰਿਰਾਏ ਸਾਹਿਬ ਨੂੰ ਸਭਾ ਜਾਣਦੀ ਵੇਖਦੀ ਸੀ ਨਾ, ਸਾਰੀ ਸੰਗਤ ਨੇ ਇਦਾਂ ਹੀ ਬਾਲਾ ਪ੍ਰੀਤਮ ਨੂੰ ਇਉਂ ਹੀ ਜਾਣਿਆ ਵੀ ਗੁਰੂ ਹਰਿਰਾਏ ਸਾਹਿਬ ਵੀ ਥੋੜ੍ਹਾ ਜਿਹਾ ਛੋਟਾ ਸਰੂਪ ਧਾਰ ਕੇ ਤੇ ਇਸ ਤਖਤ ਤੇ ਬੈਠ ਗਏ ਹਨ। ਨਿਜ ਪਾਸ ਕਰੈ ਅਰਦਾਸ ਤਿਸੀ ਬਿਦ। ਸਭ ਸੰਗਤਾਂ ਨਾ ਸਤਿਗੁਰੂ ਦੇ ਪਾਸ ਅਰਦਾਸਾਂ ਕਰਦੀ, ਜਿਵੇਂ 7ਵੇਂ ਪਾਤਸ਼ਾਹ ਦੇ ਕੋਲ ਅਰਦਾਸ ਹੁੰਦੀ ਰਹੀ, ਉਵੇਂ ਹੀ ਹੁਣ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਅੱਗੇ ਸੰਗਤਾਂ ਅਰਦਾਸ ਕਰਦੀਆਂ ਹਨ। ਪਾਇਨ ਪੰਕਜ ਸੀਸ ਨਿਵਾਵੈ। ਤੇ ਆਣ ਕੇ ਸੰਗਤਾਂ ਬਾਲਾ ਪ੍ਰੀਤਮ ਦੇ ਪਵਿੱਤਰ ਚਰਨ ਕਮਲਾਂ ਤੇ ਨਮਸਕਾਰਾਂ ਕਰਦੀਆਂ, ਮੱਥੇ ਟੇਕਦੀਆਂ ਨੇ। ਗਨ ਆਨ ਉਪਾਇਨ ਕੋ ਅਰਪੈ। ਤੇ ਬੇਅੰਤ ਭੇਟਾਵਾਂ ਲਿਆ ਕੇ ਪਾਤਸ਼ਾਹ ਦੇ ਚਰਨੀ ਭੇਟ ਹੁੰਦੀਆਂ ਹਨ। ਮਨ ਕਾਮਨਾ ਆਪ ਅਨੇਕ ਉਠਾਵੈ। ਤੇ ਮਨ ਦੀਆਂ ਕਾਮਨਾ ਸਿੱਖ ਉਠਾਉਂਦੇ ਆ, ਮਨ ਦੇ ਵਿੱਚ ਵੀ ਮਹਾਰਾਜ ਸਾਡੀ ਫਲਾਣੀ ਅਰਦਾਸ ਆ, ਕਾਰਜ ਕਰਨ ਵਾਲਾ ਮਹਾਰਾਜ ਆਹ ਕਿਰਪਾ ਕਰ ਦਿਓ, ਕੋਈ ਮਾਣ ਮੰਗੋ ਤਾਣ ਮੰਗੋ, ਧਨ ਲਖਮੀ ਸੁਤ ਦੇਹ। ਸੰਗਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਗੁਰੂ ਨਾਨਕ ਰੂਪ ਗੁਰੂ ਹਰਿਰਾਏ ਰੂਪ ਜਾਣ ਕੇ ਤੇ ਮਨ ਦੇ ਕਾਮਨਾ ਭਾਵਨਾ ਅਰਦਾਸ ਰੂਪ ਚਰਨੀ ਰੱਖਦੀਆਂ ਹਨ। ਸਮੁਦਾਏ ਸਦਾ ਮਨ ਬਾਛਤ ਪਾਵਤ। ਇਹ ਸਾਰੀ ਸੰਗਤ ਜਿਹੜੀ ਹੈ ਨਾ, ਉਹ ਮਨ ਭਾਉਂਦੇ ਫਲ ਜਿਹੜੇ ਵੀ ਮਨ 'ਚ ਇੱਛਾ ਹੁੰਦੀ ਅਰਦਾਸ ਕਰਦੀ ਸੰਗਤ, ਉਹੀ ਫਲ ਗੁਰੂ ਹਰਿਰਾਏ ਸਾਹਿਬ ਤੋਂ ਲੈ ਲੈਂਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਭਾਵ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ।
ਸਭ ਫਲਾਂ ਦੇ ਦਾਤੇ ਸਤਿਗੁਰੂ ਹੋ ਰਹੇ ਹੈ। ਜਿਉ ਧਰ ਭਾਵਨਾ ਕੋ ਟਿਗ ਆਵੈ। ਜਿਹੋ ਜੀ ਕੋ ਭਾਵਨਾ ਰੱਖ ਕੇ ਬਾਲਾ ਪ੍ਰੀਤਮ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਤੇ ਅਰਦਾਸ ਕਰਦਾ ਹੈ, ਨਿਜ ਸਿੱਖੀਅਨ ਕੀ ਬਹੁ ਸ਼੍ਰੇਯ ਕਰੈ। ਤੇ ਉਹੀ ਕਾਵਨਾ ਭਾਵਨਾ ਪਾਤਸ਼ਾਹ ਪੂਰੀ ਕਰ ਰਹੇ ਹੈ। ਜਿਹੜੇ ਕੋ ਪ੍ਰੇਮ ਵਾਲੇ ਸਿੱਖ ਹਨਗੇ ਉਹਨਾਂ ਦੀ ਕਲਿਆਣ ਕਰਦੇ ਆ ਬਾਲਾ ਪ੍ਰੀਤਮ, ਉਹਨਾਂ ਨੂੰ ਮੁਕਤੀ ਦੀਆਂ ਦਾਤਾਂ ਬਖਸ਼ਦੇ ਹਨ। ਉਪਦੇਸ਼ਤ ਗਿਆਨ ਕੋ ਭੇਵ ਜਨਾਵੈ। ਤੇ ਜੇ ਕੋਈ ਉਪਦੇਸ਼ ਮੰਗਦਾ ਤੇ ਫਿਰ ਬੜਾ ਗੂਝ ਭੇਦ, ਵੇਖੋ ਥੋੜੀ ਜਿਹੀ ਉਮਰ ਤੇ ਬੜਾ ਗੁੱਝਾ ਭੇਦ ਜਿਹੜਾ ਉਪਦੇਸ਼ ਦੇ ਨਾਲ ਗਿਆਨ ਦਾ ਭੇਦ ਵੀ ਜਣਾ ਦਿੰਦੇ ਆ। ਬ੍ਰਹਮ ਗਿਆਨ ਜਿਹੜੀਆਂ ਅਵਸਥਾ ਹੁੰਦੀਆਂ ਭੂਮਿਕਾ ਗਿਆਨ ਦੀਆਂ, 7 ਭੂਮਿਕਾ ਉਹ, ਤੇ ਇਸ ਤੋਂ ਇਲਾਵਾ ਜਿਹੜੇ ਜਾਗਤ ਹੈ, ਸੁਖੋਪਤ ਹੈ, ਸੁਪਨ ਹੈ, ਚੌਥੀ ਅਵਸਥਾ ਤੁਰੀਆ ਗਿਣੀ ਗਈ ਹੈ, ਇਹ ਸਭ ਜਣਾ ਦਿੰਦੇ ਹੈ। ਤੋ ਸ਼ੁਭ ਇੱਛਾ ਸ਼ੁਭ ਵਿਚਾਰਨਾ ਸਤਵਾਪਤ ਅਸੰਗ ਸਕਤ ਤੇ ਭਾਵਾ ਭਾਵਨੀ ਪਦਾਰਥਾ ਭਾਵਨੀ ਤੁਰੀਆ ਅਵਸਥਾ, ਇਹ ਸਭ ਐ ਝਾਟੀ ਬ੍ਰਹਮ ਗਿਆਨ ਦੀਆਂ ਸਭ ਅਵਸਥਾ ਜੇ ਕੋਈ ਉਪਦੇਸ਼ 'ਚ ਪੁੱਛਦਾ ਤੇ ਬ੍ਰਹਮ ਗਿਆਨ ਦਾ ਬੜਾ ਭਾਰੀ ਜਿਹੜਾ ਸੂਖਸ਼ਮ ਭੇਦ ਹੈ ਉਹ ਵੀ ਜਣਾ ਦਿੰਦੇ ਹੈ, ਸੁਣਾ ਦਿੰਦੇ ਹਨ। ਕਬਿਤ ਦੁਖ ਹਰ ਲੇਤ ਸਿੱਖ ਬਾਛਤ ਕੋ ਦੇਤ ਗੁਰ। ਸਤਿਗੁਰੂ ਜੀ ਸਿੱਖਾਂ ਦੇ ਦੁੱਖ ਨਾਸ਼ ਕਰ ਰਹੇ ਹੈ ਤੇ ਮਨ ਪਾਉਂਦੇ ਇੱਛਤ ਮਨ ਦੀ ਜੋ ਇੱਛਾ ਹੁੰਦੀ ਵੈਸੇ ਫਲ ਬਖਸ਼ੀ ਜਾ ਰਹੇ ਹਨ। ਸਤਿ ਨਾਮ ਹੇਤ ਲਾਏ ਚੇਤਨਾ ਚਿਤਾਵਈ। ਤੇ ਸਿੱਖਾਂ ਨੂੰ ਮਹਾਰਾਜ ਜਿਹੜੇ ਆ ਨਾ ਉਹ ਸਤਨਾਮ ਵਾਹਿਗੁਰੂ ਜਿਹੜਾ ਸੱਚਾ ਨਾਮ ਹੈ ਉਹਦੇ ਨਾਲ ਲਾ ਲਏ, ਕਿਉਂਕਿ ਹੇਤ ਕਹੀਏ ਭਲਾ ਸਭ ਦਾ ਉਸੇ ਚੀਆ ਬਿਨ ਹਰ ਭਜਨ ਨਹੀਂ ਛੁਟਕਾਰਾ, ਨਾਨਕ ਕਹਿ ਘਰ ਕੇਵਲ ਨਾਮ। ਤੇ ਜਿਹੜਾ ਉਹ ਚੇਤਨਾ ਪਰਮੇਸ਼ਰ ਹੈ ਉਹਦੀ ਚੇਤਨਾ ਉਹਨੂੰ ਚੇਤੇ ਕਰਨ ਵਿੱਚ ਲਾ ਰਹੇ ਹੈ। ਸਭ ਸੰਸਾਰ ਨੂੰ ਵਾਰ-ਵਾਰ ਇਹੀ ਉਪਦੇਸ਼ ਦਿੰਦੇ ਹੈ ਕਿ ਚੇਤਨਾ ਹੈ ਤਾਂ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਐਸੇ ਉਪਦੇਸ਼ ਦੇ ਰਹੇ ਹੈ। ਤਨ ਚੇਤਨ ਚੇਤਨ ਚੇਤ ਦਿਓ ਨਹਿ ਭੋਗਨ ਹੇਤ ਗੋਬਿੰਦ ਦਿਓ, ਐਸੇ ਉਪਦੇਸ਼ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨੂੰ ਯਾਦ ਕਰਨ ਦੇ ਸਿੱਖਾਂ ਨੂੰ ਦਿੰਦੇ ਹੈ। ਮਨ ਕੇ ਵਿਕਾਰ ਨਾਸ਼ ਕਰੈ ਏਕ ਬਾਰ ਗਨ। ਜਿੰਨੇ ਮਨ ਦੇ ਵਿਸ਼ੇ ਵਿਕਾਰ ਹੁੰਦੇ ਇੱਕੋ ਉਪਦੇਸ਼ ਦੇ ਨਾਲ ਹੀ ਉਸ ਸਿੱਖ ਦੇ ਹਿਰਦੇ ਵਿੱਚੋਂ ਨਾਸ਼ ਕਰ ਦਿੰਦੇ ਆ। ਧੀਰਜ ਧਰਮ ਦਇਆ ਗੁਣ ਕੋ ਬੰਧਾਵਈ। ਬੜਾ ਧੀਰਜ ਬਖਸ਼ਦੇ ਹੈ, ਦਇਆ ਧਰਮ ਜਿਹੜੇ ਦੈਵੀ ਸੰਪਦਾ ਹੈ ਉਹ ਸਿੱਖਾਂ ਦੇ ਹਿਰਦੇ ਵਿੱਚ ਵਧਾ ਦਿੰਦੇ ਹੈ। ਤੇ ਆਸੁਰੀ ਸੰਪਦਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿਸ਼ੇ ਵਿਕਾਰ ਈਰਖਾ ਦਵੈਸ਼ ਇਹ ਸਭ ਕੁਝ ਨਾਸ਼ ਕਰ ਦਿੰਦੇ ਹੈ। ਆਸੁਰੀ ਸੰਪਦਾ ਨੂੰ ਨਾਸ਼ ਕਰਦੇ ਹੈ ਤੇ ਦੈਵੀ ਸੰਪਦਾ ਨੂੰ ਵਧਾਉਤ ਕਰ ਦਿੰਦੇ ਹਨ। ਸਮਤਾ ਸੰਤੋਖ ਸੋ ਸੰਤੋਖ ਸਿੰਘ ਹਿਰਦੇ ਬਾਸ। ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਵੀ ਜਿਹੜਾ ਮਹਾਰਾਜ ਤੋਂ ਉਪਦੇਸ਼ ਲੈਂਦਾ ਜਾਂ ਬਾਲਾ ਪ੍ਰੀਤਮ ਦੇ ਦਰਸ਼ਨ ਕਰਦਾ ਹੈ ਉਹਨੂੰ ਸਮਤਾ ਬਿਰਤੀ ਬਖਸ਼ਿਸ਼ ਕਰ ਦਿੰਦੇ ਹੈ ਵੀ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ। ਕਿਸੇ ਨਾਲ ਈਰਖਾ ਨਹੀਂ ਰਹਿੰਦੀ, ਸਮਤਾ ਬਿਰਤੀ ਬਖਸ਼ਦੇ ਹੈ। ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਕਲ ਚਿੰਤਾ ਰਾਖ ਅਨੰਤਾ ਔਰ ਤਰੋ ਸਭ ਆਸਾ ਰੇ, ਪ੍ਰਣਵੇ ਨਾਮਾ ਭੈ ਨਿਹ ਕਾਮਾ ਕੋ ਠਾਕੁਰ ਕੋ ਦਾਸਾ ਰੇ। ਐਸੇ ਪਾਵਨ ਪਵਿੱਤਰ ਉਪਦੇਸ਼ ਜਿੱਥੇ ਸਭ ਪਾਸੇ ਬ੍ਰਹਮ ਦਿਸਣ ਲੱਗ ਪਏ ਐਸੇ ਉਪਦੇਸ਼ ਮਹਾਰਾਜ ਬਖਸ਼ਿਸ਼ ਕਰਦੇ ਹੈ। ਤੇ ਸੰਤੋਖ ਦੇ ਸੋ ਨਾਲ ਭਾਵ ਬੜੀ ਧੀਰਜ ਵਧਾ ਦਿੰਦੇ ਹਨ, ਸਮੇਤ ਸੰਤੋਖ ਦੇ ਜੀ। ਸਿੱਖੀ ਕੋ ਪ੍ਰਕਾਸ਼ ਨੀਕੇ ਸੁਗਮ ਬਤਾਵਈ। ਸਿੱਖਾਂ ਦੇ ਹਿਰਦੇ ਅੰਦਰ ਸਤ ਸੰਤੋਖ ਸਮਤਾ ਵਰਗੇ ਸ਼ੁਭ ਗੁਣਾਂ ਦਾ ਵਾਸਾ ਹੁੰਦਾ ਬਾਲਾ ਪ੍ਰੀਤਮ ਦੀ ਸੰਗਤ ਕਰਕੇ। ਤੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ ਉਹਨੂੰ ਪ੍ਰਕਾਸ਼ ਕਰ ਰਹੇ ਹੈ। ਸਿੱਖੀ ਵੱਧ ਰਹੀ ਹੈ ਗੁਰੂ ਨਾਨਕ ਸਾਹਿਬ ਦੀ ਬਾਲਾ ਪ੍ਰੀਤਮ ਸਾਹਿਬ ਦੇ ਤਖਤ 'ਤੇ ਬੈਠਣ ਦੇ ਕਾਰਨ। ਤੇ ਜਿਹੜਾ ਸਿੱਖੀ ਦਾ ਰਸਤਾ ਖਾਲਸਾ ਦੀ ਪਰਮੇਸ਼ਰ ਨੂੰ ਮਿਲਣ ਦਾ ਰਸਤਾ ਜਿਹੜਾ ਹੈ ਭਾਵ ਭਗਤੀ ਦਾ ਉਹ ਬੜਾ ਸੌਖਾ ਹੀ ਜਣਾ ਦਿੰਦੇ ਵੀ ਜਿਵੇਂ ਜਲ ਧਾਰੇ ਕਰਨੇ ਕੋ ਜਗ ਕਰਨੇ ਕੋ ਤਪ ਕਰਨੇ ਬੜੇ ਕਈ ਸਾਲ ਜਿਹੜਾ ਉਹ ਇੱਦਾਂ ਸਾਧਨਾ ਸਾਧਨੀ ਯੋਗ ਆਸਣ ਕਰਨੇ 84 ਆਸਣ ਲਾਉਣੇ ਇਹ ਸਭ ਦਾ ਖੰਡਨ ਕਰਕੇ ਤੇ ਸੁਧਾ ਮਾਰਗ ਦੱਸ ਦਿੰਦੇ। ਅਬ ਕਲੂ ਆਇਓ ਰੇ ਇੱਕ ਨਾਮ ਬੋਵਾ ਬੋਵਹੁ ਅਨਰੂਤ ਨਾਹੀ ਨਾਹੀ ਮਤ ਭਰਮ ਭੂਲਾ ਭੂਲਾ ਗੁਰ ਮਿਲੇ ਹਰ ਪਾਇਆ ਜਿਸ ਮਸਤਕ ਹੈ ਲੇਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ। ਇਹ ਨਾਮ ਦਾ ਸਮਾਂ ਹੈ, ਕਲੀ ਕਰਮ ਕ੍ਰਿਤਵਾ ਜਾਂ ਇਸੇ ਤਰ੍ਹਾਂ ਉਪਦੇਸ਼ ਬਖਸ਼ਿਸ਼ ਕਰਦੇ। ਸਤਿਯੁਗ ਸਤ ਤੇਤਾ ਜੱਗੀ ਦੁਆਪੁਰ ਪੂਜਾ ਚਾਰ ਤੀਨਾ ਯੁਗ ਤੀਨਾ ਉਂਦੜੇ ਕਲ ਕੇਵਲ ਨਾਮ ਆਧਾਰ।
ਨਾਮ ਦਾ ਆਸਰਾ ਹੈ ਕਲਯੁਗ ਦੇ ਅੰਦਰ। ਬਾਲਾ ਪ੍ਰੀਤਮ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਸੌਖਾ ਰਸਤਾ ਭਾਉ ਭਗਤੀ ਦਾ ਦੱਸ ਕੇ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਰਹੇ ਹਨ। ਜਾਨ ਸਿੱਖ ਆਪਨੋ ਹਰਤ ਤੀਨ ਤਾਪਨੋ। ਤੇ ਸਭ ਸਿੱਖ ਸਾਧ ਸੰਗਤ ਜੀ ਇੱਦਾਂ ਮਹਾਰਾਜ ਦਾ ਬੜਾ ਪ੍ਰੇਮ ਕਰਦੇ ਆ। ਪਾਤਸ਼ਾਹ ਜੀ ਵੀ ਸਭ ਸਿੱਖਾਂ ਨੂੰ ਆਪਦੇ ਜਾਣ ਕਰਕੇ ਤੇ ਉਹਨਾਂ ਦੇ ਤਿੰਨੇ ਤਾਪ ਨਾਸ਼ ਕਰੀ ਜਾ ਰਹੇ। ਆਦੀ ਵਿਆਦੀ ਉਪਾਦੀ ਤੀਨੋਂ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਮਹਾਰਾਜ ਉਹਨਾਂ ਦੇ ਆਦੀ ਵਿਆਦੀ ਉਪਾਦੀ ਤਿੰਨੇ ਤਾਪ ਨਾਸ਼ ਕਰੀ ਜਾ ਰਹੇ ਹਨ। ਬਿਨਾ ਹੀ ਤਪ ਤਪਨੋ ਸੁਫਲ ਮਹਾ ਪਾਵਈ। ਸਤਿਗੁਰਾਂ ਦੇ ਦਰਸ਼ਨ ਕਰਕੇ ਸਿੱਖ ਜਿਹੜੇ ਆ ਬੜਾ ਭਾਰੀ ਫਲ ਪ੍ਰਾਪਤ ਕਰ ਰਹੇ। ਬਿਨਾਂ ਕੋਈ ਬਹੁਤਾ ਤਪ ਘਾਲਣਾ ਘਾਲੀ ਤੋਂ, ਬਿਨਾਂ ਵੱਡਾ ਕੋਈ ਸੰਘਰਸ਼ ਮਨ ਦਾ ਲੜੇ ਤੋਂ, ਸਿੱਧਾ ਹੀ ਬਸ ਦਰਸ਼ਨ ਕਰਨ ਦੇ ਨਾਲ ਹੀ ਜਿਹੜਾ ਹੈ ਉਹ ਸ੍ਰੀ ਹਰਿਕ੍ਰਿਸ਼ਨ ਧਿਆਈ ਆ ਜਿਸ ਡਿੱਠੇ ਸਭ ਦੁੱਖ ਜਾਏ। ਕੇਵਲ ਮਹਾਰਾਜ ਦੇ ਦਰਸ਼ਨਾਂ ਮਾਤਰ ਹੀ ਸਿੱਖਾਂ ਦੀ ਕਲਿਆਣ ਹੋ ਰਹੀ ਹੈ। ਆਏ ਦੇਸ਼ ਦੇਸ਼ ਤੇ ਵਿਸ਼ੇਸ਼ ਭੇਟ ਦੇ ਨਿਜ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ, ਬੜੀਆਂ ਵਿਸ਼ੇਸ਼ ਭੇਟਾਵਾਂ ਬਾਲਾ ਪ੍ਰੀਤਮ ਵਾਸਤੇ ਸਾਧ ਸੰਗਤ ਲੈ ਲੈ ਕੇ ਆਉਂਦੀ ਹੈ। ਦਰਸ ਅਸ਼ੇਸ਼ ਲੇ ਕਲੇਸ਼ਨ ਵਿਨਾਸ਼ ਤੇ ਤੇ। ਮਹਾਰਾਜ ਦੇ ਦਰਸ਼ਨ ਬੜੇ ਭਾਰੀ ਹਨਗੇ। ਕਹਿੰਦੇ ਜਿਹੜਾ ਦਰਸ਼ਨ ਕਰਦਾ ਹੈ, ਉਹਨਾਂ ਦੇ ਕਲੇਸ਼ 5 ਪ੍ਰਕਾਰ ਦੇ ਜਿਹੜੇ ਅਵਿਦਿਆ, ਅਸਮਤਾ, ਰਾਗ, ਦਵੈਖ, ਅਭਿਨਵੇਸ਼, ਇਹ 5 ਪ੍ਰਕਾਰ ਦੇ ਕਲੇਸ਼ ਮੰਨੇ ਜਿਹੜੇ ਉਹ ਸਭ ਨਾਸ਼ ਹੋ ਰਹੇ ਹਨ। ਪਸਰਿਓ ਸੋ ਜਸ ਜਹਾਂ ਕਹਾਂ ਸਭ ਲੋਕ ਕਰੈ। ਕਹਿੰਦੇ ਸਭ ਪਾਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਵਡਿਆਈ ਖਾਲਸਾ ਦੀ ਫੈਲ ਰਹੀ ਹੈ। ਜਿੱਥੇ ਕਿੱਥੇ ਸਭ ਲੋਕ ਪਰਲੋਕ ਦੇ ਵਿੱਚ ਪਾਤਸ਼ਾਹ ਜੀ ਦੀ ਸੋਭਾ ਹੁੰਦੀ ਹੈ। ਵੀ ਮਹਾਰਾਜ ਨੇ ਉਹ ਜਿਹੜਾ ਤਖਤ ਗੁਰੂ ਨਾਨਕ ਸਾਹਿਬ ਦਾ ਸੀ, ਤਖਤ 'ਤੇ ਬੈਠਣ ਦੀ ਜਿਹੜੀ ਮਰਿਆਦਾ ਸੀ ਸਿੱਖਾਂ ਦੇ ਕਲਿਆਣ ਕਰਨ ਦੀ, ਉਹ ਬਾਦ ਦਸਤੂਰ ਬਾਲਾ ਪ੍ਰੀਤਮ ਨੇ ਜਾਰੀ ਰੱਖੀ ਹੈ। ਇੱਦਾਂ ਸੰਗਤਾਂ ਬੜੀ ਜੈ ਜੈਕਾਰ ਕਰਦੀਆਂ ਹਨ। ਬਾਲਕ ਸਰੂਪ ਤੇ ਚ ਅਧਿਕ ਪ੍ਰਕਾਸ਼ ਤੇ। ਸਰੂਪ ਬਾਲਕ ਹੈ, ਬੱਚੇ ਉਮਰ ਦੇ ਬੱਚੇ ਹੈ, ਨਿਆਣੀ ਉਮਰ, ਪਰ ਮਹਾਰਾਜ ਕਵੀ ਰਾਜ ਕਹਿੰਦੇ ਕਿ ਸਰੂਪ ਦਾ ਪ੍ਰਕਾਸ਼ ਜਿਹੜਾ ਨਾ ਪ੍ਰਤਾਪ ਹੈ ਉਹ ਬਹੁਤ ਭਾਰੀ ਹੈ। ਜਿਵੇਂ ਸੂਰਜ ਹੁੰਦਾ ਨਾ ਦੁਪਹਿਰੇ ਦਾ, ਐਦਾਂ ਭਾਰੀ ਪ੍ਰਤਾਪ ਜਾਪਦਾ ਹੈ। ਧਰਾ ਸਿੰਧ ਮੇਖਲਾ ਸਕਲ ਥਾਨ ਮਨ ਮਨ। ਜਿੰਨੀ ਧਰਤੀ ਨੂੰ ਸਮੁੰਦਰ ਨੇ ਘੇਰਿਆ ਹੋਇਆ, ਜਿਵੇਂ ਤੜਾਗੀ ਬੰਨੀ ਹੁੰਦੀ ਲੱਕ ਦੁਆਲੇ, ਭਾਵ ਧਰਤੀ ਦੇ ਦਾਲੇ ਦਾਲੇ ਸਮੁੰਦਰ ਹੈ। ਉਹ ਸਮੁੰਦਰ ਤੋਂ ਬਾਹਰਲੇ ਲੋਕ ਭਾਵ ਧਰਤੀ ਦੇ ਉੱਪਰ ਜਿਹੜੇ ਤੇ ਜਾਂ ਟਾਪੂਆਂ 'ਚ ਬੈਠੇ ਆ, ਸਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਜੈ ਜੈਕਾਰ ਕਰਦੇ ਹਨ। ਆਨਤ ਮਨੋਤ ਕੋ ਮਨੋਰਥ ਕੇ ਵਾਸਤੇ। ਭਾਵ ਕੇ ਟਾਪੂਆਂ ਤੋਂ, ਹੋਰ ਦੇਸਾਂ ਵਿਦੇਸਾਂ, ਮਹਾਂਦੀਪ ਉਪਦੀਪ, ਖੰਡਾਂ ਵਰ ਭੰਡਾਂ ਤੋਂ ਸੰਗਤ ਆਉਂਦੀ ਹੈ। ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੀ ਮਨ 'ਚ ਉੱਥੇ ਬੈਠੇ ਕੋ ਮਨੌਤ ਮੰਗ ਲੈਂਦੀ ਨਾ, ਜੇ ਵੀ ਹੇ ਬਾਲਾ ਪ੍ਰੀਤਮ ਮਹਾਰਾਜ ਅਸੀਂ ਆ ਲੈ ਕੇ ਆ ਵਸਤੂ ਆਪ ਜੀ ਕੇ ਚਰਨੀ ਭੇਟ ਚੜਾਵਾਂਗੇ, ਸਾਡਾ ਕਾਰਜ ਸਿੱਧ ਹੋ ਜਾਵੇ। ਉਹ ਮਨ ਦੀ ਸੁਖਣਾ ਜਿਹੜੀ ਕੋ ਮਨੌਤ ਹੁੰਦੀ, ਪਾਤਸ਼ਾਹ ਜੀ ਝਾਟੀ ਪੂਰੀ ਕਰ ਦਿੰਦੇ ਆ। ਪੀਰ ਆਸ ਪਾਸ ਤੇ ਨਾ ਤਿਆਗਾਂ ਸੁਖ ਆਸ ਤੇ। ਜਾਂ ਮਨੋਰਥ ਪੂਰੇ ਹੋਣ ਵਾਸਤੇ ਸੰਗਤ ਪਹੁੰਚਦੀ ਵੀ ਸਾਡੀ ਅਰਦਾਸ ਹੈ ਮਹਾਰਾਜ ਅੱਗੇ। ਕੀਰਤਪੁਰ ਸਾਹਿਬ ਪਹੁੰਚ ਰਹੀ ਹੈ, ਆਸ ਪਾਸ ਸਿੱਖਾਂ ਦੀ ਭੀੜ ਲੱਗੀ ਰਹਿੰਦੀ, ਜਿਵੇਂ ਚੰਦਰਮਾ ਪੁਰਵਾਰਿਆ ਹੁੰਦਾ। ਇੱਦਾਂ 4 ਚੁਫੇਰੇ ਸੰਗਤਾਂ ਆਪਦਾ ਭਲਾ ਜਾਣ ਕੇ ਵੀ ਸਾਡਾ ਭਲਾ ਮਹਾਰਾਜ ਦੇ ਦਰਸ਼ਨ ਦੇ ਵਿੱਚ ਹੀ ਹੈ ਤੇ ਪਾਸ ਰਹਿਣ ਦੇ ਵਿੱਚ ਹੀ ਹੈ। ਸਤਿਗੁਰਾਂ ਨੂੰ ਤਿਆਗਦੀ ਨਹੀਂ ਸੰਗਤ, ਘੇਰਾ ਘੱਤ ਕੇ ਸੁੱਖਾਂ ਦੀ ਇੱਛਾ ਕਰਕੇ ਖੜੀ ਰਹਿੰਦੀ ਹੈ। ਸ਼ਬਦ ਕੇ ਬਿਲਾਸ ਤੇ ਭਗਤ ਮੈਂ ਹੁਲਾਸ ਤੇ। ਮਹਾਰਾਜ ਦਾ ਸ਼ਬਦ ਬਿਲਾਸ ਬੋਲਣ ਦੇ ਨਾਲ ਸੱਚੇ ਪਾਤਸ਼ਾਹ ਜਦੋਂ ਗੁਰੂ ਕੋਈ ਸ਼ਬਦ ਉਚਾਰਦੇ, ਕੋਈ ਬਚਨ ਬਿਲਾਸ ਕਰਦੇ ਆ ਤੇ ਬੜੀ ਭਾਰੀ ਸਿੱਖਾਂ ਦੇ ਹਿਰਦੇ ਅੰਦਰ ਭਗਤੀ ਪ੍ਰਕਾਸ਼ ਹੁੰਦੀ ਹੈ ਤੇ ਭਗਤੀ ਦੇ ਭਾਉ ਦੇ ਭਰੇ ਹੋਏ ਹਿਰਦੇ ਖਿੜ ਜਾਂਦੇ ਆ। ਹੁਲਾਸ ਤੇ ਕਹੀਏ ਝੂਮਣ ਲੱਗ ਪੈਂਦੇ ਆ। ਉਹਨਾਂ ਸਿੱਖਾਂ ਦੇ ਭਗਤਾਂ ਦੇ ਹਿਰਦੇ ਅੰਦਰ ਬੜਾ ਭਾਰੀ ਖੇੜਾ ਆ ਜਾਂਦਾ ਹੈ ਪਾਤਸ਼ਾਹ ਦੇ ਬਚਨ ਬਿਲਾਸ ਸੁਣਦਿਆਂ ਹੋਇਆਂ। ਗੁਰੂ ਹਰਿਕ੍ਰਿਸ਼ਨ ਬਿਦਤ ਭਏ ਪੁਰ ਪੁਰ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਰੇ ਨਗਰਾਂ, ਪਿੰਡਾਂ, ਸ਼ਹਿਰਾਂ ਸਭ ਧਰਤੀ ਤੇ ਪ੍ਰਗਟ ਹੋ ਰਹੇ ਹਨ। ਬੜੀ ਸੋਭਾ ਹੁੰਦੀ ਹੈ। ਸੰਗਤ ਅਨੇਕ ਇੱਕ ਆਵੈ ਇੱਕ ਜਾਤ ਹੈ। ਅਨੇਕ ਸੰਗਤਾਂ ਆਉਂਦੀਆਂ ਬਾਲਾ ਪ੍ਰੀਤਮ ਦੇ ਦਰਸ਼ਨ ਕਰਨ। ਕੀਰਤਪੁਰ ਸਾਹਿਬ ਰਾਹ ਭਰੇ ਤੁਰੇ ਆਉਂਦੇ, ਡੰਡੀਆਂ ਭਰੀਆਂ ਤੁਰੀਆਂ ਆਉਂਦੀਆਂ। ਇੱਕ ਆਉਂਦਾ ਹੈ, ਇੱਕ ਦਰਸ਼ਨ ਕਰ ਕਰਕੇ ਮੁੜਦਾ ਹੈ। ਕੀਰਤ ਕਰਤ ਦੁਖ ਹਰਤ ਦਰਸ ਕਰ। ਮਹਾਰਾਜ ਦੀ ਵਡਿਆਈ ਕਿ ਘਰ ਦੀ ਸੰਗਤ ਘਰ ਜਾਂਦਿਆਂ ਕਹਿੰਦੇ ਜਿਹੜਾ ਦਰਸ਼ਨ ਕਰਦਾ ਹੈ ਨਾ ਬਾਲਾ ਪ੍ਰੀਤਮ ਦੇ,
ਦਰਸ਼ਨ ਕਰਨ ਮਾਤਰ ਹੀ ਉਹਦੇ ਦੁੱਖ ਨਾਸ਼ ਹੋ ਜਾਂਦੇ ਹਨ। ਪਰਮ ਪ੍ਰਸੰਨਤਾ ਕੋ ਔਰ ਉਪਜਾਤ ਹੈ। ਭਾਈ ਦਰਸ਼ਨ ਕਰੋ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ। ਜਿਹੜਾ ਇਹਨਾਂ ਦੇ ਦਰਸ਼ਨ ਕਰਦਾ ਹੈ, ਬਹੁਤ ਭਾਰੀ ਜਿਹੜਾ ਆਨੰਦ ਹੈ ਉਹ ਇਹਦੇ ਵਿੱਚ ਪੈਦਾ ਕਰ ਦਿੰਦੇ ਹੈ। ਦੁੱਖਾਂ ਬਿਘਨਾਂ ਕਲੇਸ਼ਾਂ ਦਾ ਨਾਸ਼ ਕਰਦੇ ਹਨ। ਜੀਵਰ ਜਰਾਵ ਜਰਿਓ ਜਾਹ ਜਗਤ ਜੋਤ। ਕਵੀ ਰਾਜ ਕਹਿੰਦੇ ਪਾਤਸ਼ਾਹ ਬਾਲਾ ਪ੍ਰੀਤਮ ਦੀ ਜੋਤ ਜਿਹੜੀ ਨਾ, ਪ੍ਰਕਾਸ਼ ਜਿਹੜਾ ਹੈ, ਪ੍ਰਤਾਪ, ਉਹ ਇਦਾਂ ਹੋ ਰਿਹਾ ਜਿਵੇਂ ਕੋਈ ਗਹਿਣਾ, ਬਹੁਤ ਗਹਿਣੇ ਦੇ ਉੱਪਰ ਜੜਾਉਤ, ਕੋਈ ਹੀਰੇ ਜਵੇਹਰ ਜੜੇ ਹੋਣ, ਕੋਈ ਮੋਤੀ ਜੜੇ ਹੋਣ, ਤੇ ਉਹ ਜਗਮਗ ਜਗਮਗ ਜਿਵੇਂ ਕੋਈ ਗਹਿਣਾ ਕਰਦਾ ਨਾ, ਸੋਨੇ ਦਾ ਗਹਿਣਾ ਉੱਪਰ ਹੀਰੇ ਮੋਤੀ ਜੜੇ ਤੇ ਉਹਦਾ ਪ੍ਰਕਾਸ਼ ਪੈਂਦਾ ਹੈ। ਜੇਬ ਦੇ ਅਜਾਇਬ ਜਬਰ ਜਨ ਜਾਤ ਹੈ। ਕਹਿੰਦੇ ਜਿਵੇਂ ਜੇਬ ਕਹੀਏ, ਬੇਅੰਤ ਬੇਅੰਤ ਬਹੁਤ ਅਸਚਰਜ ਅਜਾਇਬ ਸੋਭਾ ਜਿਹੜੀ ਉਹਨਾਂ ਦੀ ਜਾਣੀ ਜਾਂਦੀ ਨਾ, ਚਮਕ ਪ੍ਰਕਾਸ਼ ਪੈਂਦਾ ਕਿਸੇ ਗਹਿਣੇ ਦੇ ਉੱਪਰ ਜੜੀ ਹੋਈ ਜੜਾਉਤ ਹੀਰੇ ਮੋਤੀ ਦਾ, ਜਬਰ ਬਹੁਤਾ ਅਸਚਰਜ ਹੀ। ਕਹਿੰਦੇ ਇਸੇ ਤਰ੍ਹਾਂ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਨ ਨੂੰ ਬੇਸ਼ਕੀਮਤੀ ਗਹਿਣੇ ਵਾਂਗਰਾਂ ਜਗਮਗ ਜਗਮਗ ਕਰਦੇ ਆ। ਸਭ ਪਾਸੇ ਇਹਨਾਂ ਦੀ ਪ੍ਰਕਾਸ਼ ਵਡਿਆਈ ਸੋਭਾ ਹੋ ਰਹੀ ਹੈ। ਗਿਆਨ ਅਵਦਾਤ ਹੈ ਆਨੰਦ ਉਮਗਾਤ ਹੈ। ਤੇ ਗਿਆਨ ਨੂੰ ਪ੍ਰਗਟ ਕਰਨ ਵਾਲੇ, ਗਿਆਨ ਦੇ ਦਾਤੇ, ਗਿਆਨ ਸਰੂਪ ਹਨ ਸੱਚੇ ਪਾਤਸ਼ਾਹ। ਤੇ ਆਨੰਦ ਸਿੱਖਾਂ ਦੇ ਹਿਰਦੇ ਵਿੱਚ ਉਮੰਗਾ ਦਿੰਦੇ ਆ, ਪੈਦਾ ਕਰ ਦਿੰਦੇ ਹਨ ਜੀ। ਬਿਲੰਦ ਸਭ ਭਾਂਤ ਹੈ ਮਨਾਵੇ ਸਭ ਜਾਤ ਹੈ। ਤੇ ਸਭ ਤਰ੍ਹਾਂ ਕਰਕੇ ਬਿਲੰਦ ਵੱਡਿਆਂ ਤੋਂ ਵੱਡੇ ਆ ਸੱਚੇ ਪਾਤਸ਼ਾਹ ਜੀ। ਤੇ ਸਾਰੀ ਜਾਤਾਂ, ਸਭ ਜਿਹੜੇ ਪਸ਼ੂ ਪੰਛੀ, ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਣ ਪਾਰ ਉਤਾਰੈ। ਸਾਰਾ ਸੰਸਾਰ ਪਸ਼ੂ ਪਕਸ਼ੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ, ਸਭ ਜਾਤਾਂ ਦੇ ਵਜਾਤੀ ਸਜਾਤੀ ਭੇਦ ਸਹਿਤ ਸਭ ਤਰ੍ਹਾਂ ਦੇ ਲੋਕ ਪਾਤਸ਼ਾਹ ਨੂੰ ਧਿਆਉਂਦੇ ਹੈ, ਮਹਾਰਾਜ ਨੂੰ ਪੂਜਦੇ ਹਨ। ਦੋਹਰਾ ਕਿਤਕ ਕਾਲ ਬੀਤਤ ਭਇਓ। ਏਦਾਂ ਕਵੀ ਰਾਜ ਕਹਿੰਦੇ ਮਹਾਰਾਜ ਨੇ ਰੰਗ ਭਾਗ ਲਾਏ, ਕੀਰਤਪੁਰ ਸਾਹਿਬ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ। ਤੇ ਕਈ ਸਮੇਂ ਦਿਨ, ਕੋਈ ਮਹੀਨੇ ਅਜੇ ਲੰਘ ਗਏ ਹਨ। ਗੁਰਤਾ ਲਗ ਸੁਤ ਦੀਨ। ਜਦੋਂ ਇਹ ਸਭ ਪਾਸੇ ਪ੍ਰਗਟ ਹੋ ਗਈ ਗੱਲ ਵੀ ਸਤਿਗੁਰੂ ਹਰਿਰਾਏ ਸਾਹਿਬ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ। ਰਾਮ ਰਾਏ ਬੜ ਪੁੱਤਰ ਸੁਨ। ਤੇ ਜਿਹੜਾ ਵੱਡਾ ਪੁੱਤਰ ਸੀ ਨਾ ਪਾਤਸ਼ਾਹ ਦਾ, ਬਾਬਾ ਰਾਮ ਰਾਏ ਜੀ, ਜਦੋਂ ਇਸ ਦੇ ਕੰਨੀ ਇਹ ਗੱਲ ਪਈ ਵੀ ਸਾਡੇ ਪਿਤਾ ਜੀ ਤਾਂ ਸੱਚਖੰਡ ਚਾਲਾ ਮਾਰ ਗਏ ਹੈ ਤੇ ਗੁਰਤਾ ਗੱਦੀ ਸਾਡੇ ਛੋਟੇ ਭਰਾਤਾਂ ਨੂੰ ਦੇ ਗਏ ਹਨ। ਪਛਤਾਵਤ ਮਨ ਦੀਨ। ਮਨ ਵਿੱਚ ਬੜਾ ਦੁਖੀ ਹੁੰਦਾ ਰਾਮ ਰਾਏ, ਬੜਾ ਸਿਰ ਮਾਰਦਾ ਹੈ ਤੇ ਏਦਾਂ ਬੜਾ ਦੁਖੀ ਹੋ ਕੇ ਪਛਤਾਉਂਦਾ ਹੈ। ਸਵਈਆ ਦੇਖੋ ਕਹਾਂ ਇਹ ਬਾਤ ਭਈ। ਉਹ ਫਿਰ ਜਿੱਥੇ ਸਭਾ ਸਜੀ ਹੋਈ ਸੀ ਨਾ ਰਾਮ ਰਾਏ ਦੀ, ਉਹ ਰਾਮ ਰਾਏ ਆਪਦੀ ਸਭਾ ਵਿੱਚ ਕਹਿੰਦਾ ਹੈ ਨਾਲ ਦੇ ਬੈਠੇ ਸੰਗੀਆਂ ਸਾਥੀਆਂ ਨੂੰ, ਕਹਿੰਦੇ ਵੇਖੋ ਭਾਈ, ਇਹ ਕਿਹੋ ਜਿਹੀ ਸੰਸਾਰ ਤੇ ਅਸਚਰਜ ਗੱਲ ਹੋ ਗਈ। ਇਹ ਕਿਹੋ ਜਿਹਾ ਜਿਹੜਾ ਜੱਗੋਂ 13ਵੀਂ ਮਹਾਰਾਜ ਨੇ ਕਰ ਮਾਰੀ ਹੈ। ਪਹਿਲੇ ਮੁਝ ਕੋ ਬਹੁ ਦੇ ਵਡਿਆਈ। ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਪਿਤਾ ਜੀ ਕੀ ਕਰ ਗਏ। ਪਹਿਲਾਂ ਤਾਂ ਜਦੋਂ ਮੈਂ ਦਿੱਲੀ ਆਉਣਾ ਸੀ ਤੇ ਮੈਨੂੰ ਵਡਿਆਈ ਦੇ ਦਿੱਤੀ, ਸਾਰੇ ਪਾਸੇ ਮੇਰੀ ਸੋਭਾ ਕਰਵਾ ਦਿੱਤੀ, ਮੈਨੂੰ ਸਭ ਤਰ੍ਹਾਂ ਦੀਆਂ ਕਰਾਮਾਤਾਂ ਤੇ ਸ਼ਕਤੀਆਂ ਦੇ ਦਿੱਤੀਆਂ ਸਨ। ਮਾਥ ਪੈ ਹਾਥ ਧਰਿਓ ਹਿਤ ਸਾਥ। ਤੇ ਬੜਾ ਪ੍ਰੇਮ ਕੀਤਾ ਮੈਨੂੰ। ਦਿੱਲੀ ਆਉਣ ਸਮੇਂ ਮੇਰੇ ਮੱਥੇ ਤੇ ਪ੍ਰੇਮ ਨਾਲ ਹੱਥ ਰੱਖਿਆ ਤੇ ਮੈਨੂੰ ਇਹ ਗੱਲ ਕਹੀ ਸੀ, ਕਰਿਓ ਸਮਰੱਥ ਲਖਿਓ ਸਮੁਦਾਈ। ਤੇ ਮੈਨੂੰ ਸਭ ਤਰ੍ਹਾਂ ਕਰਕੇ ਨਾ ਸਿਆਣਾ ਜਾਣ ਕੇ ਸਤਿਗੁਰੂ ਹਰਿਰਾਏ ਸਾਹਿਬ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਨੂੰ ਸਰਬ ਕਲਾ ਸਮਰੱਥ ਬਣਾ ਦਿੱਤਾ ਸੀ। ਇਹ ਗੱਲ ਸਾਰੇ ਜਾਣ ਗਏ ਸਨ। ਕੀਨ ਕਿਰਪਾ ਸ਼ਕਤੀ ਬੜ ਦੀਨ। ਮੇਰੇ ਤੇ ਬੜੀ ਕਿਰਪਾ ਕੀਤੀ ਸੀ ਸਤਿਗੁਰੂ ਹਰਿਰਾਏ ਸਾਹਿਬ ਨੇ ਤੇ ਮੈਨੂੰ ਸਰਬ ਕਲਾ ਸਮਰੱਥ ਬਣਾਇਆ, ਸ਼ਕਤੀਆਂ ਦਿੱਤੀਆਂ ਤੇ ਬੜੀ ਮੇਰੀ ਸੋਭਾ, ਸੰਗਤ ਨੂੰ ਪਤਾ ਇਸ ਗੱਲ ਦਾ, ਸਭ ਜਾਣਦੇ, ਬੜੀ ਕਿਰਪਾ ਕੀਤੀ ਸੀ। ਜਥਾ ਕਹਿ ਬਾਕ ਤਥਾ ਹੋਈ ਜਾਈ। ਤੇ ਮੈਨੂੰ ਇਹ ਬਚਨ ਕਹੇ ਸੀ ਪਿਤਾ ਸਤਿਗੁਰਾਂ ਨੇ ਕਿ ਰਾਮ ਰਾਏ ਪੁੱਤਰ, ਤੂੰ ਮੂੰਹੋਂ ਜੋ ਕਹੇਗਾ ਹੋਏਗਾ, ਅਸੀਂ ਤੇਰੀ ਰਸਨਾ ਤੇ ਵਸਦੇ ਹਾਂ, ਤੇਰਾ ਬਚਨ ਕਦੇ ਝੂਠਾ ਨਹੀਂ ਜਾਏਗਾ। ਆਪ ਪ੍ਰਸੰਨ ਹੋਇਆ ਮੋਹਿ ਪਠਿਓ ਇਤ। ਤੇ ਇਹ ਸਾਧ ਸੰਗਤ ਜੀ, ਇਹ ਰਾਮ ਰਾਏ ਦਿੱਲੀ ਬੈਠਾ ਹੋਇਆ ਕਹਿੰਦਾ ਮੈਨੂੰ ਬਾਲਾ ਸਤਿਗੁਰੂ ਹਰਿਰਾਏ ਸਾਹਿਬ ਨੇ ਦਿੱਲੀ ਭੇਜਿਆ, ਸਭ ਸ਼ਕਤੀਆਂ ਦਿੱਤੀਆਂ ਮੈਨੂੰ, ਆਖਿਆ ਪੁੱਤਰ ਅਸੀਂ ਤੇਰੀ ਰਸਨਾ ਤੇ ਵਸਦੇ ਹਾਂ, ਜੋ ਕਹੇਗਾ ਉਹ ਪੂਰਾ ਹੋਏਗਾ, ਤੇ ਪ੍ਰਸੰਨ ਹੋ ਕੇ ਮੈਨੂੰ ਦਿੱਲੀ ਭੇਜਿਆ ਸੀ। ਸੰਗਤ ਸਿੱਖਨ ਸੰਗਰ ਲਾਈ। ਤੇ ਨਾਲ ਬੜੇ ਸਿੰਘ, ਭਾਈ ਤਾਰਾ ਜੀ ਵਰਗੇ ਸਿੱਖ ਤੇ ਭਾਈ ਇੱਦਾਂ ਜਿਹੜੇ ਹੈ ਗੁਰਦਾਸ ਜੀ, ਭਾਈ ਬਹਿਲੋ ਕੇ, ਇਹ ਮੇਰੇ ਨਾਲ ਤੋਰੇ ਸਨ। ਹੋਰ ਬੜੀਆਂ ਸਿੱਖ ਸੰਗਤਾਂ ਮੇਰੇ ਹੱਕ 'ਚ ਕੀਤੀਆਂ। ਦਿੱਲੀ ਦੀ ਸੰਗਤ ਨੂੰ ਹੁਕਮਨਾਮੇ ਲਿਖੇ ਮਹਾਰਾਜ ਨੇ ਵੀ ਸਾਡੇ ਪੁੱਤਰ ਰਾਮ ਰਾਏ ਆ ਰਹੇ ਹੈ
ਤੇ ਦਿੱਲੀ ਦੀ ਸੰਗਤ ਇਹਨਾਂ ਦਾ ਸਤਿਕਾਰ ਰੱਖੇ ਜੀ। ਮਹਿਪੁਰ ਆਏਗਾ ਸ਼ਾਹੂ ਕੇ ਸਾਥ। ਤੇ ਵੇਖੋ ਸਿੱਖੋ, ਮੈਂ ਵੀ ਮਹਾਰਾਜ ਦੇ ਬਚਨਾਂ ਤੇ ਪੂਰਾ ਉਤਰਿਆ। ਪਿਤਾ ਸਤਿਗੁਰਾਂ ਮੈਨੂੰ ਦਿੱਲੀ ਭੇਜਿਆ, ਮੈਂ ਦਿੱਲੀ ਆਇਆ। ਇੱਥੇ ਆ ਕੇ ਜੋ ਬਾਦਸ਼ਾਹ ਔਰੰਗਾ ਬੜਾ ਭਾਰੀ ਕਰੂਰ ਤੇ ਪਾਪੀ ਹੈ ਸੀ, ਮਿਲਿਓ ਸਭ ਰੀਤ ਕੇ ਕਾਜ ਤੇ ਸਵਾਰੇ। ਮੈਂ ਮਿਲਿਆ ਸਭ ਤਰ੍ਹਾਂ ਦੇ ਗੁਰੂ ਘਰ ਦੇ ਕੰਮ ਮੈਂ ਸਵਾਰੇ। ਔਰੰਗਜ਼ੇਬ ਦੇ ਨਾਲ ਵਿਗੜਨੋਂ ਗੁਰੂ ਘਰ ਦੀ ਬਚਾ ਲਈ। ਉਹ ਕਰਾਮਾਤ ਕਹਿੰਦਾ ਸੀ ਵਿਖਾਓ, ਤੇ ਮੈਂ ਬੜੀ ਸਿਆਣਪ ਵਰਤੀ ਤੇ ਕਰਾਮਾਤਾਂ ਵਿਖਾਈਆਂ ਸਨ। ਰਾਖਿਓ ਭਲੋ ਰਸ ਰੰਗ ਇਹਾਂ। ਤੇ ਮੈਂ ਇੱਥੇ ਰਹਿ ਕੇ ਬੜਾ ਰੰਗ ਰੱਖਿਆ, ਪ੍ਰੇਮ ਰੱਖਿਆ, ਔਰੰਗਜ਼ੇਬ ਦੇ ਨਾਲ ਵਿਗੜਨ ਨਹੀਂ ਦਿੱਤੀ ਸੀ। ਧਨ ਲੀਨੋ ਸਮੂਹ ਸਦਾ ਸੁਖ ਭਾਰੇ। ਤੇ ਉਲਟਾ ਔਰੰਗਜ਼ੇਬ ਗੁਰੂ ਘਰ ਨੂੰ 13,000 ਰੁਪਈਆ ਰੋਜ਼ ਦੀ ਮਾਇਆ ਦਿੰਦਾ ਰਿਹਾ। ਬੜੇ ਭਾਰੀ ਸੁੱਖ ਵੀ ਇੱਥੋਂ ਪ੍ਰਾਪਤ ਕੀਤੇ ਸੀ। ਕਿੱਥੇ ਔਰੰਗਜ਼ੇਬ ਦੁਖਦਾਈ ਸੀ ਗੁਰੂ ਘਰ ਵਾਸਤੇ, ਤੇ ਉਲਟਾ ਔਰੰਗਜ਼ੇਬ ਨੂੰ ਗੁਰੂ ਘਰ ਦਾ ਪ੍ਰੇਮੀ ਸ਼ਰਧਾਲੂ ਮੈਂ ਬਣਾਇਆ। 13,000 ਰੁਪਈਆ ਦਿੰਦਾ ਰਿਹਾ, ਤੇ ਬੜੇ ਭਾਰੀ ਸੁੱਖ ਗੁਰੂ ਘਰ ਨੂੰ ਹੋਏ ਸਨ। ਆਪਨੋ ਦੀਹ ਪ੍ਰਤਾਪ ਦਿਖਾਏ ਕੈ। ਮੈਂ ਰਾਮ ਰਾਏ ਨੇ ਆਪਦਾ ਬੜਾ ਭਾਰੀ ਪ੍ਰਤਾਪ ਵਿਖਾਇਆ ਦਿੱਲੀ ਵਿੱਚ। ਸਿੱਖੀ ਕੀ ਰੀਤ ਮਹਾ ਤੇ ਵਿਸਤਾਰੇ। ਦਿੱਲੀ ਦਰਬਾਰ ਵਿੱਚ ਸਰਕਾਰੇ ਦਰਬਾਰੇ ਮੈਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਮਰਿਆਦਾ ਪ੍ਰਗਟ ਕੀਤੀ, ਦੱਸਿਆ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਮਰਿਆਦਾ ਕੀ ਹੁੰਦੀ ਹੈ। ਸੇਵਕ ਸਿੱਖ ਹਜ਼ਾਰੋ ਕਰੇ। ਤੇ ਗੁਰੂ ਘਰ ਦੇ ਸਿੱਖ ਸੇਵਕ ਮੈਂ ਬਣਾਏ। ਵੇਖੋ ਦਿੱਲੀ ਦੇ ਇਲਾਕੇ 'ਚ ਕੌਣ ਜਾਣਦਾ ਸੀ ਗੁਰੂ ਹਰਿਰਾਏ ਸਾਹਿਬ ਨੂੰ? ਇਹ ਰਾਮ ਰਾਏ ਕਹਿੰਦਾ ਗੁਰੂ ਹਰਿਰਾਏ ਸਾਹਿਬ ਨੂੰ ਕੌਣ ਜਾਣਦਾ ਸੀ? ਦਿੱਲੀ ਦੇ ਇਲਾਕੇ ਵਿੱਚ ਕਿੰਨੇ ਕੁ ਲੋਕ ਸਿੱਖ ਸਨ ਕਿਤੇ। ਇੱਥੇ ਮੈਂ ਆਇਆ ਇੱਥੇ, ਤੇ ਮੈਂ ਇੱਥੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਹੈ। ਗੁਰ ਕੀਰਤ ਕੋ ਬਿਥਰਾਏ ਅਪਾਰੇ। ਗੁਰੂ ਕੀ ਵਡਿਆਈ ਨੂੰ ਮੈਂ ਸਭ ਪਾਸੇ ਜਿਹੜਾ ਪ੍ਰਸਾਰਿਤ ਕੀਤਾ, ਸਭ ਪਾਸੇ ਪ੍ਰਕਾਸ਼ ਕੀਤਾ। ਬੜੀਆਂ ਭਾਰੀ ਕਰਾਮਾਤਾਂ ਵਿਖਾਈਆਂ ਹਨ। ਬਹਿਲੋ ਕੁਲ ਕੋ ਗੁਰਦਾਸ ਹੁਤੋ। ਏਦਾਂ ਦੇ ਬਚਨ ਰੋਂਦਾ ਹੈ ਰਾਮ ਰਾਏ ਜਦੋਂ ਗੁਰਤਾ ਗੱਦੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਮਿਲ ਗਈ ਵੀ ਮਹਾਰਾਜ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ। ਤੇ ਇੱਕ ਭਾਈ ਬਹਿਲੋ ਜੀ ਆਪਦੀਆਂ ਪਿੱਛੇ ਕਥਾ ਸੁਣੀ ਹੈ। ਭਾਈ ਬਹਿਲੋ ਸਭ ਤੋਂ ਪਹਿਲੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਮੇਂ ਦੇ ਸਿੱਖ ਹੋਏ ਸੀ। ਉਹਨਾਂ ਦੀ ਕੁੱਲ ਵਿੱਚੋਂ ਭਾਈ ਗੁਰਦਾਸ ਜੀ ਹੋਏ ਆ। ਇੱਕ ਜਦੋਂ ਰਾਮ ਰਾਏ ਜੀ ਦਿੱਲੀ ਆਏ ਸਨ, ਮਹਾਰਾਜ ਨੇ ਭੇਜੇ ਗੁਰੂ ਹਰਿਰਾਏ ਸਾਹਿਬ ਨੇ, ਇੱਕ ਭਾਈ ਤਾਰਾ ਜੀ, ਇੱਕ ਭਾਈ ਬਹਿਲੋ ਜੀ ਕੇ ਗੁਰਦਾਸ ਕਹਿ ਦਿੰਦੇ ਇਹਨਾਂ ਨੂੰ, ਭਾਈ ਗੁਰਦਾਸ ਜੀ ਬਹਿਲੋ ਕੇ। ਇਹਨਾਂ ਨੂੰ ਮਹਾਰਾਜ ਨੇ ਨਾਲ ਭੇਜਿਆ ਸੀ ਵੀ ਰਾਮ ਰਾਏ ਦੇ ਨਾਲ ਜਾਓ ਤੁਸੀਂ, ਕਿਉਂਕਿ ਰਾਮ ਰਾਏ ਜੀ ਦੀ ਉਮਰ ਵੀ ਉਦੋਂ ਬਹੁਤੀ ਕੋਈ ਖਾਸ ਨਹੀਂ ਹੈ ਸੀ, ਨਿਆਣੇ ਸਨ। ਇਹਨਾਂ ਦੋ ਸਿੱਖਾਂ ਨੂੰ ਮਹਾਰਾਜ ਨੇ ਨਾਲ ਭੇਜਿਆ ਸੀ। ਜਦੋਂ ਫਿਰ ਰਾਮ ਰਾਏ ਹੁਣ ਗੁਰਤਾ ਗੱਦੀ ਮਿਲ ਗਈ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ, ਤੇ ਸਭਾ 'ਚ ਬੈਠਾ ਰੋਂਦਾ ਤੇ ਕਹਿੰਦਾ ਪਿਤਾ ਸਤਿਗੁਰਾਂ ਚੰਗਾ ਨਹੀਂ ਕੀਤਾ। ਮੈਂ ਔਰੰਗਜ਼ੇਬ ਦੇ ਨਾਲ ਮੈਂ ਗੁਰੂ ਘਰ ਨਾਲ ਵਡਿਆਈ ਵਧਾਈ, ਇੱਥੇ ਸਿੱਖੀ ਦਾ ਪ੍ਰਚਾਰ ਮੈਂ ਕੀਤਾ, ਗੁਰਤਾ ਗੱਦੀ ਇਹਨਾਂ ਨੇ ਮੇਰੇ ਭਰਾ ਨੂੰ ਦੇ ਦਿੱਤੀ। ਉੱਥੇ ਭਾਈ ਗੁਰਦਾਸ ਜੀ ਸੰਗਤ 'ਚ ਬੈਠੇ ਹੀ ਸਨ, ਕਿਉਂ ਉਹਨਾਂ ਦੇ ਸੰਗੀ ਸਨ ਰਾਮ ਰਾਏ ਜੀ ਦੇ। ਭਾਈ ਬਹਿਲੋ ਕੇ ਜਿਹੜੇ ਗੁਰਦਾਸ ਜੀ ਹੈ ਨਾ, ਉਹ ਫਿਰ ਇੱਦਾਂ ਬੋਲੇ ਆ ਇਹ ਸੰਗਤ ਦੇ ਵਿੱਚੋਂ। ਕਰ ਜੋਰ ਕੈ ਬਾਕ ਕਹਿਓ ਸਮਝਾਈ। ਉਹਨਾਂ ਹੱਥ ਜੋੜ ਕੇ ਤੇ ਬਾਬਾ ਰਾਮ ਰਾਏ ਨੂੰ ਏਦਾਂ ਬਚਨ ਸਮਝਾਉਣਾ ਕੀਤਾ ਹੈ। ਪਛਤਾਵਤ ਕਿਉ ਤੁਮ ਜੇਸ਼ਟ ਨੰਦਨ। ਆਖਿਆ ਬਾਬਾ ਰਾਮ ਰਾਏ ਜੀ, ਮਹਾਰਾਜ ਤੁਸੀਂ ਗੁਰੂ ਹਰਿਰਾਏ ਸਾਹਿਬ ਦੇ ਵੱਡੇ ਪੁੱਤਰ ਹੋ, ਤੇ ਤੁਹਾਨੂੰ ਹੁਣ ਕਾਹਦਾ ਪਛਤਾਵਾ ਲੱਗਾ ਹੈ? ਆਪ ਗੁਰੂ ਨੇ ਦੀ ਵਡਿਆਈ। ਉਹ ਕਿਹੜਾ ਮੱਲੋ ਜੋਰੀ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ ਜੀ ਗੁਰਤਾ ਗੱਦੀ ਮੱਲ ਕੇ ਬਹਿ ਗਏ। ਉਹ ਤੁਹਾਡੇ ਪਿਤਾ ਸਤਿਕਾਰਯੋਗ ਹੈ ਸਭ ਦੇ, ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ। ਮਹਾਰਾਜ ਨੇ ਆਪ ਹੀ ਕੀਤਾ ਜੋ ਕੀਤਾ, ਆਪਦੇ ਹੁੰਦਿਆਂ ਛੋਟੇ ਤੁਹਾਡੇ ਭਰਾਤਾਂ ਨੂੰ ਤਖਤ ਦੇ ਕੇ ਗਏ ਹੈ। ਜਗ ਮੈਂ ਸਮੁਦਾਇ ਭਏ ਸਿੱਖ ਸੇਵਕ। ਤੇ ਸਾਰੇ ਸੰਸਾਰ ਦੇ ਵਿੱਚ ਹੀ ਜਿਹੜੀ ਸਿੱਖੀ ਸੇਵਕੀ ਉਹਨਾਂ ਦੀ ਫੈਲ ਰਹੀ ਹੈ ਜੀ। ਆਵਤ ਭੇਟ ਤੇ ਟੂਟ ਨਾ ਕਾਈ। ਤੇ ਤੁਹਾਨੂੰ ਵੀ ਤਾਂ ਵਡਿਆਈ ਦਿੱਤੀ ਹੋਈ ਹੈ ਗੁਰੂ ਹਰਿਰਾਏ ਸਾਹਿਬ ਨੇ, ਤੁਹਾਡਾ ਕਿੰਨਾ ਸਤਿਕਾਰ ਹੈ ਪੰਥ ਦੇ ਅੰਦਰ। ਤੇ ਤੁਹਾਡੇ ਵੇਖੋ ਇਹ ਦਿੱਲੀ ਇਲਾਕੇ ਵਿੱਚ ਕਿੰਨੀ ਸਿੱਖ ਸੰਗਤ ਹੈ। ਬਾਬਾ ਰਾਮ ਰਾਏ ਜੀ ਤੁਹਾਡੇ ਘਰ ਵਿੱਚ ਗੁਰੂ ਹਰਿਰਾਏ ਸਾਹਿਬ ਦੀ ਕਿਰਪਾ ਸਦਕਾ ਅੱਜ ਕਿਸੇ ਚੀਜ਼ ਦੀ ਤੋਟ ਨਹੀਂ ਹੈ, ਬੜੀ ਤੁਹਾਡੀ ਵਡਿਆਈ ਹੋ ਰਹੀ ਹੈ। ਇਸ ਤੇ ਬਹੁ ਗਿਆ ਚਿਤ ਮੈਂ ਅਬ ਚਾਹਤ। ਤੇ ਇਹਦੋਂ ਵੱਧ ਹੁਣ ਕੀ ਚਾਹੁੰਦੇ ਹੋ ਤੁਸੀਂ? ਵੀ ਹੋਰ ਤੁਹਾਨੂੰ ਤੁਸੀਂ ਕੋਈ ਗੁਰੂ ਨਾਲੋਂ ਘੱਟ ਹੋ? ਵੀ ਤੁਹਾਡੀ ਵਡਿਆਈ ਕਿਸੇ ਗੁਰਤਾ ਗੱਦੀ ਤੇ ਬੈਠੇ ਸਤਿਗੁਰਾਂ ਨਾਲੋਂ ਘੱਟ ਹੈ? ਕਿੰਨੀ ਸੰਗਤ ਤੁਹਾਨੂੰ ਪੂਜਦੀ ਹੈ, ਕਿੰਨੀ ਮਾਇਆ ਆਉਂਦੀ, ਕਿੰਨਾ ਮਾਲ ਸਬਾਬ ਹੈ, ਕਿੰਨੀ ਸੰਗਤ ਤੁਹਾਡੀ ਸਿੱਖ ਬਣ ਰਹੀ ਹੈ ਜੀ। ਮਨ ਮਨੋਤ ਕੋ ਸੀਸ ਨਿਵਾਈ। ਵੀ ਤੁਹਾਡੇ ਅੱਗੇ ਸੰਗਤਾਂ ਮੱਥੇ ਟੇਕਦੀਆਂ ਸਤਿਗੁਰੂ ਹਰਿਰਾਏ ਸਾਹਿਬ ਦਾ ਤੁਹਾਨੂੰ ਵਰਦਾਨ ਹੋਇਆ ਜਾਣ ਕੇ। ਸੰਗਤਾਂ ਤੁਹਾਡੇ ਦਰਸ਼ਨ ਕਰਨ ਆਉਂਦੀਆਂ, ਤੁਹਾਡੇ ਅੱਗੇ ਅਰਦਾਸਾਂ ਕਰਦੀਆਂ ਸੰਗਤਾਂ। ਰੋਜ਼ ਤੁਹਾਡੇ ਦਰਬਾਰ ਵਿੱਚ ਤਾਤਾ ਲੱਗਿਆ ਰਹਿੰਦਾ ਹੈ। ਜੋ ਸਗਰੇ ਜਗ ਕੋ ਅਬ ਮਾਲਿਕ। ਵੇਖੋ ਹੁਣ
ਜਿਹੜਾ ਇਥੋਂ ਸੰਗਤਾਂ ਤਾਂ ਤੁਹਾਨੂੰ ਪੁੱਜਦੇ ਹੀ ਪੁੱਜਦੀਆਂ ਨੇ ਬਾਬਾ ਰਾਮ ਰਾਏ ਜੀ, ਜਿਹੜਾ ਸਾਰੀ ਧਰਤੀ ਦਾ, ਹਿੰਦੁਸਤਾਨ ਦਾ ਜੋ ਮਾਲਕ ਹੈ, ਨੌਰੰਗ ਸ਼ਾਹ ਪ੍ਰਤਾਪ ਵਿਸਾਲਾ, ਜਿਹਦਾ ਨਾਮ ਨਰੰਗਾ ਹੈ, ਔਰੰਗਜ਼ੇਬ ਜਿਹਦਾ ਪ੍ਰਤਾਪ ਸਾਰੀ ਧਰਤੀ ਦੇ ਰਾਜਿਆਂ ਤੋਂ ਵਧੇਕ ਹੈ। ਤਾਂ ਸੰਗ ਰਾਵਰ ਕੋ ਬਹੁ ਮੇਲ, ਵੀ ਹੁਣ ਤੁਹਾਡਾ ਤਾਂ ਔਰੰਗਜ਼ੇਬ ਵੀ ਸ਼ਰਧਾਲੂ ਬਣਿਆ ਹੋਇਆ। ਰਾਮ ਰਾਏ ਜੀ ਤੁਹਾਡਾ ਪ੍ਰੇਮੀ ਤਾਂ ਔਰੰਗਜ਼ੇਬ ਵੀ ਹੈ, ਔਰੰਗਜ਼ੇਬ ਵੀ ਤੁਹਾਡੇ ਨਾਲ ਬੜਾ ਰੰਗ ਰੱਖਦਾ ਹੈ, ਬੜਾ ਪ੍ਰੇਮ ਰੱਖਦਾ ਹੈ। ਸਭਾ ਮਹਿ ਜਾਤ ਲਗੈ ਜਿਸ ਕਾਲਾ, ਤੇ ਜਦੋਂ ਤੁਸੀਂ ਸਭਾ 'ਚ ਜਾਂਦੇ ਹੋ ਤੇ ਤੁਹਾਨੂੰ ਵੇਖ ਕੇ ਔਰੰਗਜ਼ੇਬ ਤਖਤ ਛੱਡ ਕੇ ਖੜਾ ਹੋ ਜਾਂਦਾ, ਤੇ ਹੋਰ ਅੱਗੇ ਇਦੋਂ ਵੱਧ ਤੁਸੀਂ ਖਰੇ ਕੀ ਭਾਲਦੇ ਹੋ। ਸਾਦਰ ਦੇਤ ਵਡਾਈ ਵੱਡੀ, ਕਿੰਨੀ ਵੱਡੀ ਵਡਿਆਈ ਹੁੰਦੀ ਤੁਹਾਡੀ ਜਦੋਂ ਕਚਹਿਰੀ 'ਚ ਜਾਂਦੇ ਔਰੰਗਜ਼ੇਬ ਦੀ 'ਚ, ਤੇ ਤੁਹਾਡੀ ਜੈ ਜੈਕਾਰ ਹੁੰਦੀ, ਅਮੀਰ ਵਜ਼ੀਰ ਖੜੇ ਹੋ ਤੁਹਾਨੂੰ ਕਿਤੇ ਸਲਾਮਾਂ ਕਰਦੇ ਨਹੀਂ ਥੱਕਦੇ ਐ। ਨਿਤ ਬੂਝਨ ਬੋਲਨ ਹੋਤ ਰਸਾਲਾ, ਰੋਜ਼ ਔਰੰਗਜ਼ੇਬ ਨਾਲ ਤੁਹਾਡੇ ਬਚਨ ਬਲਾਸ ਹੁੰਦੇ, ਘੰਟਿਆਂ ਬੱਧੀ ਔਰੰਗਜ਼ੇਬ ਤੁਹਾਡੀਆਂ ਗੱਲਾਂ, ਤੁਹਾਡੇ ਬਚਨ ਸੁਣਨ ਵਾਸਤੇ ਬੈਠਾ ਰਹਿੰਦਾ ਤੁਹਾਡੇ ਕੋਲ। ਸ੍ਰੀ ਹਰਿ ਗੋਬਿੰਦ ਕੇਰ ਮਨਿੰਦ, ਜਿੰਨੀ ਵਡਿਆਈ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੀ ਜਦੋਂ ਮਹਾਰਾਜ ਦਿੱਲੀ ਆਏ ਤੇ ਜਹਾਂਗੀਰ ਪ੍ਰੇਮੀ ਸੀ। ਬਿਠਾਵਤ ਊਚ ਜਹਾਂ ਨਰ ਜਲਾ, ਜਿੱਥੇ ਬੇਅੰਤ ਕਚਹਿਰੀ 'ਚ ਵੱਡੇ ਅਮੀਰ ਵਜ਼ੀਰ ਬੈਠੇ ਹੁੰਦੇ ਤੇ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਚੇ ਥਾਂ ਪਾਉਂਦਾ, ਤੇ ਤੁਸੀਂ ਘੱਟ ਜੇ ਕੋ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ ਜਿੰਨੀ ਤੁਹਾਡੀ ਵਡਿਆਈ ਹੋ ਰਹੀ ਹੈ। ਜਿੱਥੇ ਔਰੰਗਜ਼ੇਬ ਬੈਠਾ ਹੁੰਦਾ ਉਹ ਬਰਾਬਰ ਤਖਤ ਢਹਾ ਕੇ ਤੇ ਤੁਹਾਨੂੰ ਭਰੀ ਕਚਹਿਰੀ ਵਿੱਚ ਨਾਲ ਬਿਠਾਉਂਦਾ ਹੈ। ਦੇਤ ਅਜਾਇਬ ਹੀ ਫਰਮਾਇਸ਼, ਫਿਰ ਜਿਹੜੀ ਵਸਤੂਆਂ ਹੁੰਦੀਆਂ ਨੇ ਤੁਹਾਡੇ ਮੰਗੇ ਤੇ, ਜੋ ਤੁਸੀਂ ਮੰਗਦੇ ਹੋ ਉਹ ਤੁਹਾਡੀ ਫਰਮਾਇਸ਼ ਦੇ ਸਦਕਾ ਤੁਹਾਨੂੰ ਵਸਤੂ ਮਿਲਦੀ ਹੈ। ਜੋ ਦਸ ਪ੍ਰਾਪਤ ਹਾਥ ਨਾ ਆਵੇ, ਤੇ ਲੋਕ ਤਰਸਦੇ ਉਹਨਾਂ ਚੀਜ਼ਾਂ ਨੂੰ, ਲੱਭਦੀਆਂ ਨਹੀਂ ਉਹ ਚੀਜ਼ਾਂ, ਜਿਹੜੀਆਂ ਚੀਜ਼ਾਂ ਤੁਹਾਨੂੰ ਔਰੰਗਜ਼ੇਬ ਝੱਟ ਮੰਗਿਆਂ ਦਿੰਦਾ ਹੈ ਜੀ। ਸੋ ਅਰਪੈ ਤੁਮਕੋ ਤਰ ਪਾਓ, ਤੇ ਪ੍ਰੇਮ ਰੱਖ ਕੇ ਦਿੰਦਾ, ਫਿਰ ਤੁਹਾਡੇ ਤੇ ਸ਼ਰਧਾ ਰੱਖ ਕੇ ਤੁਹਾਨੂੰ ਅਸਚਰਜ ਚੀਜ਼ਾਂ ਜਿਹੜੀਆਂ ਆਮ ਬੰਦਾ ਵਿਚਾਰਾ ਲੱਭਦਾ ਮਰ ਜਾਂਦਾ, ਵੱਡੇ ਵੱਡੇ ਅਮੀਰਾਂ ਨੂੰ ਉਹ ਵਸਤੂਆਂ ਨਹੀਂ ਮਿਲਦੀਆਂ, ਤੁਹਾਨੂੰ ਔਰੰਗਜ਼ੇਬ ਝੱਟ ਦੇ ਦਿੰਦਾ ਹੈ। ਰਹੋ ਵਿੱਚ ਡੇਰੇ ਹੀ ਆਪ ਪਠਾਵੇ, ਤੇ ਤੁਸੀਂ ਵੇਖੋ ਡੇਰੇ 'ਚ ਰਹਿੰਦੇ ਹੋ, ਮਜਨੂ ਕੇ ਟਿੱਲੇ ਬੈਠੇ ਰਹਿੰਦੇ ਹੋ, ਤੇ ਔਰੰਗਜ਼ੇਬ ਆਪ ਰੋਜ਼ ਤੁਹਾਨੂੰ 13,000 ਰੁਪਈਆ ਭੇਜਦਾ, ਤੁਹਾਡੇ ਤੇ ਇੰਨਾ ਪ੍ਰੇਮ ਰੱਖਦਾ ਹੈ। ਕੌਣ ਕਰ ਗਿਣਤੀ ਧਨ ਕੀ, ਵੀ ਕਿੰਨਾ ਧਨ ਤੁਹਾਡੇ ਕੋਲ ਆ ਰਿਹਾ ਬਾਦਸ਼ਾਹ ਦੇ ਘਰੋਂ ਤੇ ਹੋਰ ਆਸਿਓ ਪਾਸਿਓ, ਮਹਾਰਾਜ ਕੋਈ ਗਿਣਤੀ ਤਾਂ ਹੈ ਨਹੀਂ ਨਾ ਬਾਬਾ ਰਾਮ ਰਾਏ ਜੀ, ਕਿੰਨੀ ਮਾਇਆ ਤੁਹਾਡੇ ਕੋਲ ਆ ਰਹੀ, ਵੀ ਹੋਰ ਤੁਸੀਂ ਕੀ ਚਾਹੁੰਦੇ ਹੋ। ਸੰਗਤਾਂ ਤੁਹਾਨੂੰ ਪੂਜਦੀਆਂ, ਬਾਦਸ਼ਾਹ ਔਰੰਗਜ਼ੇਬ ਤੁਹਾਡੀ ਮੁੱਠੀ 'ਚ ਹੈ, ਫੌਜ ਤੁਹਾਡੇ ਕੋਲ ਬੇਅੰਤ ਰੱਖੀ ਹੋਈ ਹੈ, ਹਾਥੀ ਘੋੜੇ ਡੇਰਾ ਤੁਹਾਡੇ ਕੋਲ ਆਪਣਾ ਵੱਡਾ ਮਜਨੂ ਟਿੱਲੇ ਵਾਲਾ ਸਥਾਨ ਹੈ, ਕਿੰਨੀ ਜੈ ਜੈਕਾਰ ਹੈ। ਸੰਗਤਾਂ ਤੁਹਾਡੇ ਅੱਗੇ ਅਰਦਾਸਾਂ 'ਤੇ ਖੜੀਆਂ ਕਰਦੀਆਂ, ਗੁਰੂ ਜਾਣ ਕੇ ਤੁਹਾਨੂੰ ਸੰਗਤ ਪੂਜਦੀ ਹੈ। ਤੇ ਫਿਰ ਤੁਹਾਨੂੰ ਛੋਟੇ ਭਰਾ ਸ੍ਰੀ ਗੁਰੂ ਹਰਕ੍ਰਿਸ਼ਨ ਨਾਲ ਕਾਹਦੀ ਈਰਖਾ ਮਹਾਰਾਜ, ਫਿਰ ਕਾਹਦੀ ਈਰਖਾ ਕਰਨੀ, ਤੁਹਾਡੇ ਕੋਲ ਮਾਲ ਅਸਬਾਬ ਉਹਨਾਂ ਤੋਂ ਵਧੇਕ ਹੈ, ਬੜੀ ਭਾਰੀ ਤੁਹਾਡੀ ਸੋਭਾ ਹੋ ਰਹੀ ਹੈ। ਜਬ ਕੇ ਪੁਰ ਆਏ ਹੋ ਰੋਜ਼ ਚੜਾਵੇ, ਜਦੋਂ ਦਾ ਤੁਸੀਂ ਆਏ ਹੋਏ ਹੋ ਦਿੱਲੀ ਤੇ ਉਦੋਂ ਤੋਂ ਲੈ ਕੇ ਰੋਜ਼ 13,000 ਰੁਪਈਆ ਇੱਕ ਦਿਨ 'ਚ ਔਰੰਗਜ਼ੇਬ ਮਹਾਰਾਜ ਤੁਹਾਡੇ ਚਰਨੀ ਭੇਂਟ ਚੜਾਉਂਦਾ ਹੈ। ਆਜ ਕਮੀ ਤੁਮਕੋ ਕੁਛ ਨਾਹਿਨ, ਤੁਸੀਂ ਜੋ ਮਰਜ਼ੀ ਆਖੋ ਬਾਬਾ ਰਾਮ ਰਾਏ ਜੀ, ਅੱਜ ਦੇ ਦਿਨ ਤੁਹਾਡੇ ਘਰ ਵਿੱਚ ਕੋਈ ਕਮੀ ਨਹੀਂ, ਤੁਹਾਡੇ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ। ਸਾਹੋ ਸਦਾ ਉਰ ਕੋ ਹਰ ਖਾਵੇ, ਤੇ ਸਦਾ ਬਾਦਸ਼ਾਹ ਤੁਹਾਡੇ ਨਾਲ ਪ੍ਰੇਮ ਰੱਖਦਾ, ਤੁਹਾਨੂੰ ਵੇਖ ਵੇਖ ਖੁਸ਼ ਹੁੰਦਾ ਹੈ। ਜੇ ਸਿੱਖ ਸੰਗਤ ਹੈ ਜਗ ਮੈਂ, ਜਿੰਨੀ ਸਿੱਖ ਸੰਗਤ ਹੈ ਸਾਰੇ ਸੰਸਾਰ ਵਿੱਚ, ਬਿਦਤਿਓ ਸਭ ਮਹਿ ਗੁਰਤਾ ਪਦ ਪਾਏ, ਤੇ ਸਾਰੇ ਪਾਸੇ ਪ੍ਰਗਟ ਹੀ ਹੈ ਵੀ ਤੁਹਾਨੂੰ ਐਂ ਹੀ ਸਿੱਖ ਸਮਝਦੇ ਵੀ ਇਹਨਾਂ ਨੂੰ ਗੁਰਤਾ ਗੱਦੀ ਮਿਲੀ ਹੋਈ, ਕਿਉਂਕਿ ਗੁਰੂ ਹਰਿਰਾਏ ਸਾਹਿਬ ਨੇ ਤਾਂ ਤੁਹਾਨੂੰ ਭਾਵੇਂ ਵਰਦਾਨ ਹੀ ਦਿੱਤੇ ਸੀ ਦਿੱਲੀ ਆਉਣ ਲੱਗਿਆਂ ਨੂੰ, ਪਰ ਸਿੱਖ ਸਮਝਦੇ ਵੀ ਨਹੀਂ ਬਾਬਾ ਰਾਮ ਰਾਏ ਨੂੰ ਗੁਰੂ ਹਰਿਰਾਏ ਸਾਹਿਬ ਨੇ ਗੁਰਤਾ ਦਿੱਤੀ ਹੋਈ ਹੈ। ਹੋਵਤ ਆਪ ਹੀ ਗਾਦੀ ਦਈ, ਤੇ ਸਭ ਹੁਣ ਗੁਰੂ ਜੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ, ਤਾਂ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਆਪਦੇ ਹੁੰਦਿਆਂ ਆਪ ਸਾਰੀ ਕਿਰਪਾ ਕੀਤੀ ਹੈ। ਜਬ ਦੇ ਸਕਤੀ ਟਿਗ ਸਾਹੋ ਪਠਾਏ, ਤੇ ਸੰਗਤ ਵੀ ਇਹੀ ਸਮਝਦੀ ਹੈ ਹੁਣ ਤੱਕ ਵੀ ਗੁਰਤਾ ਗੱਦੀ ਤੁਹਾਡੇ ਕੋਲ ਹੀ ਹੈ, ਕਿਉਂਕਿ ਜਦੋਂ ਗੁਰੂ ਹਰਿਰਾਏ ਸਾਹਿਬ ਨੇ ਤੁਹਾਨੂੰ ਸ਼ਕਤੀ ਦੇ ਕੇ, ਬੜੀਆਂ ਕਿਰਪਾਵਾਂ ਦੇ ਕੇ, ਮਿਹਰਾਂ ਕਰਕੇ ਦਿੱਲੀ ਭੇਜਿਆ ਸੀ, ਤੁਹਾਡੇ ਸੀਸ ਤੇ ਹੱਥ ਰੱਖ ਦਿੱਤਾ ਸੀ, ਉਦੋਂ ਤੋਂ ਸੰਗਤਾਂ ਤੁਹਾਨੂੰ ਗੁਰੂ ਜਾਣਦੀਆਂ ਹਨ। ਦੇਖੋ ਕਿਉਂ ਨਾ ਵਿਚਾਰ ਭਲੇ, ਇਹ ਚੀਜ਼ਾਂ ਕਿਉਂ ਨਹੀਂ ਤੁਹਾਨੂੰ ਦੀਦੀਆਂ, ਤੇ ਕਿਉਂ ਤੁਸੀਂ ਈਰਖਾ ਵਾਲੇ ਪਾਸੇ ਤੁਰ ਪਿਓ ਬਾਬਾ ਰਾਮ ਰਾਏ ਜੀ, ਇਹ ਚੀਜ਼ਾਂ ਕਿਉਂ ਨਹੀਂ ਦਿਸਦੀਆਂ। ਵਿਚਾਰੋ ਵੀ ਤੁਹਾਡਾ ਗੁਰੂ ਨਾਲੋਂ ਕੁਝ ਘੱਟ ਨਹੀਂ,
ਭਾਵ ਕਿ ਤੁਸੀਂ ਸਭ ਪਾਸੇ ਜਿਹੜਾ ਕੁਝ ਹੁਣ ਤੁਹਾਨੂੰ ਚਾਹੀਦਾ, ਮਾਲ ਸਬਾਬ ਸਾਰਾ ਕੁਝ ਅੱਜ ਦੀ ਦਿਹਾੜੀ ਤੁਹਾਡੇ ਘਰ ਵਿੱਚ ਹੈ। ਸੋ ਇਸ ਕਰਕੇ ਤੁਹਾਨੂੰ ਨਹੀਂ ਚਾਹੀਦਾ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਛੋਟੇ ਭਰਾਤਾ ਆਪਣਿਆਂ ਨਾਲ ਈਰਖਾ ਕਰਨੀ ਚਾਹੀਦੀ ਹੈ। ਤੁਮ ਆਏ ਸਭ ਆਏ ਜਬ ਇਤ ਆਏ। ਤੁਸੀਂ ਜਦੋਂ ਦੇ ਸਤਿਗੁਰੂ ਹਰਿਰਾਏ ਸਾਹਿਬ ਤੋਂ ਆਗਿਆ ਪਾ ਕੇ ਇੱਥੇ ਦਿੱਲੀ ਵਿੱਚ ਆਏ ਹੋਏ ਹੋ ਜੀ। ਕਿਆ ਤਬ ਥੇ ਅਬ ਕੈਸੇ ਭਏ। ਉਦੋਂ ਤੁਹਾਡੇ ਕੋਲ ਹੈ ਕੀ ਸੀ? ਮਸਾਂ ਤੁਹਾਡੇ ਕੋਲ 15-20 ਸਿੱਖ ਸਨ। ਉਦੋਂ ਤੁਸੀਂ ਕੀ ਸੀ? ਤੇ ਅੱਜ ਜਰਾ ਝਾਤੀ ਮਾਰੋ, ਵਿਚਾਰੋ ਬਾਬਾ ਰਾਮ ਰਾਏ ਜੀ ਅੱਜ ਕੀ ਹੋ। ਹਾਥੀ ਘੋੜੇ ਹਜ਼ਾਰਾਂ ਲੱਖਾਂ ਫੌਜ ਤੁਹਾਡੇ ਕੋਲ, 13,000 ਰੋਜ਼ ਮਾਇਆ ਔਰੰਗੇ ਕੋਲੋਂ, ਹੋਰ ਆਸਿਓ ਪਾਸਿਓ ਸੰਗਤਾਂ ਦੀ ਭੇਟ ਆਉਣੀ। ਤੁਹਾਨੂੰ ਗੁਰੂ ਜਾਣ ਕੇ ਸੰਗਤਾਂ ਪੂਜਦੀਆਂ, ਤੁਹਾਡੇ ਦਰਬਾਰ ਵਿੱਚ ਤਾਤਾ ਲੱਗਾ ਰਹਿੰਦਾ ਹੈ ਸੰਗਤਾਂ ਦੀ ਪੂਜਾ ਕਰਨ ਵਾਲਿਆਂ ਦਾ। ਜਦੋਂ ਆਏ ਸੀ ਉਦੋਂ ਤੁਹਾਡੇ ਕੋਲ ਕੀ ਸੀ? ਇਹ ਸਾਰੀ ਗੁਰੂ ਹਰਿਰਾਏ ਸਾਹਿਬ ਦੀ ਕਿਰਪਾ ਹੈ। ਫਿਰ ਤੁਸੀਂ ਕਿਉਂ ਇਹ ਗੱਲ ਕਹਿੰਦੇ ਹੋ ਵੀ ਗੁਰੂ ਹਰਿਰਾਏ ਸਾਹਿਬ ਨੇ ਚੰਗਾ ਨਹੀਂ? ਕਿਉਂਕਿ ਭਾਈ ਬਹਿਲੋ ਦੇ ਗੁਰਦਾਸ ਨੂੰ ਗੁੱਸਾ ਲੱਗਾ ਜਦੋਂ ਇਹਨੇ ਇਹ ਗੱਲ ਕਹੀ ਬਾਬਾ ਰਾਮ ਰਾਏ ਨੇ ਵੀ ਸਤਿਗੁਰੂ ਹਰਿਰਾਏ ਸਾਹਿਬ ਨੇ ਚੰਗਾ ਨਹੀਂ ਕੀਤਾ। ਫਿਰ ਉਹਨੇ ਦੱਸਿਆ ਵੀ ਬਾਬਾ ਰਾਮ ਰਾਏ ਜੀ ਇਹ ਕਿਰਪਾ ਬਖਸ਼ਾਂ ਸਾਰੀਆਂ ਗੁਰੂ ਹਰਿਰਾਏ ਸਾਹਿਬ ਦੀਆਂ। ਤੁਹਾਡੇ ਕੋਲ ਹੈ ਕੀ ਸੀ ਜਦੋਂ ਤੁਸੀਂ ਇੱਥੇ ਦਿੱਲੀ ਆਏ ਹੋ? ਤੇ ਅੱਜ ਤੁਸੀਂ ਗੁਰੂ ਬਣ ਕੇ ਸਜੇ ਹੋਏ ਹੋ, ਸੰਗਤਾਂ ਤੁਹਾਨੂੰ ਪੂਜਦੀਆਂ। ਇਹ ਸਭ ਸਤਿਗੁਰੂ ਹਰਿਰਾਏ ਸਾਹਿਬ ਦੀ ਕਿਰਪਾ ਹੈ। ਜਰਾ ਇਸ ਵਾਲੇ ਪਾਸੇ ਝਾਤੀ ਮਾਰੋ ਜੀ। ਸਭ ਰੀਤ ਕੇ ਦੀਹ ਸਮਾਜ ਬਧਾਏ। ਮਹਾਰਾਜ ਦੀ ਕਿਰਪਾ ਹੈ ਨਾ, ਸਭ ਤਰ੍ਹਾਂ ਕਰਕੇ ਤੁਹਾਡਾ ਰਾਜ ਸਾਜ ਵਧ ਰਿਹਾ ਹੈ। ਸ੍ਰੀ ਹਰਿ ਰਾਏ ਕੋ ਪੁੱਤਰ ਵਿਸਾਲ। ਏਦਾਂ ਸਾਧ ਸੰਗਤ ਜੀ ਜਦੋਂ ਸੁਣਿਆ ਨਾ ਬਾਬਾ ਗੁਰਦਾਸ ਜੀ ਤੋਂ, ਭਾਈ ਬਹਿਲੋ ਕੇ ਗੁਰਦਾਸ ਤੋਂ ਸੁਣ ਕੇ, ਸਤਿਗੁਰਾਂ ਦੇ ਵੱਡੇ ਪੁੱਤਰ ਨੇ, ਸੁਨੇ ਬਚ ਧੀਰਜ ਕੇ ਜੋ ਕਹੇ। ਜਦੋਂ ਭਾਈ ਗੁਰਦਾਸ ਜੀ ਨੇ, ਇਹ ਭਾਈ ਗੁਰਦਾਸ ਜੀ ਉਹ ਨਹੀਂ ਜਿਹਨਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ, ਇਹ ਹੋਰ ਹੋਏ ਆ। ਇਸ ਕਰਕੇ ਉਹ ਭਾਈ ਬਹਿਲੋ ਜੀ ਦੇ ਅੱਗੇ ਸਨ, ਅੰਸ ਵੰਸ ਵਿੱਚੋਂ ਭਾਈ ਗੁਰਦਾਸ ਜੀ। ਇਹਨਾਂ ਨੂੰ ਭਾਈ ਬਹਿਲੋ ਕੇ ਗੁਰਦਾਸ ਵੀ ਆਖਦੇ ਪੰਥ ਅੰਦਰ। ਤਾਂ ਫਿਰ ਜਦੋਂ ਸੁਣੇ ਨਾ ਭਾਈ ਬਹਿਲੋ ਕੇ ਗੁਰਦਾਸ ਦੇ ਬਚਨ, ਤੇ ਬਾਬਾ ਰਾਮ ਰਾਏ ਜੀ ਨੇ ਇਹ ਧੀਰਜ ਦੇ ਸਹਿਤ, ਉਹਨਾਂ ਨੇ ਸਿਆਣੇ ਸਨ, ਬਜ਼ੁਰਗ ਹੋਰ ਕੋਈ ਹੁੰਦਾ ਤੇ ਉਹਨਾਂ ਇੱਕ ਦੀਆਂ 20 ਗੱਲਾਂ ਕਰਨੀਆਂ ਸਨ, ਪਰ ਸਿਆਣੇ ਸੀ ਵੀ ਬੜਾ ਵੱਡਾ ਪਾੜ ਪੈ ਜਾਣਾ ਗੁਰੂ ਘਰ ਦੇ ਅੰਦਰ। ਸਿਆਣਾ ਸਿੱਖ ਖਾਲਸਾ ਜੀ ਕਦੇ ਐਸਾ ਬਚਨ ਨਹੀਂ ਕਰਦਾ ਜਿਹਦੇ ਨਾਲ ਗੁਰੂ ਘਰ ਦੇ ਵਿੱਚ ਵੰਡੀ ਪਵੇ। ਨਹੀਂ ਜਰਦਾ ਸੱਚਾ ਵੇ। ਉੱਥੇ ਹੀ ਬਾਬਾ ਜੀ ਟੋਕ ਦਿੱਤਾ। ਗੁੱਸਾ ਲੱਗਿਆ ਇਹਨਾਂ ਨੂੰ ਭਾਈ ਗੁਰਦਾਸ ਜੀ ਨੂੰ ਵੀ ਇਹਨਾਂ ਨੇ ਵੀ ਕੀ ਦੱਸਿਆ ਵੀ ਤੁਹਾਨੂੰ ਤੁਹਾਡੇ ਕੋਲ ਹੈ ਕੀ ਸੀ ਜਦੋਂ ਤੁਸੀਂ ਆਏ, ਤੇ ਅੱਜ ਵੇਖੋ। ਫਿਰ ਨਾਲ ਇਹ ਵੀ ਉਹ ਤੇ ਵੰਡ ਪਾਉਣ ਵਾਲੀ ਗੱਲ ਨਾ ਕੀਤੀ। ਆਖਿਆ ਤੁਹਾਡੇ ਛੋਟੇ ਭਰਾ ਨੇ ਉਹ, ਤੇ ਗੁਰੂ ਹਰਿਰਾਏ ਸਾਹਿਬ ਆਪ ਕਰਕੇ ਗਏ ਆ, ਤੁਹਾਨੂੰ ਵੀ ਬਹੁਤ ਕੁਝ ਦੇ ਗਏ ਤੇ ਤੁਹਾਡੇ ਭਰਾਤਾਂ ਨੂੰ ਵੀ ਦੇ ਗਏ। ਜਦੋਂ ਤੁਹਾਨੂੰ ਦਿੱਤਾ ਸੀ ਸਾਰਾ ਕੁਝ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਾਂ ਪਤਾ ਵੀ ਨਹੀਂ, ਨਾਮ ਨਹੀਂ ਕਿਸੇ ਨੂੰ ਪਤਾ ਸੀ, ਤੇ ਉਹਨਾਂ ਨੇ ਤਾਂ ਈਰਖਾ ਕੀਤੀ ਨਾ ਤੁਹਾਡੇ ਨਾਲ। ਜਦੋਂ ਤੁਹਾਨੂੰ ਅੰਬਰ ਨੇ ਮਾਰ ਕੇ ਤੇ ਹੱਥ ਰੱਖ ਕੇ ਸੀਸ ਤੇ ਕਰਾਮਾਤਾਂ ਦੇ ਕੇ ਤੋਰਿਆ, ਤੁਸੀਂ ਖੂਹ ਤੇ ਜਾਲ ਕੱਪੜਾ ਵਿਛਾ ਬਹਿੰਦੇ ਰਹੇ, ਤੇ ਦਿਨੇ ਚੰਦ ਸੂਰਜ ਵਿਖਾ ਦਿੰਦੇ ਆ, ਚੰਦ ਵਿਖਾ ਦਿੰਦੇ ਰਹੇ, ਰਾਤ ਨੂੰ ਸੂਰਜ ਚੜ੍ਹਿਆ ਵਿਖਾ ਦਿੱਤਾ, 2-2 ਚੰਦਰਮਾ ਵਿਖਾਏ, ਮੁਰਦਾ ਬੱਕਰਾ ਜਿਉਂਦਾ ਕਰਕੇ ਵਿਖਾ ਦਿੱਤਾ, ਤੇ ਮੱਕੇ ਤੋਂ ਫਲ ਮੰਗਾ ਕੇ ਵਿਖਾ ਦਿੱਤੇ, 72 ਕਰਾਮਾਤਾਂ ਵਿਖਾਈਆਂ, ਵੱਡੇ ਵੱਡੇ ਭਾਰੀ ਐਸੇ ਕੌਤਕ ਕੀਤੇ, ਬੇੜੇ ਜੋੜ ਦਿੱਤੇ, ਨਦੀ 'ਚੋਂ ਹੜ੍ਹ ਆ ਜਾਣਾ ਬੰਦ ਕਰ ਦੇਣਾ, ਗੜੇ ਪੈਂਦੇ ਬੰਦ ਕਰ ਦਿੱਤੇ, ਹੈਜੇ ਦੀ ਬਿਮਾਰੀ ਦਿੱਲੀ 'ਚ ਠੀਕ ਕੀਤੀ, ਐਡੇ ਐਡੇ ਕੌਤਕ ਕੀਤੇ ਬਾਬਾ ਰਾਮ ਰਾਏ ਜੀ। ਉਹ ਸਾਰੀ ਮਿਹਰ ਜਿਹੜੀ ਸੀ ਗੁਰੂ ਹਰਿਰਾਏ ਸਾਹਿਬ ਜੀ ਦੀ ਹੈ ਸੀ। ਧੀਰਜ ਦੇ ਬਚਨ ਜਦੋਂ ਬਾਬਾ ਰਾਮ ਰਾਏ ਜੀ ਨੇ ਸੁਣੇ ਹਨ, ਹੋਤ ਪ੍ਰਸੰਨ ਭਇਓ ਨਾ ਤਉ। ਪਰ ਉਹ ਸਾਧ ਸੰਗ ਦੀ ਮਹਾਰਾਜ ਕਹਿੰਦੇ ਕਿ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਕਿੱਥੇ ਬੁਝਦੀ ਹੈ? ਮਨ 'ਚ ਤ੍ਰਿਸ਼ਨਾ ਸੀ ਵੀ ਨਹੀਂ ਮੈਂ ਗੁਰਤਾ ਗੱਦੀ ਤੇ ਬਹਿਣਾ, ਘੱਟ ਕੁਝ ਵੀ ਨਹੀਂ ਸੀ, ਸਾਰਾ ਕੁਝ ਕੋਲ ਸੀ। ਤੋ ਮਨ ਨੂੰ ਧੀਰਜ ਦੇ ਬਚਨ ਸੁਣ ਕੇ ਸ਼ਾਂਤੀ ਨਾ ਆਈ, ਫਿਰ ਵੀ ਇਹਦੇ ਮਨ ਵਿੱਚੋਂ ਪ੍ਰਸੰਨਤਾ ਨਾ ਜ਼ਾਹਰ ਹੋਈ ਬਾਬਾ ਰਾਮ ਰਾਏ ਦੇ। ਮੁਰਝਾਏ ਰਹਿਓ ਚਿਤ ਚਿੰਤ ਲਹੇ। ਮੱਥੇ ਤੋਂ ਵੱਟ ਨਹੀਂ ਲੱਥਾ, ਚਿੰਤਾ ਦੇ ਵਿੱਚ ਮੁਰਝਾਏ ਹੋਏ ਬਾਬਾ ਰਾਮ ਰਾਏ ਜੀ ਮੱਥੇ ਤੇ ਹੱਥ ਰੱਖ ਕੇ ਬੈਠੇ, ਦੁਖੀ ਹੁੰਦੇ, ਬੜੇ ਝੂਰਦੇ ਹਨ। ਓ ਗੁਰਦਾਸ ਉਚਾਰਤ ਜੋਗ। ਕਹਿੰਦੇ ਹਾਂ ਭਾਈ ਗੁਰਦਾਸ ਜੀ, ਭਾਵੇਂ ਤੁਸੀਂ ਜੋ ਕਹਿ ਰਹੇ ਹੋ ਭਾਵੇਂ ਠੀਕ ਹੈ, ਤੁਹਾਡੇ ਬਚਨ ਵੀ ਸੱਚੇ ਹਨ, ਤਥਾਪ ਸੁਨੋ ਔਰ ਮੋਰ ਦਹੇ। ਪਰ ਮੇਰਾ ਵੀ ਦੁੱਖ ਸੁਣੋ ਨਾ। ਤੁਸੀਂ ਤਾਂ ਗੁਰੂ ਹਰਿਰਾਏ ਸਾਹਿਬ ਦੀ ਗੱਲ ਕਰੀ ਜਾਂਦੇ ਹੋ, ਠੀਕ ਹੈ ਤੁਹਾਡੇ ਬਚਨ ਵੀ ਯਥਾਰਥ ਹਨ, ਪਰ ਜਿਹੜੀ ਮੇਰਾ ਅੰਦਰ ਸੜਦਾ ਮੇਰੀ ਵੀ ਗੱਲ ਸੁਣੋ ਨਾ, ਮੈਂ ਕੀ ਕਹਿੰਦਾ ਹਾਂ। ਆਪ ਗੁਰੂ ਪਿਤਨੇ ਇਤ ਔਰ। ਇਹ ਗੱਲ ਗੁਰਤਾ ਦੀ, ਮੈਂ ਹੱਕਦਾਰ ਹਾਂ ਗੁਰਤਾ ਗੱਦੀ ਦਾ। ਧੰਨ ਗੁਰੂ ਹਰਿਰਾਏ ਸਾਹਿਬ ਨੇ ਜਦੋਂ ਮੈਨੂੰ ਇੱਧਰ ਤੋਰਿਆ ਸੀ ਦਿੱਲੀ ਆਉਣ ਵੇਲੇ ਨੂੰ, ਪਠਾਵਨ ਕੀ ਨ ਅਵਸ਼ਯ ਚਹੇ। ਤੇ ਉਦੋਂ ਜਦੋਂ ਮਹਾਰਾਜ ਨੇ ਇੱਥੇ ਤੋਰਨਾ ਸੀ ਦਿੱਲੀ, ਤਾਂ ਕੋਈ ਰੰਗੇ ਦੇ ਮੱਥੇ ਨਹੀਂ ਸੀ ਲੱਗਦਾ ਉਦੋਂ,
ਤੇ ਮਹਾਰਾਜ ਨੇ ਫਿਰ ਮੈਨੂੰ ਚੁਣਿਆ ਸੀ ਸਤਿਗੁਰੂ ਹਰਿਰਾਏ ਸਾਹਿਬ ਨੇ। ਜੇ ਇਤ ਔਰ ਨ ਆਵਤ ਮੈਂ। ਅੱਛਾ, ਹੁਣ ਤਾਂ ਮੈਂ ਮਾੜਾ ਹੋ ਗਿਆ ਰਾਮ ਰਾਏ, ਤੇ ਜੇ ਭਲਾ ਮੈਂ ਵੀ ਜਵਾਬ ਦੇ ਦਿੰਦਾ ਉਦੋਂ ਗੁਰੂ ਹਰਿਰਾਏ ਸਾਹਿਬ ਨੂੰ ਮੈਂ ਜਵਾਬ ਨਹੀਂ ਦਿੱਤਾ। ਤੇ ਜਦੋਂ ਸਿੱਖ ਆਖਿਆ ਮਹਾਰਾਜ ਬਾਬਾ ਰਾਮ ਰਾਏ ਨੂੰ ਘੱਲੋ ਦਿੱਲੀ ਔਰੰਗੇ ਕੋਲ, ਤੇ ਸਾਰੇ ਸਿੱਖ ਡਰ ਗਏ। ਤੇ ਮੈਂ ਵੀ ਜੇ ਜਵਾਬ ਦੇ ਦਿੰਦਾ, ਜੇ ਮੈਂ ਦਿੱਲੀ ਨਾ ਆਉਂਦਾ ਮਹਾਰਾਜ ਦੇ ਆਖੇ ਲੱਗ ਕਰਕੇ, ਤਬ ਸ਼ਾਹੋ ਰਿਸਰਪ ਦੀਹ ਸਮਾਨਾ। ਤੇ ਫਿਰ ਬਾਦਸ਼ਾਹ ਨੇ ਗੁੱਸੇ ਹੋਣਾ ਸੀ ਨਾ ਔਰੰਗਜ਼ੇਬ ਨੇ, ਕਿਉਂਕਿ ਸਭ ਦੱਸ ਕੇ ਗਏ ਆਪਦੇ ਧਰਮ ਬਾਰੇ, ਹਿੰਦੂਆਂ ਤੋਂ ਨਹੀਂ ਦੱਸਿਆ ਗਿਆ ਤੇ ਉਹਨੇ ਮੰਦਰ ਢਾਹ ਸੁੱਟੇ ਸਾਰੇ, ਕਰਾਮਾਤ ਨਾ ਵਿਖਾਈ ਗਈ। ਜੇ ਮੈਂ ਨਾ ਆਉਂਦਾ ਇੱਥੇ ਆ ਕੇ ਕਰਾਮਾਤਾਂ ਨਾ ਵਿਖਾਉਂਦਾ ਤੇ ਔਰੰਗਜ਼ੇਬ ਗੁੱਸੇ ਹੁੰਦਾ, ਤੇ ਫਿਰ ਗੁਰੂ ਘਰ ਦੇ ਨਾਲ ਕੀ ਵਿਗਾੜ ਪੈਣਾ ਸੀ ਉਹ ਸਾਰੇ ਸੰਸਾਰ ਦੇ ਸਾਹਮਣੇ ਹੈ। ਬ੍ਰਿੰਦ ਅਨੇਕ ਪਠਾਵਤ ਫੇਰ। ਕਿਉਂਕਿ ਤੁਹਾਨੂੰ ਪਤਾ ਹੈ ਔਰੰਗੇ ਨੇ ਫੌਜ ਚੜਾ ਕੇ ਤੇ ਦਿੱਲੀੋਂ ਇੱਥੇ ਕੀਰਤਪੁਰ ਭੇਜ ਦੇਣੀ ਸੀ। ਵੱਡੋ ਜਿਹ ਓਜ ਰਿਦੇ ਗਰਬਾਨਾ। ਕਿਉਂਕਿ ਹੰਕਾਰੀ ਹੈ ਔਰੰਗਾ, ਜਿਹਦੇ ਵਿੱਚ ਬਲ ਵੀ ਬੜਾ ਭਾਈ, ਉਹ ਕੁਝ ਮਰਜ਼ੀ ਕਰ ਸਕਦਾ ਸੀ। ਪੀਰ ਫਕੀਰ ਨ ਸੋ ਬਿਗਰਾ। ਉਹ ਤਾਂ ਪੀਰ ਨਹੀਂ ਵੇਂਦਾ, ਕੋਈ ਫਕੀਰ ਨਹੀਂ ਵੇਂਦਾ, ਸਭ ਨੂੰ ਵੱਢੀ ਤੁਰਿਆ ਆਉਂਦਾ, ਮਾਰੀ ਤੁਰਿਆ ਆਉਂਦਾ ਸੀ। ਇਹ ਠਾਨਤ ਦੁਐਸਨ ਬਾਦੀ ਮਹਾਨਾ। ਇਹ ਬੜਾ ਬਾਦੀ ਹੰਕਾਰੀ ਝਗੜਾਲੂ ਹੈ, ਪੀਰਾਂ ਫਕੀਰਾਂ ਮਹਾਤਮਾ ਦੇ ਨਾਲ ਵੀ ਈਰਖਾ ਕਰਦਾ। ਸਰਮੱਦ ਵਰਗੇ ਪੁੱਠੇ ਕਰਕੇ ਇਹਨੇ ਖੱਲਾਂ ਲਵਾ ਦਿੱਤੀਆਂ ਸਨ। ਤਰਾਸ ਕਰੈ ਨਹਿ ਤਾਂ ਗਹਿ ਲੇਤ। ਕੋਈ ਵੀ ਡਰਦਾ ਇਹਨਾਂ ਦੇ ਲਾਗੇ ਨਹੀਂ ਸੀ ਖੁਸਕਦਾ ਔਰੰਗਜ਼ੇਬ ਦੇ, ਡਰ ਕਰਦੇ ਸੀ ਸਾਰੇ ਵੀ ਕਿਤੇ ਪਕੜ ਨਾ ਲਵੇ। ਵੱਡੋ ਪਨ ਤਾੜਤ ਜਿਉ ਅਨਜਾਨਾ। ਤੇ ਅਣਜਾਣ ਜਿਵੇਂ ਕੋ ਮੂਰਖਾਂ ਨੂੰ ਕੁੱਟੀ ਮਾਰੀਦਾ ਹੈ, ਵੱਡੇ ਵੱਡੇ ਸੰਤਾਂ ਮਹਾਤਮਾ ਨੂੰ ਏਦਾਂ ਕੁੱਟਦਾ ਮਾਰਦਾ ਤੇ ਬੜਾ ਜਲੀਲ ਕਰਦਾ ਸੀ ਔਰੰਗਜ਼ੇਬ ਕਰਦਾ ਹੈ। ਜੇ ਪੁਰ ਕੀਰਤ ਜਾਹਤ ਚਮੋ। ਅੱਛਾ, ਜੇ ਮੈਂ ਨਾ ਆਉਂਦਾ ਇੱਥੇ ਦਿੱਲੀ ਔਰੰਗੇ ਕੋਲੇ ਨੂੰ ਨਾ ਠੰਡਾ ਕਰਦਾ ਕਰਾਮਾਤਾਂ ਵਿਖਾ ਕੇ, ਤੇ ਫਿਰ ਕੀ ਬਣਦਾ? ਫਿਰ ਕੀਰਤਪੁਰ ਸਾਹਿਬ ਜੇ ਫੌਜ ਚੜਾ ਕੇ ਤੋਰ ਦਿੰਦਾ ਔਰੰਗਾ ਤਾਂ। ਤਬ ਕਿਆ ਕਰਤੇ ਨਹਿ ਹੋਤ ਤੇ ਉਪਾਈ। ਫਿਰ ਦੱਸੋ ਗੁਰੂ ਹਰਿਰਾਏ ਸਾਹਿਬ ਜੀ ਕੀ ਕਰ ਲੈਂਦੇ, ਤੇ ਕੀ ਉਪਾਅ ਕਰਦੇ ਜੇ ਫੌਜ ਦਾ ਮੁਕਾਬਲਾ ਔਰੰਗਜ਼ੇਬ ਦੇ ਨਾਲ ਲੜਨ ਦਾ ਕਿਸੇ ਦਾ ਹੀਆ ਹੈ ਸੀ? ਫਿਰ ਦੱਸੋ ਗੁਰੂ ਹਰਿਰਾਏ ਸਾਹਿਬ ਨੇ ਕੀ ਕਰਨਾ ਸੀ? ਸ੍ਰੀ ਗੁਰ ਨੇ ਪ੍ਰਣ ਧਾਰਿਓ ਤੋ। ਕਿਉਂਕਿ ਗੁਰੂ ਹਰਿਰਾਏ ਸਾਹਿਬ ਨੇ ਤਾਂ ਪਹਿਲਾਂ ਹੀ ਪ੍ਰਣ ਕੀਤਾ ਹੋਇਆ ਸੀ। ਸਤਿਗੁਰੂ ਹਰਿਰਾਏ ਸਾਹਿਬ ਪਿਤਾ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਪਹਿਲਾਂ ਤੋਂ ਹੀ ਜਿਉਂ ਗੁਰਤਾ ਗੱਦੀ ਤੇ ਬੈਠੇ ਉਹਨਾਂ ਨੇ ਪ੍ਰਤੱਗਿਆ ਕੀਤੀ ਹੋਈ ਸੀ। ਸੋ ਮਲੇਸ਼ ਕੈ ਪਾਸ ਨਾ ਜਾਹੇ ਕਦਾਈ। ਵੀ ਅਸੀਂ ਕਦੇ ਵੀ ਇਹਦੇ ਮੱਥੇ ਨਹੀਂ ਲੱਗਣਾਗਾ, ਨਾ ਔਰੰਗੇ ਦਾ ਦਰਸ਼ਨ ਲੈਣਾ ਹੈ ਤੇ ਨਾ ਔਰੰਗੇ ਨੂੰ ਦਰਸ਼ਨ ਦੇਣਾ ਹੈ। ਨਾ ਦਰਸੈ ਤਿਸ ਆਨਨ ਕੋ। ਵੀ ਅਸੀਂ ਔਰੰਗਜ਼ੇਬ ਦਾ ਮੂੰਹ ਨਹੀਂ ਵੇਖਾਂਗੇ ਕਦੇ ਸਾਰੀ ਜ਼ਿੰਦਗੀ, ਆਪਨੋ ਦਰਸ਼ਨ ਨਹੀਂ ਤੇ ਦਰਸਾਈ। ਆਪਦਾ ਮੁੱਖ ਨੂੰ ਕਦੇ ਵਿਖਾਵਾਂਗੇ ਨਹੀਂ, ਦਰਸ਼ਨ ਨਹੀਂ ਦੇਵਾਂਗੇ। ਬੈਠਨ ਬੋਲਨ ਕਿਉ ਬਨ ਹੈ। ਤੇ ਫਿਰ ਜਦੋਂ ਮਹਾਰਾਜ ਮੱਥੇ ਹੀ ਨਾ ਲੱਗਦੇ, ਤੇ ਫਿਰ ਦੱਸੋ ਔਰੰਗਜ਼ੇਬ ਜੇ ਫੌਜ ਚੜਾ ਕੇ ਲਿਆਉਂਦਾ ਤੇ ਕਿੰਨੇ ਮੱਥੇ ਲੱਗਣਾ ਸੀ? ਦੱਸੋ ਹੈ ਸੀ ਕੋਈ ਸਿੱਖ ਸਾਰੇ ਪੰਥ ਅੰਦਰ ਜਿਹੜਾ ਔਰੰਗਜ਼ੇਬ ਦੇ ਮੱਥੇ ਲੱਗਦਾ ਜੀ? ਜਬ ਯੋਂ ਅਭਿਲਾਖ ਹਿਰਦੇ ਮੈਂ ਉਠਾਈ। ਅੱਛਾ, ਜਦੋਂ ਇਹ ਇੱਛਾ ਮੈਂ ਹਿਰਦੇ ਵਿੱਚ ਉਠਾਈ ਵੀ ਕੋਈ ਗੱਲ ਨਹੀਂ ਮਹਾਰਾਜ, ਜੇ ਤੁਸੀਂ ਨਹੀਂ ਮੱਥੇ ਲੱਗਣਾ ਔਰੰਗੇ ਦੇ ਤੇ ਕੋਈ ਗੱਲ ਨਹੀਂ, ਮੈਂ ਜ਼ਰੂਰ ਜਾਵਾਂਗਾ ਜੀ। ਕੋਸ ਹਜ਼ਾਰ ਦੁਐ ਉਪਰ 100 ਪੁਨ। ਤੇ ਇਸ ਤਰ੍ਹਾਂ ਮੈਂ ਇਹ ਜਿਹੜੀ ਹਿਰਦੇ ਵਿੱਚ ਇੱਛਾ ਉਠਾਈ ਵੀ ਚਲੋ ਮੈਂ ਜਾਵਾਂਗਾ। ਤੇ ਜੇ ਮੰਨ ਲਓ ਨਾ ਮੈਂ ਵੀ ਮੰਨਦਾ ਤੇ ਗੁਰੂ ਹਰਿਰਾਏ ਸਾਹਿਬ ਨੇ ਮੱਥੇ ਨਹੀਂ ਲੱਗਣਾ ਸੀ, ਫਿਰ ਕੀ ਹੋਣਾ ਸੀ? ਔਰੰਗਜ਼ੇਬ ਜਿਹਦਾ ਰਾਜ ਜਿਹੜਾ ਹੈ ਉਹ 2000 ਤੋਂ ਜਿਹੜਾ ਕੋਸ ਹਜ਼ਾਰ ਦੁਐ ਉੱਪਰ 100 ਪੁੰਨ ਕੋ, ਜਿਹੜਾ ਔਰੰਗਜ਼ੇਬ ਹੈ ਜਿਹਦਾ 2000 ਤੇ ਉੱਪਰ 100 ਭਾਵ 2100 ਦੇ ਲਗਭਗ ਜਿਹੜਾ ਭਾਰੀ 2100 ਕੋਹ ਤੱਕ ਜਿਹਦਾ ਰਾਜ ਚੱਲਦਾ ਹੈ। ਰਾਜ ਕਰੈ ਸ਼ਾਹ ਚੁਗੱਤਾ। 2100 ਕੋਹ ਤੱਕ ਚੁਗੱਤੇ ਜਾਤ ਦਾ ਗੋਤ ਦਾ ਇਹ ਔਰੰਗਾ ਜਿਹੜਾ ਸਾਰੇ ਹਿੰਦੁਸਤਾਨ ਦਾ ਰਾਜਾ ਬੈਠਾ ਬਣਿਆ ਹੈ। 22 ਲੱਖ ਚਮੂ ਸੰਗ ਹੈ। ਤੇ ਨਾਲ 22 ਲੱਖ ਫੌਜ ਜੀ ਦੇ ਨਾਲ ਰੱਖੀ ਹੁੰਦੀ ਹੈ। ਬਲਵਾਨ ਵੱਡੋ ਸੋ ਹੰਕਾਰ ਮਹਿਮਤਾ। ਤੇ ਹੰਕਾਰ ਵਿੱਚ ਮਸਤਿਆ ਹੋਇਆ ਔਰੰਗਾ ਬੜਾ ਬਲੀ ਹੈ। 22 ਲੱਖ ਫੌਜ ਤੇ 21,000 ਕੋਹ ਤੱਕ ਜਿਹਦਾ ਰਾਜ ਚੱਲਦਾ ਹੈ। ਪੰਚ ਦੁਗੁਣ ਹਜ਼ਾਰ ਹੈ ਤੋਪ। ਤੇ ਇਸੇ ਤਰ੍ਹਾਂ 5000 ਜਿਹਦੇ ਕੋਲ ਵੱਡੀਆਂ ਤੋਪਾਂ ਪੂਰੀਆਂ ਹਨ। ਸਕੋਪ ਚੜ੍ਹੈ ਕਰ ਲੋਚਨ ਤੇ ਰੱਤਾ। ਪੰਜ ਦੁਗੂਣ 5000 ਤੋਂ ਦੁੱਗਣੀ ਭਾਵ 10000 ਤੋਪ ਹੈ ਜਿਹਦੇ ਕੋਲ। ਇਸੇ ਤਰ੍ਹਾਂ ਜਦੋਂ 10000 ਤੋਪ ਲੈ ਕੇ ਲਾਲ ਅੱਖਾਂ ਕਰਕੇ ਔਰੰਗਜ਼ੇਬ ਫੌਜ ਚੜਾ ਕੇ 22 ਲੱਖ ਤੇ ਕੀਰਤਪੁਰ ਸਾਹਿਬ ਆ ਜਾਂਦਾ ਤਾਂ ਐਸੇ 50,000 ਜੰਬੂਰੇ। ਜਿਹਦੇ ਕੋਲ 50,000 ਅੱਧੀਆਂ ਤੋਪਾਂ ਤੇ 10,000 ਜਿਹੜੀਆਂ ਹਨ ਉਹ ਵੱਡੀਆਂ ਪੂਰੀਆਂ ਤੋਪਾਂ ਹਨ। ਹੈ ਛੋਟੇ ਤੇ ਛੋਨੀ ਮਹਾਤਮ ਕੱਤਾ। ਜਿਨ੍ਹਾਂ ਦੇ ਛੱਡੇ ਜਾਣ ਤੇ ਬੰਬ ਚੱਲਦੇ ਤੋਪਾਂ ਦੇ,
ਤੇ ਧਰਤੀ ਕੰਬ ਜਾਂਦੀ ਹੈ, ਧਮਕ ਪੈਂਦੀ ਹੈ। ਕੌਣ ਅਰੈ ਇਹ ਸੰਗ ਲਰੈ। ਜੇ ਮੈਂ ਨਾ ਆਉਂਦਾ ਗੁਰਦਾਸ ਭਾਈ ਜੀ ਤੇ ਕੌਣ ਹੁੰਦਾ ਜਿਹੜਾ ਐਡੀ ਭਾਰੀ ਫੌਜ ਦੇ ਮਾਲਕ ਔਰੰਗੇ ਦੇ ਮੱਥੇ ਲੱਗਦਾ। ਕਿਹਨੇ ਲੜਨਾ ਸੀ? 2200 ਸਿੱਖਾਂ ਤੋਂ ਤਾਂ ਨਹੀਂ ਲੜਿਆ ਜਾਣਾ ਸੀ। ਗੁਰੂ ਹਰਿਰਾਏ ਸਾਹਿਬ ਨੇ ਮੱਥੇ ਨਹੀਂ ਲੱਗਣਾ ਸੀ। ਤੇ ਫਿਰ ਦੱਸੋ ਸਿੱਖ ਪੰਥ ਦਾ ਕੀ ਬਣਦਾ ਜੀ। ਸਭ ਦੇਸ਼ ਡਰੈ ਪਰ ਦੇਤ ਹੈ ਪਹਾਲਾ। ਔਰੰਗਜ਼ੇਬ ਤੋਂ ਸਾਰਾ ਹਿੰਦੁਸਤਾਨ ਡਰਦਾ ਹੈ ਤੇ ਚੁੱਪ ਚਾਂਤ ਕੰਨੇ ਜਿਹੜੇ ਆ ਕੱਜੇ ਕੰਨੀ ਮਾਮਲਾ ਭਰੀ ਜਾਂਦੇ, ਕੋਈ ਕੁਸਕਦਾ ਨਹੀਂ। ਇੰਨਾ ਪ੍ਰਤਾਪ ਹੈ ਔਰੰਗਜ਼ੇਬ ਦਾ। ਭੂਪਤ ਜੇ ਰਾਜਪੂਤ ਹੁਤੇ। ਜਿਹੜੇ ਰਾਜਪੂਤ ਹਿੰਦੁਸਤਾਨ 'ਚ ਸਭ ਤੋਂ ਅਣਖੀ ਗੈਰਤਮੰਦ ਤੇ ਬਲਵਾਨ ਮੰਨੇ ਸੀਗੇ ਤੇ ਮੱਛਰੇ ਹੋਏ ਰਾਜਪੂਤਾਂ ਨੂੰ ਵੀ ਉਹਨੇ ਐਨ ਕੰਨ 'ਚ ਪਾਇਆ ਨਹੀਂ ਰੜਕਦੇ, ਸਾਰੇ ਹੀ ਐਨ ਸਿੱਧੇ ਕਰ ਦਿੱਤੇ ਹਨ। ਕਰ ਤਰਾਸ ਗਏ ਦਬ ਦੇਖ ਕਰਾਲਾ। ਤੇ ਵੇਖ ਲੋ ਔਰੰਗਜ਼ੇਬ ਸਭ ਪਾਸੇ ਇੰਨਾ ਪ੍ਰਤਾਪ ਹੈ ਵੀ ਰਾਜਪੂਤ ਸਭ ਤੋਂ ਜਿਹੜੇ ਆ ਕੌਮ ਜਰਮਾਨੀ ਤੇ ਲੜਾਕੂ ਮੰਨੀ ਗਈ ਸੀ, ਪਰ ਔਰੰਗਜ਼ੇਬ ਦੇ ਸਾਹਮਣੇ ਵੀ ਨਹੀਂ ਕੁਸਕੇ, ਸਭ ਚੁੱਪ ਚਾਂਤ ਹੋ ਕਰਕੇ ਬਹਿ ਗਏ। ਤੇ ਐਸਾ ਹਾਲ ਕਿ ਔਰੰਗਜ਼ੇਬ ਦਾ ਪ੍ਰਤਾਪ ਦੇਖ ਕੇ ਸਾਰੇ ਹੀ ਦਬ ਗਏ ਹਨ। ਦੋਹੀ ਫਿਰੈ ਇਸ ਕੀ ਸਭ ਦੇਸ਼ਨ। ਸਭ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੋਹੀ ਫਿਰਦੀ ਔਰੰਗਜ਼ੇਬ ਦੀ ਢੂੰਡੀ ਪਿੱਟੀ ਜਾਂਦੀ, ਬੜੀ ਜੈ ਜੈਕਾਰ ਹੈ। ਦੋਸ ਬਿਲੋਕਤ ਦੇਤ ਨਿਕਾਲਾ। ਤੇ ਜਿਹੜਾ ਵੀ ਮਾੜਾ ਮੋਟਾ ਬੋਲਦਾ ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ। ਕੋਈ ਨਹੀਂ ਵੇਖਦਾ ਪੁੱਛਦਾ, ਇਹਦੇ ਅੱਗੇ ਕੋਈ ਨਹੀਂ ਬੋਲਦਾ ਹੈ। ਬਾਦ ਕਰੈ ਹਠ ਧਾਰ ਵੱਡੋ। ਤੇ ਕਹਿੰਦੇ ਹਠੀ ਬਹੁਤ ਹੈ, ਮਨ ਦੀ ਮਰਜ਼ੀ ਕਰਦਾ, ਜਿੱਦੀ ਬਹੁਤ ਹੈ, ਕਿਸੇ ਦੇ ਆਖੇ ਨਹੀਂ ਲੱਗਦਾ, ਸਦਾ ਝਗੜਾ ਕਰਨ ਤੇ ਉਤਰਿਆ ਰਹਿੰਦਾ ਹੈ। ਗੁਰ ਪੀਰ ਤੇ ਤਰਾਸਤ ਨਾ ਕਿਸ ਕਾਲਾ। ਤੇ ਨਾ ਕਿਸੇ ਗੁਰੂ ਨੂੰ ਜਾਣਦਾ ਹੈ, ਨਾ ਕਿਸੇ ਪੀਰ ਨੂੰ। ਸਭ ਤੋਂ ਮਨ ਦੇ ਵਿੱਚ ਹੰਕਾਰੀ ਹੋਣ ਕਰਕੇ ਸਭ ਨਾਲ ਵਿਰੋਧ ਕਰਦਾ, ਝਗੜਾ ਕਰਦਾ ਹੈ। ਜਹਾਂ ਛਾਹ ਜਹਾਂ ਜਬ ਸ਼ਾਹ ਹੁਤੋ। ਭਾਈ ਗੁਰਦਾਸ ਜੀ, ਤੁਸੀਂ ਮੈਨੂੰ ਜੋ ਮੱਤਾਂ ਦਿੰਦੇ ਹੋ ਵੀ ਤੁਹਾਨੂੰ ਈਰਖਾ ਨਹੀਂ ਕਰਨੀ ਚਾਹੀਦੀ, ਤੇ ਤੁਸੀਂ ਦੱਸੋ ਸਹੀ ਵੀ ਮੇਰੇ ਨਾਲ ਚੰਗੀ ਹੋਈ ਹੈ। ਵੇਖੋ, ਸ਼ਾਹਜਹਾਨ ਬਾਦਸ਼ਾਹ ਹੋਇਆ ਔਰੰਗੇ ਦਾ ਪਿਓ, ਜਦੋਂ ਸ਼ਾਹਜਹਾਨ ਤਖਤ ਦੇ ਉੱਪਰ ਬੈਠਾ ਹੋਇਆ ਸੀ, ਇਹ ਸੰਗ ਵਿਰੋਧ ਭਇਓ ਗੁਰ ਕੋ। ਉਦੋਂ ਵੀ ਗੁਰੂ ਘਰ ਦਾ ਇੱਕ ਵਾਰੀ ਵਿਰੋਧ ਹੋਇਆ ਸੀ। ਗੁਰੂ ਘਰ ਦਾ ਫਰਕ ਪੈ ਗਿਆ ਸੀਗਾ। ਜੰਗ ਹੋਏ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਸਨ, ਦੂਜੇ ਪਾਸੇ ਸ਼ਾਹਜਹਾਨ ਬਾਦਸ਼ਾਹ ਸੀ। ਗੁਰੂ ਘਰ ਦਾ ਜਦੋਂ ਵੈਰ ਵਧਿਆ ਸੀ, ਜੰਗ ਭਇਓ ਬਲ ਧਾਰ ਵੱਡੋ। ਤੇ ਵੱਡਾ ਜੰਗ ਹੋਇਆ ਸੀ ਪਿਪਲੀ ਸਾਹਿਬ ਦਾ, ਬੜਾ ਭਾਰੀ ਬਲ ਧਾਰਦਿਆਂ ਹੋਇਆਂ। ਹਥਿਆਰ ਪ੍ਰਹਾਰ ਕਰ ਅਰ ਕੋ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਡੇ ਪੜਦਾਦੇ ਸਤਿਗੁਰਾਂ ਨੇ ਬੜੇ ਭਾਰੀ ਹਥਿਆਰ ਸ਼ਾਸਤਰ ਬਸਤਰ ਰੱਖ ਕੇ ਜੰਗ ਕੀਤਾ ਸੀ ਅੜ ਕਰਕੇ। ਆਨ ਲੜਿਓ ਦਲ ਤੀਰ ਸੁਧਾਸਰ। ਤੇ ਸ਼ਾਹਜਹਾਨ ਦੀ ਫੌਜ 7000 ਫੌਜ ਇੱਥੇ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਥਾਨ ਤੇ ਸਰੋਵਰ ਦੇ ਲਾਗੇ ਪਹੁੰਚ ਗਈ ਸੀ। ਪਾਏ ਫਤਿਹ ਸੋ ਦਇਓ ਡਰ ਕੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਬੜਾ ਭਾਰੀ ਸਿਰ ਵੱਡੇ ਦੁਸ਼ਮਣਾਂ ਦੇ ਫਤਿਹ ਪ੍ਰਾਪਤ ਕੀਤੀ। ਦੁਸ਼ਮਣ ਡਰ ਕੇ ਭੱਜ ਗਏ ਸਨ। ਜੰਗਲ ਬੀਚ ਪ੍ਰਵੇਸ਼ ਭਏ। ਫਿਰ ਜੰਗਲ ਦੇਸ਼ ਵਿੱਚ ਭਾਵ ਇਧਰ ਮਹਾਰਾਜ ਕੇ ਦਾ ਜਦਾ ਬੜਾ ਭਾਰੀ ਜੰਗ ਹੋਇਆ ਜੀ। ਪਨ ਦੁਆ ਹੈ ਲੇਕੀਏ ਸੰਘਰ ਕੋ। ਜਦੋਂ ਬਾਬਾ ਬਿਧੀ ਚੰਦ ਨੇ 2 ਘੋੜੇ ਕੱਢ ਕੇ ਲਿਆਂਦੇ ਲਾਹੌਰ ਦੇ ਕਿਲੇ ਚੋਂ, ਉਦੋਂ ਵੀ ਤੀਸਰਾ ਜੰਗ ਯੁੱਧ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਾਲ ਵਿੱਚ ਕੀਤਾ ਜੋ। ਸ੍ਰੀ ਕਰਤਾਰਪੁਰੇ ਰਨ ਕੀ ਨਸ। ਫਿਰ ਚੌਥਾ ਜੰਗ ਹੈ ਬਾਬਾ ਭਾਈ ਗੁਰਦਾਸ ਜੀ ਕਰਤਾਰਪੁਰ ਸਾਹਿਬ ਦੁਆਬੇ ਦੇ ਵਿੱਚ ਹੋਇਆ ਹੈ ਸੀ। ਪੈਂਦੇ ਕੇ ਸੰਗ ਅਨੇਕ ਸੰਘਾਰੇ। ਪੈਂਦੇ ਖਾਂਦੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਨੇ ਅਨੇਕਾਂ 75000 ਦੇ ਲਗਭਗ ਤੁਰਕ ਮਾਰੇ ਸਨ। ਸ਼ਾਹਜਹਾਂ ਕਰ ਟਾਲ ਰਹਾ। ਉਹ ਸ਼ਾਹਜਹਾਨ ਦਾ ਇੰਨਾ ਨੁਕਸਾਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਸਾਡੇ ਆਪਣੇ ਪੜਦਾਦੇ ਸਾਡੇ ਨੇ ਇੰਨਾ ਨੁਕਸਾਨ ਕੀਤਾ ਵੀ ਤਕਰੀਬਨ 1.5 ਲੱਖ ਦੇ ਲਗਭਗ ਉਹਨਾਂ ਦੀ ਫੌਜ ਮਾਰੀ ਸੀ। ਪਰ ਉਹ ਸ਼ਾਹਜਹਾਨ ਦਾ ਸੁਭਾਅ ਹੋਰ ਸੀਗਾ, ਉਹ ਤਾਂ ਇੰਨੀ ਫੌਜ ਮਰਵਾ ਕੇ ਫਿਰ ਵੀ ਟਾਲਾ ਕਰ ਗਿਆ ਸੀ। ਹਠ ਨਾਹੇ ਕਰਿਓ ਹਟ ਗਾ ਜਿਮ ਹਾਰੇ। ਉਹ ਜਦੋਂ ਹਾਰ ਗਿਆ ਫਿਰ ਪਿੱਛੇ ਹਟ ਗਿਆ ਸੀਗਾ। ਸ਼ਾਹਜਹਾਨ ਨੇ ਹਠ ਨਹੀਂ ਕੀਤਾ ਸੀਗਾ, ਉਹ ਤਾਂ ਚਲੋ ਏਦਾਂ ਖਾ ਕੇ ਮਾਰ ਮੂੰਹ ਦੀ ਤੇ ਪਿਛਾ ਮੁੜ ਕੇ ਚੁੱਪ ਕਰਕੇ ਬਹਿ ਗਿਆ ਸੀ। ਸ੍ਰੀ ਹਰਗੋਬਿੰਦ ਜੋਧੇ ਮਹਾ। ਬਾਕੀ ਗੁਰੂ ਹਰਗੋਬਿੰਦ ਸਾਹਿਬ ਜੋਧੇ ਵੀ ਬੜੇ ਸੀਗੇ, ਬੜੇ ਮਹਾਬਲੀ ਸੂਰਮੇ ਸਨ, ਜਿਨ ਕੋ ਬੜ ਢੀਲ ਵੱਡੋ ਬਲ ਧਾਰੇ। ਜਿਨ੍ਹਾਂ ਦਾ ਬਲ ਬੜਾ ਸੀ ਤੇ ਬੜੇ ਡੀਲ ਡੌਲ ਸੁਭਾਅ ਦੇ, ਮਾਰ 7 ਫੁੱਟ ਤੋਂ ਵਧੇਕ ਉਹਨਾਂ ਦਾ ਕੱਦ, ਉਹਨਾਂ ਵਰਗਾ ਸੂਰਮਾ ਹੋਰ ਕਿਤੇ ਨਹੀਂ ਹੈ ਸੀ। ਸੈਨ ਵੱਡੀ ਉਤਸ਼ਾਹ ਵੱਡੋ। ਬਾਕੀ ਫੌਜ ਬੜੀ ਸੀ ਗੁਰੂ ਹਰਗੋਬਿੰਦ ਸਾਹਿਬ ਕੋਲ, ਬੜਾ ਉਤਸ਼ਾਹ ਰੱਖਣ ਵਾਲੇ ਜਰਨੈਲ ਵੱਡੇ ਵੱਡੇ, ਬਾਬਾ ਬਿਧੀ ਚੰਦ ਜੀ ਵਰਗੇ, ਭਾਈ ਜੇਠੇ ਵਰਗੇ ਸਨ। ਨਿਜ ਬੈਰ ਪੁਜਾਏ ਮਹਾ ਰਿਪ ਮਾਰੇ। ਤੇ ਆਪਦੇ ਵੈਰ ਨੂੰ ਪੂਰਾ ਕੀਤਾ ਸਤਿਗੁਰਾਂ ਨੇ, ਜਿਨ੍ਹਾਂ ਨੇ ਗੁਰੂ ਘਰ ਵੱਲ ਕੈੜੀ ਅੱਖ ਕੀਤੀ, ਮਹਾਰਾਜ ਨੇ ਚੁਣ ਚੁਣ ਕੇ ਸਾਰੇ ਮਾਰੇ ਸਨ। ਸ਼ਾਹੇ ਜਹਾਂ ਤੇ ਵੱਡੋ ਇਹ ਸ਼ਾਹ। ਪਰ ਇਹ ਰੰਗਾ ਸ਼ਾਹਜਹਾਨ ਵਰਗਾ ਨਹੀਂ,
ਇਹ ਤਾਂ ਸ਼ਾਹਜਹਾਨ ਤੋਂ ਵੀ ਵੱਡਾ ਬਾਦਸ਼ਾਹ ਹੈ ਜੀ। ਬਿਲੰਦ ਬਲੀ ਤੁਜਣੀ ਸੋ ਕਿਉਂਕਿ ਬਣਾਈ। ਸ਼ਾਹਜਹਾਨ ਤੋਂ ਵੀ ਵੱਧ ਤੋਹਫਾਂ ਇਹਦੇ ਕੋਲ ਤੇ ਇਹਦੀ ਫੌਜ ਵੀ ਇਹਦੇ ਨਾਲੋਂ ਵੱਧ ਭਾਰੀ ਬਲ ਵਾਲੀ ਹੈ। ਪੀਰ ਫਕੀਰਨ ਤੇ ਨਾ ਫਿਰ ਡਰੈ। ਇਹ ਤਾਂ ਨਾ ਕਿਸੇ ਪੀਰ ਤੋਂ ਡਰਦਾ ਨਾ ਕਿਸੇ ਫਕੀਰ ਦੀ ਸੁਣਦਾ ਹੈ। ਕਰ ਬਾਦ ਗਹਿ ਤਿਸ ਦੇ ਮਰਵਾਈ। ਜਿਹੜਾ ਕੁਸਕਦਾ ਪੀਰ ਫਕੀਰ ਸਭ ਨਾਲ ਝਗੜਾ ਕਰਦਾ ਹੈ ਤੇ ਉਹਨਾਂ ਨੂੰ ਕੈਦ ਕਰਵਾ ਕੇ ਪੁੱਠੇ ਕਰ ਖੱਲਾਂ ਲਵਾ ਲਵਾ ਕੇ ਮਾਰਦਾ ਹੈ। ਧਾਰ ਹਿਰਦੇ ਜਦ ਨਾਹਕ ਦਰਪਤੇ। ਐਡਾ ਜਿੱਦੀ ਹੈ ਵੀ ਜਿਹੜੇ ਨਾਹਕ ਨਿਹੱਕੇ ਲੋਕ ਹੈ ਬੇਕਸੂਰ ਔਰ ਇਹਦੇ ਵਿੱਚ ਵੈਰ ਧਾਰ ਕੇ ਉਹਨਾਂ ਨੂੰ ਮਾਰਦਾ ਹੈ। ਗੈਲ ਪਰੈ ਨਾ ਟਰੈ ਹਠ ਪਾਈ। ਕਹਿੰਦੇ ਜਿਹਦੇ ਨਾਲ ਜਿਹੜਾ ਹੈ ਇਹ ਰੈਲ ਪਰ ਹੈ ਨਾ ਟਰੈ ਹੱਠ ਪਾਈ। ਕਹਿੰਦੇ ਨਹੀਂ ਟਲਦਾ ਏ ਜਿਹਦੇ ਵੈਰ ਪੈ ਜਾਂਦਾ ਉਹਦਾ ਖਹਿੜਾ ਨਹੀਂ ਛੱਡਦਾ ਔਰੰਗਾ ਐਡਾ ਹਠੀ ਹੈ ਜੀ। ਜਾਂ ਤੇ ਪੁਗੈ ਨਹਿ ਬੈਰ ਇਸੀ ਸੰਗ। ਇਸ ਕਰਕੇ ਜੇ ਮੈਂ ਨਾ ਇੱਥੇ ਆਉਂਦਾ ਦਿੱਲੀ ਤੇ ਔਰੰਗਜ਼ੇਬ ਨਾਲ ਬਣਾ ਕੇ ਨਾ ਰੱਖਦਾ ਗੁਰੂ ਘਰ ਦੀ ਤੇ ਗੁਰੂ ਹਰਿਰਾਏ ਸਾਹਿਬ ਤੋਂ ਵੈਰ ਨਹੀਂ ਸੀ ਪੁੱਗਣਾ ਔਰੰਗਜ਼ੇਬ ਦੇ ਨਾਲ। ਮੈਂ ਨਹ ਆਇ ਜੇ ਕਿਉਂ ਬਨ ਆਈ। ਜੇ ਮੈਂ ਨਾ ਇੱਥੇ ਆਉਂਦਾ ਤੇ ਦੱਸੋ ਫਿਰ ਕੀ ਬਣ ਆਉਂਦੀ ਬਾਬਾ ਗੁਰਦਾਸ ਜੀ। ਇਸ ਗੱਲ ਦਾ ਜਰਾ ਜਵਾਬ ਦਿਓ ਸੋਚ ਕਰਕੇ। ਔਰ ਅਨੇਕ ਹੁਤੇ ਬਿਘਨਾ। ਹਾਂ ਹੋਰ ਵੀ ਬੜੇ ਵਿਘਨ ਆ, ਕੱਲੇ ਇਹ ਵਿਘਨ ਨਹੀਂ, ਹੋਰ ਗੁਰੂ ਘਰ ਵਿੱਚ ਬੜੇ ਵਿਘਨ ਪੈ ਰਹੇ ਸੀ ਜਿਹੜੇ ਮੈਂ ਹੀ ਟਾਲੇ ਐ। ਰਾਮ ਰਾਏ ਤੋਂ ਬਿਨਾ ਹੋਰ ਕਿੰਨੇ ਟਾਲਣੇ ਸਨ। ਸਭ ਦੂਰ ਕਰੇ ਟਿਗ ਸਾਹੂ ਮੈਂ ਆਇਓ। ਉਹ ਤਾਂ ਮੈਂ ਬਾਦਸ਼ਾਹ ਔਰੰਗਜ਼ੇਬ ਕੋਲ ਆ ਕੇ ਬੜੇ ਗੁਰੂ ਘਰ ਦੇ ਖਿਲਾਫ ਇੱਥੇ ਕਾਜ਼ੀਆਂ ਮੁਲਾਨਿਆਂ ਨੇ ਕੰਨ ਭਰੇ ਹੋਏ ਸਨ ਰੰਗੇ ਦੇ, ਉਹ ਮੈਂ ਸਾਰੀਆਂ ਗੱਲਾਂ ਸਾਫ਼ ਕੀਤੀਆਂ। ਤੋ ਇਸ ਕਰਕੇ ਬੜੇ ਹੋਰ ਵਿਘਨ ਸੀਗੇ ਉਹ ਸਾਰੇ ਮੈਂ ਟਾਲੇ ਐ ਤੇ ਗੁਰੂ ਘਰ ਦੇ ਵਿੱਚ ਜੰਗ ਯੁੱਧ ਹੋਣ ਤੋਂ ਮੈਂ ਬਚਾਇਆ ਹੋਇਆ ਹੈ। ਬਾਸ ਕਰਿਓ ਸੁਖ ਸੋ ਪੁਰ ਕੀਰਤ। ਤਾਂ ਹੀ ਮੈਂ ਇੱਥੇ ਦਿੱਲੀ ਬੈਠਾ ਸਾਂ ਤੇ ਗੁਰੂ ਹਰਿਰਾਏ ਸਾਹਿਬ ਤਾਂ ਹੀ ਸੁੱਖ ਨਾਲ ਸਿੱਖ ਰਹਿ ਰਹੇ ਸੀ ਉੱਥੇ। ਮੈਂ ਦਿੱਲੀ ਸਾਂ ਤੇ ਤਾਂ ਸਿੱਖ ਕੀਰਤਪੁਰ ਸਾਹਿਬ ਆਨੰਦ ਮਾਣਦੇ ਫਿਰਦੇ ਸਨ। ਸੇਵਕ ਕੇ ਸਮ ਸਾਹੂ ਬਣਾਇਓ। ਮੈਂ ਤਾਂ ਔਰੰਗਜ਼ੇਬ ਨੂੰ ਸਿੱਖ ਬਣਾਇਆ ਹੋਇਆ, ਸੇਵਕ ਬਣਾਇਆ ਹੋਇਆ ਆਪਦਾ। ਉਹ ਤਾਂ ਸਾਧ ਸੰਗ ਜਿਹੜੇ ਰਾਜਨੀਤਿਕ ਲੋਕ ਹੁੰਦੇ ਇਹਨਾਂ ਨੇ ਕੰਮ ਲੈਣਾ ਹੁੰਦਾ, ਉਹ ਇਹਨੂੰ ਐਂ ਪ੍ਰਤੀਤ ਹੋਣ ਲੱਗ ਪਿਆ ਰਾਮ ਰਾਏ ਨੂੰ ਚਲੋ ਕਰਾਮਾਤਾਂ ਵੀ ਸਨ ਗਈਆਂ ਪਰ ਔਰੰਗਜ਼ੇਬ ਨੂੰ ਇਹ ਸੀ ਵੀ ਚਲੋ ਇਹਦੇ ਰਾਹੀਂ ਕੋਈ ਕੰਮ ਕਾਰਜ ਕਢਾਵਾਂਗੇ ਕਿਉਂਕਿ ਹਿੰਦੁਸਤਾਨ ਦੇ ਵਿੱਚ ਕੋਈ ਬਹੁਤਾ ਜਿਹੜਾ ਰਾਮ ਰੌਲਾ ਇੱਕੋ ਥਾਂ 'ਤੇ ਪੈਣਾ ਔਖਾ ਸੀਗਾ। ਹਿੰਦੂਆਂ ਵਾਲੇ ਪਾਸੇ ਬਹੁਤਾ ਜ਼ੋਰ ਦੇ ਰਿਹਾ ਸੀਗਾ ਔਰੰਗਾ। ਗੁਰੂ ਤੇਗ ਬਹਾਦਰ ਸਾਹਿਬ ਤੱਕ ਤਾਂ ਹਿੰਦੂਆਂ ਨਾਲ ਹੀ ਲੜਦਾ ਰਿਹਾ। ਆਪਾਂ ਸੁਣਦੇ ਹੀ ਹਾਂ ਮਹਾਰਾਜ ਦੇ ਸਮੇਂ ਦੀ ਸਾਖੀ, ਤਿਲਕ ਜੰਜੂ ਲਾਉਂਦਾ ਰਿਹਾ। ਤੋ ਇਸ ਕਰਕੇ ਉਹ ਰਾਮ ਰਾਏ ਫਿਰ ਮਿਲਿਆ ਤਾਂ ਗੁਰੂ ਘਰ ਤੋਂ ਹੀ ਸੀ, ਇਹਨੂੰ ਸਾਰਾ ਕੁਝ ਗੁਰੂ ਹਰਿਰਾਏ ਸਾਹਿਬ ਤੋਂ। ਇਹਨੂੰ ਹੁਣ ਭੁਲੇਖਾ ਪਿਆ ਹੋਇਆ ਮੈਂ ਕਰਦਾ ਉਹ ਭਾਈ ਗੁਰਦਾਸ ਜੀ ਦੇ ਕੋਲ। ਕਹਿੰਦਾ ਜੇ ਮੈਂ ਨਾ ਆਉਂਦਾ ਦਿੱਲੀ ਫੇਰ ਕੀ ਬਣਦਾ, ਤੇ ਦਿੱਲੀ ਆਉਂਦਾ ਹੀ ਨਹੀਂ ਸੀ। ਇਹ ਤਾਂ ਪਿੱਛੇ ਤੁਸੀਂ ਨਹੀਂ ਇਤਿਹਾਸ ਸੁਣਿਆ, ਉਦੋਂ ਕਥਾ ਉੱਥੇ ਹੋਈ ਸ਼ਹੀਦਾਂ ਦੇ ਸਥਾਨ 'ਤੇ, ਕੋਈ ਨਹੀਂ ਸੀ ਆਉਂਦਾ। ਇਹ ਕਹਿੰਦਾ ਮਹਾਰਾਜ ਸਿੱਖ ਕਹਿੰਦੇ ਭਾਈ ਬਾਬਾ ਰਾਮ ਰਾਏ ਨੂੰ ਘੱਲ ਦਿਓ ਮਹਾਰਾਜ। ਤੇ ਉਹ ਕਹਿੰਦਾ ਮਹਾਰਾਜ ਹੱਸ ਪਏ, ਚੁੱਪ ਕਰ ਗਏ। ਮਹਾਰਾਜ ਕਹਿੰਦਾ ਮਹਾਰਾਜ ਜਾਊਂਗਾ ਪਰ ਜਾਣ ਜੋਗਾ ਕਰ ਦਿਓ ਵੀ ਕੁਝ ਦੇ ਕੇ ਤੋਰੋਗੇ ਤੇ ਮੈਂ ਜਾਊਂਗਾ। ਉੱਦਾਂ ਔਰੰਗਜ਼ੇਬ ਦੇ ਮਹਾਰਾਜ ਮੱਥੇ ਲੱਗਣਾ ਔਖਾ। ਇਹ ਵੀ ਨਹੀਂ ਸੀ ਆਉਂਦਾ। ਗੁਰੂ ਹਰਿਰਾਏ ਸਾਹਿਬ ਨੇ ਤੇ ਥਾਪੜਾ ਰੱਖਿਆ, ਕਿਰਪਾ ਕੀਤੀ ਤੇ ਫੇਰ ਕਿਤੇ ਇੱਧਰ ਨੂੰ ਇਹਨੇ ਮੂੰਹ ਕੀਤਾ ਸੀ ਦਿੱਲੀ ਨੂੰ। ਇਹ ਵੀ ਨਹੀਂ ਸੀ ਆਉਂਦਾ ਡਰਦਾ ਔਰੰਗਜ਼ੇਬ ਤੋਂ। ਤੋ ਇੱਦਾਂ ਮਿਲਿਆ ਤਾਂ ਸਾਰਾ ਕੁਝ ਗੁਰੂ ਘਰ ਤੋਂ, ਪਰ ਉਹ ਭਾਈ ਗੁਰਦਾਸ ਜੀ ਨੂੰ ਜਣਾਉਂਦਾ ਵੀ ਜੇ ਮੈਂ ਹੀ ਨਾ ਆਉਂਦਾ ਇੱਥੇ ਦਿੱਲੀ ਤੇ ਬਾਦਸ਼ਾਹ ਔਰੰਗਜ਼ੇਬ ਨੇ ਫੌਜ ਚੜ੍ਹਾ ਦੇਣੀ ਸੀ ਤੇ ਕਿੱਥੇ ਕੀਰਤਪੁਰ ਸਾਹਿਬ ਰਹਿਣਾ ਸੀ, ਸਾਰਾ ਕੁਝ ਮਲੀਆ ਮੇਟ ਹੋ ਜਾਣਾ ਸੀ। ਬ੍ਰਿੰਦ ਲਿਓ ਧਨ ਆਪ ਪੁਜਾਏ ਕੈ। ਮੈਂ ਵੇਖੋ ਆਪਦੀ ਸਿਆਣਪ ਨਾਲ ਨਾਲੇ ਤਾਂ ਔਰੰਗਜ਼ੇਬ ਨੂੰ ਆਪਦਾ ਚੇਲਾ ਬਣਾਇਆ, ਮੇਰੀ ਪੂਜਾ ਕਰਦਾ, ਨਾਲੇ ਵੇਖੋ ਮੈਂ ਸਰਕਾਰ ਤੋਂ ਧਨ ਕਢਾ ਰਿਹਾ। 13,000 ਰੋਜ਼ ਮੇਰੇ ਖਾਤੇ ਵਿੱਚ ਭੇਜਦਾ ਹੈ, ਖਜ਼ਾਨੇ ਵਿੱਚ ਭੇਜਦਾ ਹੈ। ਸ੍ਰੀ ਗੁਰੂ ਕੋ ਬਹੁ ਭਾਉ ਬਧਾਇਓ। ਤੇ ਗੁਰੂ ਨਾਨਕ ਸਾਹਿਬ ਦਾ ਘਰ ਦਾ, ਗੁਰੂ ਕੀ ਸਿੱਖੀ ਦਾ ਬੜਾ ਪ੍ਰੇਮ ਤੇ ਭਾਉ ਮੈਂ ਇੱਥੇ ਔਰੰਗੇ ਦੀ ਕਚਹਿਰੀ ਵਿੱਚ ਵਧਾਇਆ ਹੋਇਆ ਹੈ। ਲਾਇਕੀ ਯੋ ਸਭ ਰੀਤ ਕਰੀ। ਇਸ ਕਰਕੇ ਮੈਂ ਸਭ ਕਰਕੇ ਲਾਇਕ ਸਾਂ ਭਾਈ ਗੁਰਦਾਸ ਜੀ, ਵੀ ਮੇਰੇ 'ਚ ਕੋਈ ਕਮੀ ਹੈ ਨਹੀਂ ਸੀ, ਕੋਈ ਕਮੀ ਕੱਢ ਨਹੀਂ ਸਕਦਾ। ਉਧਰਲੇ ਪਾਸੇ ਨਹੀਂ ਆਉਂਦਾ ਮਿੱਟੀ ਮੁਸਲਮਾਨ ਕੀ ਵਾਲੇ ਪਾਸੇ। ਉਹ ਕਹਿੰਦਾ ਨਹੀਂ ਇੰਨੀ ਕੁ ਗੱਲ ਦਾ ਕੀ ਹੈ ਵੀ ਇੱਕ ਪੰਕਤੀ ਬਦਲਤੀ, ਜੇ ਮੈਂ ਨਾ ਬਦਲਦਾ ਤੇ ਔਰੰਗਜ਼ੇਬ ਨੇ ਗੁੱਸੇ ਹੋ ਜਾਣਾ ਸੀ ਤੇ ਗੁਰੂ ਘਰ ਨਾਲ ਵੈਰ ਵੱਧ ਜਾਣਾ ਸੀਗਾ। ਇਸ ਕਰਕੇ ਉਸ ਗੱਲ 'ਤੇ ਵੀ ਨਹੀਂ ਆਉਂਦਾ। ਕਹਿੰਦਾ ਨਹੀਂ ਮੈਂ ਉਹ ਵੀ ਠੀਕ ਕੀਤਾ। ਇਸ ਕਰਕੇ ਉਹ ਮਹਾਰਾਜ ਭਾਈ ਗੁਰਦਾਸ ਜੀ ਨੂੰ ਕਹਿੰਦਾ ਵੀ ਦੱਸੋ ਮੇਰੇ 'ਚ ਕਸੂਰ ਕੀ ਸੀ। ਸਭ ਕਰਾਂ ਕਰਕੇ ਮੈਂ ਪੂਰਾ ਸਾਂ ਤੇ ਗੁਰਤਾ ਮੈਨੂੰ ਮਿਲਣੀ ਚਾਹੀਦੀ ਸੀ। ਪਿਤ ਸ੍ਰੀ ਗੁਰੂ ਕ੍ਰੋਧ ਹੋਇ ਮੋਹਿ ਹਟਾਇਓ। ਪਰ ਫਿਰ ਵੀ ਗੁਰੂ ਹਰਿਰਾਏ ਸਾਹਿਬ ਪਿਤਾ ਨੇ ਮੇਰੇ ਨਾਲ ਈਰਖਾ ਕਰਕੇ, ਗੁੱਸਾ ਕਰਕੇ
ਮੈਨੂੰ ਵੱਡਾ ਪੁੱਤਰ ਹੋਣ ਦੇ ਬਾਵਜੂਦ ਵੀ ਗੁਰਤਾ ਗੱਦੀ ਤੋਂ ਲਾਂਭੇ ਕਰ ਦਿੱਤਾ ਹੈ। ਲਗ ਨੰਦਨ ਮੈਂ ਗੁਣ ਕੌਣ ਤੇ ਲਖੇ। ਉਹ ਛੋਟੇ ਜਿਹੇ ਬੱਚੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਉਹਨਾਂ ਨੇ ਕੀ ਗੁਣ ਵੇਖ ਲਿਆ? ਛੋਟੇ ਪੁੱਤਰ ਵਿੱਚ ਇਹੋ ਜਿਹਾ ਕੀ ਦਿਸ ਪਿਆ ਜਿਹੜਾ ਮੇਰੇ ਵਿੱਚ ਹੈ ਨਹੀਂ ਜੀ? ਸਭ ਸੰਗਤ ਮੈਂ ਜਿਸ ਦੇ ਵਡਿਆਈ। ਕਿਹੜਾ ਗੁਣ ਦਿਸਿਆ ਹਰਿਕ੍ਰਿਸ਼ਨ ਬਾਲਾ ਪ੍ਰੀਤਮ ਵਿੱਚ ਜਿਹੜਾ ਗੁਰਤਾ ਗੱਦੀ ਤਖਤ ਦੇਤਾ ਤੇ ਸਾਰੀ ਸੰਗਤ ਵਿੱਚ ਵਡਿਆ ਦਿੱਤਾ ਹੈ? ਹੋਏ ਆਪ ਖਰੇ ਗੁਰਤਾ ਅਰਪੀ। ਆਪ ਖੜ ਕੇ ਕੋਲ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਹੈ। ਪਨ ਸੇਵਕ ਬ੍ਰਿੰਦਨ ਦੇ ਵਡਿਆਈ। ਫਿਰ ਸਾਰੇ ਸੇਵਕਾਂ ਦੇ ਵਿੱਚ ਵਡਿਆਈ ਦਿੱਤੀ, ਉਹਨੂੰ ਮੱਥੇ ਵੀ ਟਿਕਾਏ ਹਰਿਕ੍ਰਿਸ਼ਨ ਸਾਹਿਬ ਨੂੰ। ਪੁਨ ਸੇਵਕ ਬ੍ਰਿੰਦਨ ਪਾਈ ਲਗਾਈ। ਸਾਰੇ ਸਿੱਖਾਂ ਸੇਵਕਾਂ ਨੂੰ ਚਰਨੀ ਲਗਵਾਇਆ ਹੈ। ਸਭ ਪੁੰਜ ਮਸੰਦਨ ਕੋ ਕਹਿ ਫਿਰ ਕੈ। ਸੁਣਿਆ ਮੈਂ ਵੀ ਗੁਰੂ ਹਰਿਰਾਏ ਸਾਹਿਬ ਨੇ ਸਾਰੇ ਮਸੰਦਾਂ ਨੂੰ ਵੀ ਇਹ ਗੱਲ ਕਹੀ ਹੋਈ ਹੈ ਕਰ ਪਾਏ ਉਪਾਇਨ ਕੋ ਵੀ ਸਮੁਦਾਈ। ਜਿਹੜੀ ਭੇਟਾ ਲਿਆਉਣੀ ਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨੀ ਰੱਖੋ। ਇਹ ਵੀ ਮੈਂ ਸੁਣਿਆ ਵੀ ਬੜੀ ਭੇਟਾ ਵੀ ਦਵਾਈ ਹੈ। ਰਿਪ ਕੇ ਸਮਝਾਨ ਨਹੀਂ ਸਿਮਰਿਓ ਮੁਝ। ਭਾਈ ਗੁਰਦਾਸ ਜੀ ਮੇਰਾ ਤਾਂ ਨਾਂ ਨਹੀਂ ਲਿਆ ਉਹਨਾਂ ਨੇ ਉੱਥੇ ਗੁਰੂ ਹਰਿਰਾਏ ਸਾਹਿਬ ਨੇ ਗੁਰਤਾ ਗੱਦੀ ਤਖਤ ਦਿੱਤਾ ਜਦੋਂ। ਜਿਵੇਂ ਕਿਸੇ ਦੁਸ਼ਮਣ ਨੂੰ ਭੁੱਲੀਦਾ, ਮੈਨੂੰ ਵੱਡਾ ਪੁੱਤਰ ਹੋਣ ਦੇ ਬਾਵਜੂਦ ਵੀ ਸਤਿਗੁਰੂ ਹਰਿਰਾਏ ਸਾਹਿਬ ਨੇ ਮੇਰਾ ਨਾਂ ਤੱਕ ਨਹੀਂ ਲਿਆ, ਮੈਨੂੰ ਦੁਸ਼ਮਣ ਜਾਣ ਕੇ ਬਗਾਨਾ ਕੀਤਾ ਹੋਇਆ ਹੈ। ਐਸ ਵਿਚਾਰਤ ਮੈਂ ਦੁਖ ਪਾਈ। ਇਹ ਗੱਲ ਵਿਚਾਰ ਕੇ ਮੈਂ ਦੁਖੀ ਹੁੰਨਾ, ਮੈਨੂੰ ਬਹੁਤ ਦੁੱਖ ਲੱਗ ਰਿਹਾ ਜਿਹੜੀ ਮੇਰੇ ਨਾਲ ਕੀਤੀ ਮੇਰੇ ਪਿਤਾ ਸਤਿਗੁਰਾਂ ਨੇ। ਮੈਂ ਅਬ ਕਾਨ ਸੁਣੀ ਬਹੁ ਪਾਸ ਤੇ ਤੇ। ਮੈਂ ਤਾਂ ਹੋਰ ਵੀ ਗੱਲਾਂ ਬੜੀਆਂ ਆਸਿਓ ਪਾਸਿਓ ਸੁਣੀਆਂ, ਕਿਉਂਕਿ ਇਹਨੇ ਬੰਦੇ ਛੱਡੇ ਹੋਏ ਸੀ ਕੀਰਤਪੁਰ ਸਾਹਿਬ। ਦੱਸਦੇ ਸੀ ਆ ਕੇ ਇਹਨੂੰ, ਕਹਿੰਦਾ ਭਾਈ ਗੁਰਦਾਸ ਜੀ ਮੈਂ ਤਾਂ ਹੋਰ ਵੀ ਬੜੀਆਂ ਗੱਲਾਂ ਸੁਣੀਆਂ ਹਨ। ਸੰਗਤ ਬ੍ਰਿੰਦ ਹੀ ਆਵਤ ਵੀ ਹੈ। ਉਹ ਗੁਰੂ ਹਰਿਰਾਏ ਸਾਹਿਬ ਨੇ ਗੁਰਤਾ ਗੱਦੀ ਉਧਰ ਦੇ ਦਿੱਤੀ ਹੈ ਬਾਲਾ ਪ੍ਰੀਤਮ ਨੂੰ, ਜਿਸ ਕਰਕੇ ਬਹੁਤ ਹੀ ਸੰਗਤ ਹੁਣ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਮੰਨ ਰਹੀ ਹੈ। ਕਾਬਲ ਓ ਕਸ਼ਮੀਰ ਤੇ ਆਦਿਕ। ਕਾਬਲ ਤੋਂ ਲੈ ਕੇ ਕਸ਼ਮੀਰ ਤੱਕ ਹੋਰ ਜਿਹੜੇ ਦੇਸ਼ ਹਨ, ਦੇਸ਼ ਵਿਸ਼ਾਲ ਸੁਹਾਵਤ ਹੈ। ਜਿਹੜੇ ਵੱਡੇ ਵੱਡੇ ਦੇਸ਼ ਸ਼ੋਭਾ ਪਾਉਂਦੇ ਆ, ਬੜੀ ਸਿੱਖੀ ਸੇਵਕੀ ਜਿੱਥੇ ਗੁਰੂ ਘਰ ਦੀ। ਅੱਗੇ ਮਸੰਦ ਹੋਇਆ ਲਿਆਵਤ ਸਿੱਖਿਆਨ। ਹਾਂ ਸਿੱਖਾਂ ਨੂੰ ਮਸੰਦ ਲਿਆਉਂਦੇ ਆ ਅੱਗੇ ਲੱਗ ਲੱਗ ਕੇ। ਜਿਹੜੇ ਮਸੰਦਾਂ ਨੂੰ ਗੁਰੂ ਹਰਿਰਾਏ ਸਾਹਿਬ ਕਹਿ ਕੇ ਗਏ ਆ ਉਹ ਮਸੰਦ ਬੇਅੰਤ ਸਿੱਖ ਸੰਗਤਾਂ ਨੂੰ ਕੀਰਤਪੁਰ ਸਾਹਿਬ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਦੇ ਕੋਲ ਲੈ ਲੈ ਕੇ ਜਾਂਦੇ ਆ। ਭੇਟ ਸਮੂਹ ਚੜਾਵਤ ਹੈ। ਤੇ ਬੜੀਆਂ ਭੇਟਾਵਾਂ ਸਤਿਗੁਰੂ ਹਰਿਕ੍ਰਿਸ਼ਨ ਨੂੰ ਚੜਾ ਰਹੇ ਆ, ਬੜੀ ਪੂਜਾ ਕਰ ਰਹੇ, ਬੜਾ ਸਤਿਕਾਰ ਹੋ ਰਿਹਾ ਹੈ। ਪੀਰ ਰਹਿ ਪੁਰ ਕੀਰਤ ਮੈਂ ਨਿਤ। ਮੈਂ ਸੁਣਿਆ ਵੀ ਕੀਰਤਪੁਰ ਸਾਹਿਬ ਵਿੱਚ ਹੁਣ ਬੜੀ ਭੀੜ ਰਹਿੰਦੀ ਸਿੱਖਾਂ ਦੀ। ਕੀਰਤ ਉਜਲ ਗਾਵਤ ਹੈ। ਤੇ ਬੜੀ ਉਜਲ ਪਵਿੱਤਰ ਕੀਰਤ ਵਡਿਆਈ ਹਰਿਕ੍ਰਿਸ਼ਨ ਸਾਹਿਬ ਮੇਰੇ ਭਰਾਤਾ ਦੀ ਹੁੰਦੀ ਹੈ। ਮੋਤੇ ਵਿਸ਼ਾਲ ਪ੍ਰਤਾਪ ਭਇਓ ਤਿਸ। ਉਹ ਤੇ ਅੱਡ ਅੱਡ ਕਰ ਲੈਣਾ, ਮੇਰੇ ਤੋਂ ਵੱਧ ਉਹਨਾਂ ਦਾ ਹੁਣ ਪ੍ਰਤਾਪ ਸੁਣਿਆ ਹੋ ਗਿਆ ਹੈ। ਯੋਂ ਸੁਨ ਮੋਹਿ ਨ ਚੈਨ ਪਰ। ਤੇ ਮੈਨੂੰ ਇਹ ਸੁਣ ਕੇ ਹੁਣ ਨਾ ਸ਼ਾਂਤੀ ਨਹੀਂ ਆਉਂਦੀ ਭਾਈ ਗੁਰਦਾਸ ਜੀ, ਵੀ ਉਹਨਾਂ ਦੀ ਵਡਿਆਈ ਮੇਰੇ ਤੋਂ ਵੱਧ ਕਿਵੇਂ ਹੋ ਸਕਦੀ? ਉਮਰ ਵਿੱਚ ਮੇਰੇ ਤੋਂ ਛੋਟੇ ਤੇ ਮੇਰੇ ਭਰਾਤਾ ਹਨ। ਰੈਨ ਦਿਨਾ ਚਿਤ ਚਿੰਤ ਬਧੈ। ਦਿਨ ਰਾਤ ਮੇਰੇ ਮਨ ਵਿੱਚ ਬੜੀ ਚਿੰਤਾ ਵੱਧ ਰਹੀ ਹੈ। ਅਸ ਹੋਏ ਨ ਮੋਹ ਸਭ ਤਿਆਗ ਕਰੈ। ਵੀ ਇਹ ਨਾ ਹੋਵੇ ਵੀ ਮੈਨੂੰ ਸਾਰੇ ਹੀ ਛੱਡ ਜਾਣ, ਹੌਲੀ ਹੌਲੀ ਸਾਰੇ ਉਧਰ ਪੂਜਣ ਲੱਗ ਪੈਣ। ਇਹ ਦੁੱਖ ਤਾਂ ਇਸੇ ਗੱਲ ਦਾ ਰਾਮ ਰਾਏ ਨੂੰ ਵੀ ਸੰਗਤ ਹੁਣ ਉਧਰ ਨੂੰ ਜਾਣ ਲੱਗ ਪਈ ਕੀਰਤਪੁਰ ਸਾਹਿਬ ਨੂੰ। ਇਹ ਨਾ ਹੋਵੇ ਮੈਂ ਇਕੱਲਾ ਹੀ ਰਹਿ ਜਾਵਾਂ ਪਿਰਥੀ ਚੰਦ ਵਾਂਗਣਾ, ਮੈਨੂੰ ਕੋਈ ਵੀ ਨਾ ਪੂਜਿਆ ਕਰੇਗਾ। ਲੋਕਨ ਕੀਰ ਸੁਭਾਵ ਹੈ। ਕਿਉਂਕਿ ਲੋਕਾਂ ਦਾ ਤਾਂ ਸੁਭਾਅ ਹੀ ਇਹੋ ਜਿਹਾ ਹੁੰਦਾ ਹੈ ਅਵੇ ਲੋਕਤ ਆਪ ਮੈਂ ਰੀਸ ਵੀ ਧਰੈ। ਇਹ ਤਾਂ ਰੀਸ ਕਰਦੇ, ਜਿੱਧਰ ਇੱਕ ਗਏ ਉਧਰ ਹੀ ਸਾਰੇ ਫਿਰ ਤੁਰ ਪੈਂਦੇ ਆ। ਇਹ ਨਾ ਹੋਵੇ ਸਾਰੇ ਕੀਰਤਪੁਰ ਸਾਹਿਬ ਜਾਣ ਲੱਗ ਪੈਣ ਤੇ ਮੈਨੂੰ ਕੋਈ ਪੁੱਛਿਆ ਹੀ ਨਾ ਕਰੇ, ਕਿਉਂਕਿ ਸੰਸਾਰ ਦਾ ਸੁਭਾਅ ਹੀ ਐਸਾ ਹੈ ਭਾਈ ਗੁਰਦਾਸ ਜੀ, ਜਿੱਧਰ ਬਹੁਤੀ ਭੀੜ ਵਹਿੰਦੇ ਆ ਇਹ ਉਧਰ ਨੂੰ ਹੀ ਜਾਂਦੇ ਆ। ਸੱਚੇ ਤੇ ਝੂਠੇ ਦੀ ਪਰਖ ਨਹੀਂ ਕਰਦੇ ਹਨ। ਪੂਜਨ ਤਾਹੇ ਨਹੀਂ ਲਗ ਜਾਹੇ। ਇਸ ਕਰਕੇ ਨਾ ਹੋਵੇ ਵੀ ਸਾਰੇ ਕੀਰਤਪੁਰ ਸਾਹਿਬ ਜਾਣ ਤੇ ਉੱਥੇ ਹੀ ਉਹਨਾਂ ਨੂੰ ਹੀ ਪੂਜਣ ਲੱਗ ਜਾਣ ਜੀ। ਜੋ ਹੈ ਮਮ ਸੇਵਕ ਸੋ ਨਾ ਟਰੈ। ਵੀ ਜਿਹੜੇ ਮੈਨੂੰ ਤਾਂ ਇਹ ਵੀ ਡਰ ਆ ਵੀ ਜਿਹੜੇ ਤੁਸੀਂ ਸਭਾ 'ਚ ਬੈਠੀ ਹੋਏ ਜਿਹੜੇ 15 20 50 ਜਾਣੇ, ਮੈਨੂੰ ਤਾਂ ਹੁਣ ਤੁਹਾਡੇ ਤੇ ਵੀ ਸ਼ੱਕ ਹੋਣ ਲੱਗਿਆ ਵੀ ਕਿਤੇ ਤੁਸੀਂ ਵੀ ਨਾ ਕੀਰਤਪੁਰ ਸਾਹਿਬ ਨੂੰ ਮੂੰਹ ਕਰ ਲਿਓ, ਕਿਉਂਕਿ ਗੁਰੂ ਹਰਿਰਾਏ ਸਾਹਿਬ ਜੀ ਸਭ ਕੁਝ ਆਪ ਕਰਕੇ ਗਏ ਆ। ਤੇ ਜਿਹੜੇ ਮੇਰੇ ਕੋਲ ਸੇਵਕ ਹਨਗੇ ਪ੍ਰਸ਼ਾਦਾ ਪਾਣੀ ਛਕਾਉਣ ਵਾਲੇ, ਇਹ ਨਾ ਹੋਵੇ ਵੀ ਇਹ ਵੀ ਜਾ ਕੇ ਸਾਰੇ ਕੀਰਤਪੁਰ ਸਾਹਿਬ ਬੈਠਣ ਲੱਗ ਪੈਣ। ਦੋਹਰਾ ਰਾਮ ਰਾਏ ਔਰ ਈਰਖਾ। ਸਾਧ ਸੰਗਤ ਜੀ, ਸਤਿਗੁਰੂ ਹਰਿਰਾਏ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ, ਜਿਹਦੇ ਹਿਰਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪ੍ਰਥਾਏ ਬਹੁਤ ਈਰਖਾ ਭਰੀ ਹੋਈ ਹੈ। ਲਗ ਪ੍ਰਾਤਾ ਸੰਗ ਧਾਰ। ਭਾਵੇਂ ਛੋਟੇ ਭਰਾ ਹਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ,
ਪਰ ਛੋਟੇ ਭਰਾਤਾ ਦੇ ਨਾਲ ਇਹਨਾਂ ਦੇ ਮਨ ਵਿੱਚ ਬਹੁਤ ਈਰਖਾ ਵੈਰ ਭਾਵਨਾ ਹੈ, ਚਿਤਵਤ ਅਨੇਕ ਉਪਾਏ ਕੋ। ਜਿਸ ਕਰਕੇ ਹੁਣ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਹੁਣ ਪਾਪੜ ਵੇਲਦਾ ਹੈ। ਰਾਮ ਰਾਏ ਬੜੇ ਤਰ੍ਹਾਂ ਦੀ ਚਿਤਵਨੀ ਕਰਦਾ ਹੈ ਨਿਤ ਚਿਤ ਚਿੰਤ ਮਝਾਰ। ਵੀ ਕਿਵੇਂ ਹੁਣ ਸੰਗਤ ਸਾਰੀ ਮੈਨੂੰ ਮੰਨੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾ ਕੋਈ ਕੀਰਤਪੁਰ ਸਾਹਿਬ ਜਾਏ, ਇਸੇ ਚਿੰਤਾ ਦੇ ਵਿੱਚ ਰੁੜਿਆ ਪਿਆ ਜਾਂਦਾ ਹੈ ਬਾਬਾ ਰਾਮ ਰਾਏ। ਇਸ ਤਰ੍ਹਾਂ ਸਾਧ ਸੰਗਤ ਜੀ, ਜਿਵੇਂ ਫਿਰ ਇਹ ਬਾਬਾ ਰਾਮ ਰਾਏ ਦੇ ਹਿਰਦੇ ਵਿੱਚ ਈਰਖਾ ਹੈ, ਉਹ ਆਪਾਂ ਝਲਕ ਵੇਖ ਹੀ ਲਈ ਹੈ। ਤੋ ਹੰਕਾਰ ਵੀ ਬਹੁਤ ਹੈ ਵੀ ਜੇ ਮੈਂ ਨਾ ਹੁੰਦਾ ਤੇ ਗੁਰੂ ਘਰ ਦਾ ਬਣਨਾ ਕੀ ਸੀ। ਉਹ ਐਸਾ ਹੀ ਜਿਹੜਾ ਈਰਖਾ ਹੈ ਤੇ ਈਰਖਾ ਦਵੈਸ਼ ਹੈ, ਉਹਦੇ ਅੱਗੇ ਜਿਵੇਂ ਕੁਝ ਪ੍ਰਸੰਗ ਹੋਰ ਆਉਣਗੇ। ਜਿਵੇਂ ਬਾਲਾ ਪ੍ਰੀਤਮ ਦੇ ਪ੍ਰਥਾਏ ਮਨ ਵਿੱਚ ਜ਼ਹਿਰ ਰੱਖਦਾ ਹੈ ਬਾਬਾ ਰਾਮ ਰਾਏ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਪ੍ਰਥਾਏ, ਉਹ ਸਾਰਾ ਪ੍ਰਸੰਗ ਜਿਹੜਾ ਆਪਾਂ ਅੱਗੇ ਦੀ ਅੱਗੇ ਸ਼ਰਵਣ ਕਰਾਂਗੇ। ਇੱਥੇ ਸਮਾਪਤਾ ਹੋਈਆਂ। ਭੁੱਲਾਂ ਦੀ ਖਿਮਾ। ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਸਭ ਸੰਗਤਾਂ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਤੋ ਚੱਲਿਆ ਕਦਮ ਕਦਮ ਲੇਖੇ ਲਾਉਣ ਹੋਈਆਂ। ਭੁੱਲਾਂ ਦੀ ਖਿਮਾ ਹੈ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਰਾਮ ਰਾਏ ਉਰ ਈਰਖਾ ਲਗ ਭਰਾਤਾ ਸੰਗ ਧਾਰ। ਚਿਤਵਤ ਅਨੇਕ ਉਪਾਏ ਕੋ ਨਿਤ ਚਿਤ ਚਿੰਤ ਮਝਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।